ਹੁਣ ਜਦੋਂ ਸ਼ੁਰੂ ਕਰਦੇ ਕਬੀਰ ਦੱਦੇ ਅੱਖਰ ਦੁਆਰਾ ਕਹਿੰਦੇ ਜੇ ਜੋ ਕੁਝ ਅਸੀਂ ਵੇਖਦੇ ਆਂ ਇਹ ਸਭ ਕੁਝ ਨਾਸ਼ਵੰਤ ਹੈ, ਕਿੱਡਾ ਵੱਡਾ ਗਿਆਨ ਹੈ ਜੀ। ਤੇ ਫਿਰ ਦੱਸੋ ਜੇ ਕਿਸੇ ਪਹਿਲਾਂ ਤਾਂ ਮੋਹ ਹੀ ਨਹੀਂ ਹੋਣਾ ਜੀ। ਪਹਿਲਾਂ ਤਾਂ ਹੁਣ ਗੁਰੂ ਅੰਗਦ ਦੇਵ ਜੀ ਕਹਿੰਦੇ ਜਿੰਨੀ ਚੱਲਣ ਜਾਣਿਆ ਹਨਾ, ਜਿਨ੍ਹਾਂ ਨੇ ਗੱਲ ਸਮਝ ਲਈ ਆ, ਜਾਂ ਤਾਂ ਸਮਝ ਲਓ ਵੀ ਜੋ ਮੇਰੇ ਕੋਲ ਇਹਨੇ ਚਲੇ ਜਾਣਾ, ਜਾਂ ਸਮਝ ਲਓ ਮੈਂ ਇਹਦੇ ਕੋਲੋਂ ਚਲੇ ਜਾਣਾ। ਮਤਲਬ ਚੱਲਣ ਜਾਣ ਦੀ ਗੱਲ ਜਿਨ੍ਹਾਂ ਨੇ ਸਮਝ ਲਈ। ਜਿਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾਰ। ਉਹ ਕਦੀ ਪਸਾਰਿਆਂ 'ਚ ਨਹੀਂ ਪੈਂਦੇ। ਚੱਲਣ ਪਸਾਰਾ ਹੁੰਦਾ ਵੀ ਆਹ ਵੀ ਬਣਾ ਲਵਾਂ, ਆਹ ਵੀ ਲੈ ਲਵਾਂ, ਹਨਾ, ਪਸਾਰਾ ਵੀ ਸਮਝ ਰੱਖੋ ਸਰ। ਸੋ ਕਈਆਂ ਨੂੰ ਸ਼ੌਂਕ ਬੜਾ, ਪਰ ਉਹਨਾਂ ਦਾ ਬਚਪਨ ਜਿਹੜਾ ਆ ਗੁਰਮਤਿ ਦੇ ਵਿੱਚ ਨਾ ਹੋਣ ਕਰਕੇ ਬਹੁਤ ਗੁਰਮੁਖਾਂ ਦੇ ਬਾਣੀ ਦੇ ਗੁਰਮਤਿ ਦੇ ਐਸੇ ਵਰਡ ਹੈ ਜਿਹੜਿਆਂ ਦੀ ਉਹਨਾਂ ਨੂੰ ਸੋਝੀ ਨਹੀਂ, ਪਰ ਪੂਰਬਲੇ ਕਰਮ ਕਰਕੇ ਸ਼ੌਂਕ ਬੜਾ ਬੰਦਗੀ ਦਾ ਤੇ ਆਪਣੇ ਗਰੁੱਪ ਨਾਲ ਜੁੜੇ ਹੋਏ ਆ। ਇਸ ਕਰਕੇ ਕਈ ਅਕਸ਼ਰ ਐਸੇ ਹੁੰਦੇ ਆ ਵੀ ਨਹੀਂ ਪਤਾ ਲੱਗਦਾ। ਸਾਰਾ ਖਲਾਰਾ ਸਾਰਾ ਜੋ ਵੀ ਅਸੀਂ ਵੇਖਦੇ ਪਏ ਹਾਂ। ਤੇ ਜਦੋਂ ਬੰਦਾ ਕਹਿੰਦਾ ਵੀ ਮੇਰਾ ਕੰਮ ਕਰ ਬਹੁਤ ਵਧੇ, ਮੇਰਾ ਫਰੈਂਡ ਸਰਕਲ ਬਹੁਤ ਵਧੇ, ਇਹ ਸਾਰਾ ਪਸਾਰਾ ਹੈ ਜੀ। ਹੁਣ ਜਿਨ੍ਹਾਂ ਨੇ ਇਸ ਗੱਲ ਨੂੰ ਸਮਝ ਲਿਆ ਮੈਂ ਤਾਂ ਚਲੇ ਜਾਣਾ ਹਨਾ, ਉਹ ਪਸਾਰਾ ਕਰਦੇ। ਹੁਣ ਜਿੱਦਾਂ ਕਿ ਯਾਤਰੀ ਹੈ, ਮੁਸਾਫਿਰ ਹੈ, ਆਪਾਂ ਜਹਾਜ਼ ਵਿੱਚ ਬੈਠਦੇ ਹਾਂ, ਆਪਾਂ ਨੂੰ ਸੀਟ ਦੇ ਨਾਲ ਮਤਲਬ ਆ। ਉਹ ਵੀ ਜੇ ਸਾਨੂੰ ਜੇ ਕਿ ਕਿਹਾ ਜਾਵੇ ਇਹ ਸੀਟ ਤੁਹਾਡੀ ਨਹੀਂ, ਗਲਤੀ ਨਾਲ ਬਹਿ ਗਏ, ਤੇ ਆਪਾਂ ਬਿਲਕੁਲ ਕਹਿੰਦੇ ਉੱਤੇ ਕੋਈ ਹੱਕ ਜਤਾਉਂਦੇ ਆ। ਉਹ ਸੀਟ ਤੇ ਹੀ ਆਪਾਂ 14-15 ਘੰਟੇ ਜਾਂ 13 ਘੰਟੇ ਬੈਠੇ ਰਹਿਣ, ਕੋਈ ਪਸਾਰਾ ਨਹੀਂ ਕਰਦੇ। ਨਾਲ ਦੀ ਸੀਟ ਭਾਵੇਂ ਖਾਲੀ ਹੋਵੇ ਫੇਰ ਵੀ ਇਹ ਰਹਿੰਦਾ ਮਨ ਦੇ ਵਿੱਚ ਵੀ ਮੈਂ ਵੀ ਮੈਨੂੰ ਕਿਤੇ ਰੋਕ ਨਾ ਦੇ, ਇਹਨੂੰ ਯੂਜ਼ ਕਰ ਲਵਾਂ। ਸਾਰਿਆਂ ਨੂੰ ਪਤਾ ਯਾਤਰੀ ਸਾਰਿਆਂ ਨਹੀਂ ਕਰਦਾ। ਤੇ ਏਦਾਂ ਚੱਲਣਾ ਜਾਣ ਵੀ ਚੱਲਦੇ ਪਏ ਆ ਹਨਾ, ਚੱਲਦੇ ਪਏ ਆ, ਥੋੜੀ ਦੇਰ ਜਾ ਕੇ ਉੱਤਰ ਜਾਣਾ ਜੀ। ਤੇ ਇਸ ਕਰਕੇ ਇਸ ਚੀਜ਼ ਨੂੰ ਜਿਨ੍ਹਾਂ ਨੇ ਸਮਝ ਲਿਆ ਵੀ ਅਸੀਂ ਸੰਸਾਰ ਦੇ ਵਿੱਚ ਯਾਤਰੂ ਬਣ ਕੇ ਆਏ ਹੋਏ ਹਾਂ ਤੇ ਅਸੀਂ ਚਲੇ ਜਾਣਾ, ਸਾਰਾ ਨਹੀਂ ਕਰਾਂਗੇ। ਤੇ ਇਹ ਜੋ ਮੈਂ ਵੇਖਦਾ ਪਿਆ ਹਾਂ ਇਹ ਨਸ਼ਟ ਹੋ ਜਾਣੇ ਵਾਲਾ ਹੈ, ਅਸੀਂ ਮੋਹ ਨਹੀਂ ਕਰਾਂਗੇ। ਜਾਂ ਮੈਂ ਨਸ਼ਟ ਹੋ ਜਾਣਾ ਤੇ ਫੇਰ ਕੀ ਆ, ਫੇਰ ਵੀ ਮੇਰਾ ਮੋਹ ਨਹੀਂ ਰਹੇਗਾ। ਇਹ ਇੱਕ ਮੋਹ ਨੂੰ ਪਛਾੜਨ ਦਾ ਇੱਕ ਬਹੁਤ ਵੱਡਾ ਹਥਿਆਰ ਹੈ, ਇੱਕ ਸੋਝੀ ਹੈ ਜਿਹੜੀ ਸਾਨੂੰ ਭਗਤ ਜੀ ਦੇ ਰਹੇ ਨੇ ਦੱਦੇ ਅੱਖਰ ਦੁਆਰਾ। ਹੁਣ ਕਹਿੰਦੇ ਜਸ ਅਦੇਖ ਤਸ ਰਾਖ ਵਿਚਾਰਾ, ਵੀ ਜਿਹੜਾ ਦੇਖਿਆ ਨਹੀਂ ਜਾਂਦਾ ਹੈ, ਅਦੇਖ ਜਿਸ ਨੂੰ ਅਸੀਂ ਵੇਖ ਨਹੀਂ ਸਕਦੇ ਔਰ ਸਾਰਿਆਂ ਨੂੰ ਉਹ ਵੇਖ ਰਿਹਾ ਹੈ, ਉਸ ਦੀ ਵਿਚਾਰ ਹਰ ਵਕਤ ਆਪਣੇ ਮਾਈਂਡ ਦੇ ਵਿੱਚ ਰੱਖਿਆ ਕਰ। ਇਹ ਗੱਲਾਂ ਤਾਂ ਅਸੀਂ ਕਰੇ ਵੀ ਰੱਬ ਕਿਹੋ ਜਿਹਾ ਹੈ। ਜੇ ਏਦਾਂ ਨਹੀਂ ਕਹਿਣੀ ਤੇ ਫਿਰ ਕਹਿ ਸਕਦੇ ਵੀ ਰੱਬ ਕਰਦਾ, ਰੱਬ ਕਰਾਉਂਦਾ, ਕੁਦਰਤ ਦਾ ਮਾਲਕ ਹੈ, ਦਾਤਾ ਹੈ ਹਨਾ, ਏਦਾਂ ਉਹਦਾ ਹੁਕਮ ਹੈ। ਕੋਈ ਵੀ ਸ਼ਬਦ ਅਸੀਂ ਜੋ ਵਰਤਦੇ ਹਾਂ ਘਰ ਵਿੱਚ, ਉਹਦੇ ਵਿੱਚ ਜਿੰਨੀਆਂ ਗੱਲਾਂ ਅਸੀਂ ਘਰ ਵਿੱਚ ਕਰਦੇ ਹਾਂ ਨਾ, ਗੱਲਾਂ ਵਿੱਚ ਰੱਬ ਦਾ ਜ਼ਿਕਰ ਅਕਸਰ ਸਾਨੂੰ ਕਰ ਲੈਣਾ ਚਾਹੀਦਾ। ਕੀ ਹੈ, ਸਾਡੀ ਵਿਚਾਰ ਵਿੱਚ ਆ ਜਾਊਗਾ ਜੀ ਹਨਾ, ਵਿਚਾਰ ਵਿੱਚ ਆ ਜਾਣਾ ਰੱਬ ਨੇ। ਜਿਹੜਾ ਨਹੀਂ ਦਿਸਦਾ ਭਾਈ ਉਸਨੂੰ ਆਪਣੀ ਵਿਚਾਰ ਦੇ ਵਿੱਚ ਰੱਖਿਆ ਕਰੋ। ਹੁਣ ਗੱਲ ਆ ਗਈ 10ਵੇਂ ਦੁਆਰ। ਹੁਣ ਇੱਥੇ ਜੇ ਮੈਂ ਕਹਾਂ ਵੀ ਜਿਹੜਾ ਕੇਵਲ 10ਵਾਂ ਦੁਆਰ ਹੈ ਹਨਾ, ਉਸ ਕੁੰਜੀ ਦੀ ਗੱਲ ਕੀਤੀ ਹੈ, ਨਹੀਂ, ਇਹ ਮਾਸਟਰ ਕੀ ਹੈ, ਮਤਲਬ 10 ਹੀ ਦਰਵਾਜ਼ਿਆਂ ਦੀ ਚਾਬੀ। ਸਾਡਾ ਸਰੀਰ ਇੱਕ ਮਕਾਨ ਹੈ, ਇੱਕ ਮਹਿਲ ਹੈ, ਕਰਤੇ ਪੁਰਖ ਨੇ ਬਣਾਇਆ ਹੋਇਆ, ਔਰ ਇਦਾਂ ਦਾ ਮਹਿਲ ਕੋਈ ਬਣਾ ਨਹੀਂ ਸਕਦਾ ਜਿੱਦਾਂ ਦਾ ਮਹਿਲ ਕਰਤੇ ਪੁਰਖ ਨੇ ਬਣਾਇਆ। ਜਲ ਕੀ ਭੀਤ ਪਵਨ ਕਾ ਥੰਬਾ ਰਕਤ ਬੂੰਦ ਕਾ ਗਾਰਾ। ਇਹ ਲੈ ਪਾਣੀ ਦੀਆਂ ਕੰਧਾਂ ਕੋਈ ਖੜੀਆਂ ਕਰਕੇ ਦਿਖਾ ਲੇ, ਤੇ ਇਹ ਜਿਹੜੀ ਰਕਤ ਤੇ ਬਿੰਦ ਇਹਦਾ ਗਾਰਾ ਬਣਾ ਕੇ ਪਾਣੀ ਦੀਆਂ ਕੰਧਾਂ ਖੜੀਆਂ ਕਰਕੇ ਤੇ ਹਵਾ ਦੇ ਥੰਮਲੇ ਦੇ ਕੇ ਕੋਈ ਮਹਿਲ ਖੜਾ ਕਰਕੇ ਦਿਖਾਵੇ। ਜਿੱਡਾ ਮਰਜੀ ਕੋਈ ਇੰਜੀਨੀਅਰ ਆ, ਜਿੱਡਾ ਮਰਜੀ ਕੋਈ ਵਿਗਿਆਨਿਕ ਹੈ, ਨਹੀਂ ਕਰ ਸਕਦਾ। ਜਿਹੜਾ ਸਰੀਰ ਰੂਪ ਮਹਿਲ ਹੈ, ਇਹਦੀਆਂ ਸੋ ਪਾਣੀ ਦੀਆਂ ਕੰਧਾਂ ਨੇ, ਰਕਤ ਬੂੰਦ ਦਾ ਗਾਰਾ ਲੱਗਿਆ ਹੋਇਆ ਹੈ, ਤੇ ਹੱਡ ਮਾਸ ਨਾੜੀ ਇਹਦੀ ਜਾਲ ਬਣਾ ਦਿੱਤਾ ਆ। ਲੈਂਟਰ ਪਾਉਣੇ ਜਾਲ ਨਹੀਂ ਬਣਾਉਣੇ ਆਪਾਂ ਹਨਾ। ਇਸ ਛੱਤ ਦੇ ਥੱਲੇ ਪੰਖੀ ਵਸੇ ਵਿਚਾਰਾ, ਇਹ ਜੀਵ ਰਹਿੰਦਾ ਪਿਆ ਜੀ। ਤੇ ਕਿੱਡੀ ਵੱਡੀ ਕਰਤੇ ਪੁਰਖ ਦੀ ਇਹ ਖੇਡ ਹੈ ਹਨਾ। ਤੇ ਹੁਣ ਇਸ ਸਰੀਰ ਨੂੰ ਦਰਵਾਜ਼ੇ ਨੇ 10, ਇਹਨੂੰ ਬਾਰ-ਬਾਰ ਸਮਝਿਆ ਕਰੋ।
ਇਹਨੂੰ ਬਾਰ-ਬਾਰ ਸਮਝੋ, ਰੋਜ਼ ਸਮਝੋ। ਜਿੰਨਾ ਚਿਕਰ ਮੇਰੀ ਵਿਚਾਰ ਦੇ ਵਿੱਚ ਇਹ ਵਿਚਾਰ ਘਰ ਨਹੀਂ ਕਰ ਜਾਂਦੀ, ਉਹਨਾਂ ਚਿਕਰ ਸੋ ਮੈਂ ਇਸ ਗੱਲ ਦੇ ਉੱਤੇ ਜ਼ੋਰ ਦੇਈ ਜਾਣਾ ਕਿ 10 ਦਰਵਾਜ਼ੇ ਹੈ ਮੇਰੀ ਇਸ ਕੋਠੀ ਦੇ, ਮੇਰੇ ਇਸ ਸਰੀਰ ਦੇ, ਔਰ 10 ਦੇ 10 ਦਰਵਾਜ਼ੇ ਉਹਨਾਂ ਨੂੰ ਬਕਾਇਦਾ ਜਿੰਦੇ ਲੱਗਦੇ। ਹੁਣ ਇਹਦੇ ਵਿੱਚ ਉਲਟ ਹੋ ਗਿਆ ਕੰਮ। ਜਦੋਂ ਮਾਤਾ ਦੇ ਪੇਟ ਵਿੱਚ ਸੀ 9 ਬੰਦ ਸੀਗੇ ਤੇ 10ਵਾਂ ਖੁੱਲਾ ਹੋਇਆ ਸੀ। ਜਦੋਂ ਮੈਂ ਜਨਮ ਲਿਆ, ਛਾਪਾ ਸਾਰਿਆਂ ਨੇ ਜਦੋਂ ਜਨਮ ਲਿਆ ਤੇ 9 ਖੁੱਲ ਗਏ ਪਵਨ ਦੇ ਨਾਲ, ਤੇ ਜਿਹੜਾ 10ਵਾਂ ਸੀ ਉਹ ਬੰਦ ਹੋ ਗਿਆ ਜੀ। ਹੁਣ ਇਹ ਚਾਬੀ ਸਾਨੂੰ ਗੁਰੂ ਨੇ ਦਿੱਤੀ, ਕਿਉਂਕਿ ਚਾਬੀ ਗੁਰੂ ਦੇ ਹੱਥ ਦੇ ਵਿੱਚ ਹੈ। ਉਂਝ ਤਾਂ ਪ੍ਰਾਣ ਹੀ ਇਸ ਦੀ ਚਾਬੀ ਹੈ। ਹੁਣ ਕਹੀਏ ਜੇ ਕਿ ਜੋਗੀਆਂ ਨੇ ਪ੍ਰਾਣਾਂ ਨੂੰ ਚਾਬੀ ਸਮਝਿਆ, ਪ੍ਰਾਣ ਹੀ ਜਿੰਦਾ, ਪ੍ਰਾਣ ਹੀ ਚਾਬੀ, ਜੋਗੀ ਇੰਝ ਸਮਝਦੇ ਨੇ। ਇਸ ਕਰਕੇ ਉਹ ਲੋਮ ਵਿਲੋਮ ਕਰਦੇ ਆ, ਇਸ ਕਰਕੇ ਕਪਾਲ ਭਾਰਤੀ ਕਰਦੇ ਆ, ਸਵਾਸਾਂ ਦੁਆਰਾ ਇਹ ਜਿਹੜਾ 10ਵਾਂ ਦਵਾਰ ਹੈ ਇਸ ਨੂੰ ਖੋਲਣ ਦਾ ਉਹ ਯਤਨ ਕਰਦੇ ਨੇ। ਪਰ ਇੱਥੇ ਜੋ ਆਪਾਂ ਨੂੰ ਗੁਰੂ ਸਿੱਖਿਆ ਦਿੰਦਾ ਹੈ, ਉਹ ਕਹਿੰਦਾ 10ਵਾਂ ਦਵਾਰ ਕੁੰਚੀ ਜਬ ਦੀਜੈ। ਤੇ ਗੱਲ ਉਲਟ ਹੋ ਗਈ ਨਾ ਜੀ। ਜੋਗੀ ਕੀ ਸਮਝਦਾ? ਪ੍ਰਾਣ ਜਿਹੜੇ ਨੇ ਇਹ ਕੁੰਜੀ ਹੈ, ਪ੍ਰਾਣ ਇਹ ਜਿੰਦਾ ਆ। ਸਮਝ ਲਓ ਇਸ ਗੱਲ ਨੂੰ ਚੰਗੀ ਤਰ੍ਹਾਂ। ਤੇ ਗੁਰਮਤਿ ਕੀ ਕਹਿੰਦੀ ਹੈ ਵੀ ਇਹ ਜਿਹੜੇ 10 ਦਰਵਾਜ਼ਿਆਂ ਦੀ ਚਾਬੀ ਗੁਰੂ ਦਿੰਦਾ ਹੈ। ਹੁਣ ਗੱਲ ਆ ਗਈ ਨਾ, ਦੂਜੇ ਪਾਸੇ ਆ ਗਈ। ਹੁਣ ਜਿਹੜਾ ਚਾਬੀ ਗੁਰੂ ਦੇ ਕੋਲ ਹੈ ਕੀ, ਹਨਾ, ਕਿਹੜੀ ਚੀਜ਼ ਸਰਵ ਸ੍ਰੇਸ਼ਟ ਹੈ? ਮਹਾਰਾਜ ਕਹਿੰਦੇ, ਭਗਤਾਂ ਜੀ ਕਹਿੰਦੇ ਗਿਆਨਨ ਮੈਂ ਗਿਆਨ ਗੁਰੂ। ਗੁਰੂ ਦੇ ਕੋਲ ਸਭ ਤੋਂ ਵੱਡਾ ਗਿਆਨ ਹੈ। ਉਸ ਗਿਆਨ ਦੇ ਵਿੱਚ ਜੁਗਤੀ ਹੈ। ਉਸ ਜੁਗਤੀ ਦੇ ਨਾਲ ਹੁਣ ਜਿਹੜੀ ਚਾਬੀ ਹੁੰਦੀ ਹੈ ਉਹਦੇ ਨਾਲ ਤਾਲਾ ਲਾਇਆ ਵੀ ਜਾਂਦਾ ਹੈ, ਤਾਲਾ ਖੋਲਿਆ ਵੀ ਜਾਂਦਾ। ਹੁਣ ਮੈਂ ਇਸ ਗਿਆਨ ਗੁਰੂ ਦੇ ਦਿੱਤੇ ਹੋਏ ਗਿਆਨ ਦੁਆਰਾ ਮੈਂ 9 ਦਰਵਾਜ਼ਿਆਂ ਨੂੰ ਬੰਦ ਕਰਨਾ ਤੇ 10ਵੇਂ ਨੂੰ ਖੋਲਣਾ। 10ਵੇਂ ਦੇ ਵਿੱਚ ਅਸੀਂ ਦੂਜਾ ਸਿਸਟਮ ਨਹੀਂ ਲੈਣਾ, ਅਸੀਂ ਤਾਂ ਇਹ ਲੈਣਾ ਬਿਰਤੀ ਵਾਲਾ ਲੈਣਾ, ਜਿਹਨੂੰ ਕਹਿੰਦੇ ਸੁਰਤ ਦਾ ਚੁਭਣਾ। ਅਗਰ ਸੁਰਤ ਦਾ, ਕਿਉਂਕਿ ਜਿਹੜਾ ਸਿਸਟਮ ਆਤਮਾ ਦਾ ਹੈ, ਫਿਰ ਸਮਝੋ ਇਸ ਗੱਲ ਨੂੰ, ਉਹਦਾ ਕੋਈ ਪੈਰ ਨਹੀਂ, ਉਹਦੇ ਕੋਈ ਹੱਥ ਨਹੀਂ, ਉਹਦੇ ਕੋਈ ਨੇਤਰ ਨਹੀਂ, ਉਹਦਾ ਕੋਈ ਸਿਰ ਨਹੀਂ। ਜਿਹੜਾ ਆ ਸਾਨੂੰ ਸਰੀਰ ਦਿਸਦਾ ਹੈ ਨਾ ਵੀ ਇਦਾਂ ਦਾ ਉਹਦਾ ਆਕਾਰ ਹੋਵੇਗਾ, ਐਸਾ ਕੁਝ ਨਹੀਂ। ਜਦੋਂ ਬਿਰਤੀ ਲੱਗਦੀ ਹੈ ਨਿਰਾ ਆਕਾਰ ਦੇ ਵਿੱਚ ਲੱਗਦੀ, ਉਹ ਬਿਰਤੀ ਬਿਲਕੁਲ ਵੀ। ਹੁਣ ਮਹਾਰਾਜ ਕਹਿੰਦੇ ਦੱਸੀ ਸੀ ਜੋਗੀਆਂ ਨੂੰ, ਕਹਿੰਦੇ ਵੱਡੇ ਸੂਖਮ ਮੂਰਤ ਨਾਮ ਨਿਰੰਜਨ, ਹੈਨਾ, ਪਰ ਕਾਇਆ ਕਾ ਆਕਾਰ। ਇਹ ਮੰਨਦੇ ਅਕਾਲ ਪੁਰਖ ਨੂੰ ਵੀ ਤੇਰਾ ਨਾਮ ਨਿਰੰਜਨ ਹੈ, ਸੂਖਸ਼ਮ ਹੈ। ਤੇ ਬਿਰਤੀ ਕਿੱਥੇ ਲਾਉਂਦੇ? ਆਕਾਰ ਤੇ। ਜੋਗੀ ਜਨ ਕਿੱਥੇ ਧਿਆਨ ਲਾਉਂਦੇ ਆ? ਜਾਂ ਨੱਕ ਦੀ ਨੋਕ ਤੇ, ਜਾਂ ਅੱਖਾਂ ਦੇ ਭਰਵੱਟਿਆਂ ਦੇ ਵਿੱਚ। ਇਹ ਤਾਂ ਕਾਇਆ ਦਾ ਆਕਾਰ ਹੈ। ਇਹਨੂੰ ਤਾਂ ਕਾਇਆ ਨੂੰ ਤਾਂ ਕਿਹਾ ਹੀ ਕੱਪੜਾ ਆ। ਕਾਇਆ ਤਾਂ ਮਹਾਰਾਜ ਸੱਚੇ ਪਾਤਸ਼ਾਹ, ਹੋਰ ਤੁਸੀਂ ਗਿਆਨ ਵਿੱਚ ਜਾਓ, ਕਾਇਆ ਜਿਹੜੀ ਹੈ ਇਹਨੂੰ ਤਨ ਵੀ ਨਹੀਂ ਤਾਂ ਕੱਪੜਾ ਕਿਹਾ ਹੋਇਆ ਸੱਚੇ ਪਾਤਸ਼ਾਹ ਨੇ। ਤੇ ਜਿਹੜਾ ਅੰਦਰਲਾ ਸੂਖਸ਼ਮ ਹੈ ਉਹਦੇ ਨਾਲ ਸਾਨੂੰ ਸਾਰਾ ਮਤਲਬ ਹੈ। ਕਾਇਆ ਤਾਂ ਇੱਕ ਕੱਪੜਾ ਹੈ। ਸੋ ਕਰ ਜਿਹੜਾ ਸਾਨੂੰ ਅਕਰਤੇ ਪੁਰਖ ਵੱਲੋਂ ਮਿਲਿਆ ਹੋਇਆ ਹੈ, ਇਹ ਕੱਪੜਾ ਹੈ ਸਾਨੂੰ। ਤੇ ਇਸ ਕੱਪੜੇ ਦੇ ਵਿੱਚ ਧਿਆਨ ਲਾਉਣਾ, ਹਨਾ, ਏਦਾਂ ਥੋੜੀ ਗੱਲ। ਤੇ ਉੱਥੇ ਫਿਰ ਮਹਾਰਾਜ ਨੇ ਕਿਹਾ ਜਿਹੜੇ ਤੈਨੂੰ ਜੋਤ ਦਿੱਤੀ, ਤੈਨੂੰ ਗਿਆਨ ਦਿੱਤਾ, ਇਹ ਚਾਬੀ ਹੈ। ਤੇ ਇਹ ਚਾਬੀ ਸਾਨੂੰ ਸਾਧ ਸੰਗਤ ਵਿੱਚੋਂ ਪ੍ਰਾਪਤ ਹੁੰਦੀ ਹੈ। ਸੋ ਗੁਰੂ ਦਾ ਗਿਆਨ 10 ਦਰਵਾਜ਼ਿਆਂ ਦੀ ਚਾਬੀ ਹੈ। ਗੁਰੂ ਦੇ ਇਸ ਗਿਆਨ ਦੁਆਰਾ ਆਪਾਂ ਨੇ 9 ਦਰਵਾਜ਼ਿਆਂ ਨੂੰ ਬੰਦ ਕਰਨ ਵਿੱਚ ਕਾਮਯਾਬ ਹੋ ਜਾਣਾ। ਤੇ 10ਵੇਂ ਤੋਂ ਇੱਥੋਂ ਭਾਵ ਹੈ ਇਹ ਨਹੀਂ ਵੀ ਮੰਨ ਲਓ ਅਸੀਂ ਕਹਾਂਗੇ ਕਿ ਸਿਰ ਦੇ ਵਿੱਚ ਸੁਰਤੀ ਲੈ ਕੇ ਜਾਣੀ, ਨਹੀਂ, ਉਹਦਾ ਕੋਈ ਸਿਰ ਸੁਰ ਹੈ ਨਹੀਂਗਾ, ਉਹਦਾ ਏਦਾਂ ਸਿਸਟਮ ਕੁਝ ਨਹੀਂ। ਬਿਰਤੀ ਜਿਹੜੀ ਲੱਗਦੀ ਤੇ ਬਿਰਤੀ ਵਿੱਚ ਤੁਸੀਂ ਸਿਰ ਲੱਭਦਾ ਉੱਥੇ ਵੀ, ਜਦੋਂ ਬਿਰਤੀ ਲੱਗਦੀ ਉਹਦੇ, ਉਹ ਤਾਂ ਵਿਰਾਟ ਹੈ, ਉੱਥੇ ਤਾਂ ਕੋਈ ਆਕਾਰ ਹੀ ਨਹੀਂ ਫਿਰ ਦੇਖਦਾ, ਉੱਥੇ ਆਨੰਦ ਵਿੱਚ ਹੈ। ਉਹ ਚੁੱਭੀ ਸੁਰਤ ਦਾ ਚੁੱਭਣਾ, ਇਹ ਤਾਂ ਮਤਲਬ ਚਾਬੀ ਲੱਭ ਪਈ। ਜਦੋਂ ਹੀ 9 ਦਰਵਾਜ਼ੇ ਬੰਦ ਕਰਨ ਵਿੱਚ ਆਪਾਂ ਕਾਮਯਾਬ ਹੋਣਾ ਨਾ, ਆਟੋਮੈਟਿਕਲੀ ਸਾਡੀ ਸੁਰਤ ਦਾ ਨਿਰਾ ਆਕਾਰ ਦੇ ਵਿੱਚ ਖੁੱਭਣਾ ਹੋ ਜਾਵੇਗਾ, ਉਹ ਲਾਜ਼ਮੀ ਹੋ ਜਾਣਾ। ਉਹਨਾਂ ਨੇ ਕਿਤੇ ਜਾਣਾ ਹੀ ਏਦਾਂ ਨਹੀਂ। ਮੈਂ ਕਹਿੰਦਾ ਨੇ ਤਉ ਦਇਆਲ ਕੋ ਦਰਸ਼ਨ ਕੀਚੈ। ਜਦੋਂ ਹੀ 9 ਦਰਵਾਜ਼ੇ ਬੰਦ ਹੋਏ, ਉਹ ਕਰਤਾ ਪੁਰਖ ਜਿਹਨੂੰ ਦਿਆਲੂ ਆਖਿਆ ਹੈ, ਕਿਰਪਾਲੂ ਆਖਿਆ ਹੈ, ਉਹ ਇੱਕਦਮ ਦਰਸ਼ਨ ਦੇ ਦਿੰਦਾ ਜੀ।
ਜਿੰਨਾ ਚਿਰ 9 ਦਰਵਾਜ਼ੇ ਖੁੱਲੇ ਨੇ ਉਹਨਾਂ ਚਿਰ ਉਹ ਦਰਸ਼ਨ ਨਹੀਂ ਦਿੰਦਾ, ਹੁੰਦਾ ਉੱਥੇ ਹੀ ਹੈ ਜੀ, ਕਿਤੇ ਨਹੀਂ ਉਹ ਜਾਂਦਾ। ਹਾਂਜੀ, ਨਾ ਨਸ਼ਟ ਹੁੰਦਾ ਨਾ ਉਹਨੂੰ ਆਉਣਾ ਪੈਂਦਾ। ਹੁਣ ਭਗਤ ਨੂੰ ਯਾਦ ਕਰਦਾ ਨਾ ਵੀ ਉਹਨੂੰ ਮਿਹਨਤ ਕਰਕੇ ਉਹਨੂੰ ਆਉਣਾ ਪਊਗਾ, ਐਡੀ ਦੂਰੋਂ ਸਫ਼ਰ ਕਰਕੇ ਆਉਣਾ ਬੰਨੇ, ਉਹਨੂੰ ਕਿਤੇ ਆਉਣਾ ਨਹੀਂ, ਉਹ ਉੱਥੇ ਹੀ ਹੁੰਦਾ। ਤੇ ਮੁਕਰਮਾ ਜੈਸੇ ਸ਼ਾਈ, ਤੇ ਜਿੱਦਾਂ ਫੁੱਲ ਦੇ ਵਿੱਚ ਸੁਗੰਧੀ ਹੈ ਸ਼ੀਸ਼ੇ ਵਿੱਚ ਆਪਣਾ ਸ਼ਾਈ, ਇਦਾਂ ਪ੍ਰਗਟ ਹੋ ਜਾਂਦਾ। ਤੇ ਉਹ ਜਲ ਥਲ ਕਣ ਕਣ ਵਿੱਚ ਪੂਰਾ ਪੂਰਾ ਹੈ, ਚਿੰਟੀ ਤੇ ਕੁੰਚਰ ਅਸਤੂਲਾ। ਚਾਹੇ ਹਾਥੀ ਆ, ਹਾਥੀ ਵਿੱਚ ਵੀ ਪੂਰਾ, ਕੀੜੀ ਵਿੱਚ ਵੀ ਪੂਰਾ। ਇਹ ਨਹੀਂ ਵੀ ਹਾਥੀ 'ਚ ਵੱਡਾ ਹੈ ਤੇ ਕੀੜੀ 'ਚ ਛੋਟਾ ਹੈ, ਐਸਾ ਕੋਈ ਸਿਸਟਮ ਨਹੀਂ। ਸੋ ਉਹ ਕਣ ਕਣ ਦੇ ਵਿੱਚ ਪੂਰਾ ਪੂਰਾ ਮੌਜੂਦ ਹੈ, ਵੈਰਾਟ ਦੇ ਵਿੱਚ ਵੱਡੇ ਦੇ ਵਿੱਚ ਵੱਡਾ, ਵੈਰਾਟ ਰੂਪ ਦੇ ਵਿੱਚ ਹੈ, ਸੂਖਸ਼ਮ ਦੇ ਵਿੱਚ ਸੂਖਸ਼ਮ ਹੋ ਕਰਕੇ ਹੈਗਾ ਪੂਰਾ ਹੈ। ਤੇ ਜੇ ਇਹ ਬਾਹਰ ਮੁਖੀ ਸਾਰਾ ਗਿਆਨ ਜਿਸ ਦੇ ਵਿੱਚ ਜੀਵ ਭਟਕ ਗਿਆ, ਉਲਝ ਗਿਆ, ਹਨਾ, ਤੇ ਉਹ ਐਸਾ ਬਾਹਰ ਮੁਖੀ ਹੋਇਆ, ਅੰਤਰਮੁਖ ਹੋਣਾ ਹੀ ਭੁੱਲ ਗਿਆ। ਗਿਆਨ ਆਉਣਾ ਸੀ, ਅੰਤਰਮੁਖ ਹੋਣਾ ਸੀ, ਉਹ ਹੋਇਆ ਨਹੀਂ। ਆ ਸਿਸਟਮ ਇਹ ਦੱਦਾ ਅੱਖਰ ਹੋ ਗਿਆ ਜੀ। ਹੁਣ ਆ ਜਾਓ ਧੱਦਾ ਜੀ। ਇਹਦੇ ਧੱਦਾ ਅਰਧ ਹੈ ਉਰਦ ਨਵੇਰਾ। ਗੱਲ ਨਵੇਰੇ ਨੂੰ ਸਮਝੋ। ਨਵੇਰਾ, ਨਵੇਰਾ ਕੀ ਚੀਜ਼ ਹੈ? ਨਵੇਰੇ ਤੋਂ ਭਾਵ ਹੁੰਦਾ ਜੇ ਵੀ ਲੇਖੇ ਦਾ ਮੁੱਕ ਜਾਣਾ, ਲੇਖੇ ਖਤਮ ਹੋ ਜਾਣਾ। ਹੁਣ ਕੋਈ ਲੇਖਾ ਨਹੀਂ, ਆਪਾਂ ਕਹਿੰਦੇ ਨਿਲ ਹੋ ਗਿਆ, ਨਵੇੜਾ ਹੋ ਗਿਆ। ਜੇ ਲੇਖਾ ਨਹੀਂ ਤਾਂ ਜਨਮ ਨਹੀਂ, ਜੇ ਜਨਮ ਨਹੀਂ ਤਾਂ ਮੌਤ ਨਹੀਂ ਹੈ, ਖਤਮ ਹੋ ਗਿਆ ਸਭ ਕੁਝ। ਹੁਣ ਜੇ ਜਨਮ ਨਹੀਂ, ਮੌਤ ਨਹੀਂ, ਲੇਖਾ ਨਹੀਂ, ਰਹਿਣਾ ਕਿੱਥੇ ਹੈ? ਜਿਹੜਾ ਜੰਮਦਾ ਮਰਦਾ ਨਹੀਂ ਹੈ, ਹਨਾ। ਹੁਣ ਉਹਦੀ ਮਰਜ਼ੀ ਸਾਨੂੰ ਕਿੱਥੇ ਰੱਖੇ, ਸਾਨੂੰ ਆਪਣੇ ਵਿੱਚ ਭੇਦ ਕਰੇ, ਸਾਨੂੰ ਆਪਣੇ ਡੇੜੀ ਚ ਬਾਹਰ ਲਾ ਦੇਵੇ, ਸਾਨੂੰ ਜਿੱਥੇ ਮਰਜ਼ੀ ਰੱਖੇ। ਹੁਣ ਅਸੀਂ ਉਹਦੇ ਬਣ ਗਏ, ਸਾਡਾ ਹੁਣ ਕੋਈ ਲੇਖਾ ਨਹੀਂ, ਸਾਡਾ ਹੁਣ ਨਵੇੜਾ ਹੋ ਗਿਆ। ਸੋ ਇਸ ਕਰਕੇ ਇਹ ਕਰਤੇ ਪੁਰਖ ਦੀ ਖੇਡ ਹੈ। ਜਿਹੜੇ ਸਾਨੂੰ ਜਨਮ ਵੀ ਦਿੱਤੇ, ਇੱਕ ਬੜਾ ਵੱਡਾ ਕੁਐਸਚਨ ਬਣ ਜਾਂਦਾ। ਮੇਰੇ ਆਪਣੇ ਸੰਗਤ ਵਿੱਚ ਵੀ ਸਵਾਲ ਹੋਇਆ ਸੀਗਾ, ਤੇ ਵੀ ਜਿਹੜਾ ਸਾਨੂੰ ਮਤਲਬ ਜਿੱਦਾਂ ਆਪਾਂ ਕਹਿੰਦੇ ਆ ਵੀ ਕਰਮਾਂ ਕਰਕੇ ਜਨਮ ਮਿਲਦਾ, ਵੀ ਜਦੋਂ ਜਨਮ ਨਹੀਂ ਸੀ ਉਦੋਂ ਕਿਹੜਾ ਕਰਮ ਸੀ, ਕੀ ਕਾਹਦਾ ਜਨਮ ਮਿਲਿਆ। ਮਤਲਬ ਹੈ ਤਾਂ ਬੜੀ ਔਖੀ ਖੇਡ, ਸਮਝ ਵਿੱਚ ਨਹੀਂ ਆਉਂਦੀ, ਪਰ ਇਹਨੂੰ ਏਦਾਂ ਹੀ ਫਿਰ ਸਮਝਣਾ ਪੈਂਦਾ ਵੀ ਕਰਤੇ ਪੁਰਖ ਨੇ ਉਹਦੀ ਖੇਡ ਆ ਜੀ। ਹੁਣ ਖੇਡ ਵਿੱਚ ਤਾਂ ਨਹੀਂ ਹੁੰਦੀ, ਖੇਡ ਤਾਂ ਇੱਕ ਸ਼ੌਂਕ ਹੈ, ਖੇਡ ਦਾ ਇੱਕ ਸ਼ੌਂਕ ਹੈ। ਹੁਣ ਕਰਤੇ ਪੁਰਖ ਦਾ ਸ਼ੌਂਕ ਹੈ ਖੇਡ ਦਾ। ਉਹਨੇ ਸਾਨੂੰ ਦਿੱਤਾ ਹੀ, ਜਨਮ ਦਿੱਤਾ ਹੀ ਕਰਮ ਕਰਨ ਵਾਸਤੇ, ਵੀ ਕਰਮ ਕਮਾਉਣਾ। ਵੀ ਕਿਉਂ ਕਰਮ ਕਮਾਈ? ਵੀ ਕਰਤੇ ਪੁਰਖ ਦਾ ਹੁਕਮ ਹੈ। ਹੁਣ ਉਹਦੇ ਹੁਕਮ ਅੱਗੇ ਕੀ ਕਰ ਸਕਦੇ? ਹੁਣ ਜਦੋਂ ਉਹਨੇ ਭੇਜ ਦਿੱਤਾ ਸਾਨੂੰ ਕਰਮ ਕਮਾਉਣ ਵਾਸਤੇ, ਮਾਈਂਡ ਦੇ ਦਿੱਤਾ ਸਾਨੂੰ, ਬੁੱਧ ਸਭ ਕੁਝ ਸਿਸਟਮ ਦੇ ਦਿੱਤਾ, ਹੁਣ ਖੇਡ ਸ਼ੁਰੂ ਹੋ ਗਈ ਜੀ। ਹੁਣ ਕਈਆਂ ਨੇ ਫੌਲ ਕਰਨੇ ਆ, ਕਈਆਂ ਨੇ ਗਲਤ ਖੇਡਣਾ, ਕਈ ਹਾਰਨੇ ਨੇ। ਖੇਡ ਸ਼ੁਰੂ ਹੀ ਉਦੋਂ ਹੁੰਦੀ ਜਦੋਂ ਮੈਦਾਨ ਵਿੱਚ ਆਈ। ਮੈਦਾਨ ਤੋਂ ਪਹਿਲਾਂ ਕਾਹਦੀ ਖੇਡ ਸੀ? ਮੈਦਾਨ ਤੋਂ ਪਹਿਲਾਂ ਖੇਡ ਹੀ ਕੋਈ ਨਹੀਂ ਸੀ। ਜਦੋਂ ਮੈਦਾਨ ਵਿੱਚ ਆ ਕੇ ਖੇਡ ਸ਼ੁਰੂ ਹੋ ਗਈ। ਫਿਰ ਜਿੱਤ ਹਾਰ ਇਹਦੀ ਸੋਝੀ ਪੈ, ਜੀਤ ਹਾਰ ਕੀ ਸੋਝੀ ਪਈ, ਸਾਰੀ ਸੋਝੀ ਪੈ ਜਾਂਦੀ ਸਾਰੀ। ਇਹ ਰਾਮ ਦੀ ਕਹਾਣੀ ਹੈ, ਜਾਨੀ ਜਾਨੀ ਦੇ ਰਾਜਾ ਰਾਮ ਕੀ ਕਹਾਣੀ। ਇਹ ਹੈ ਸਾਰੀ ਰਾਮ ਦੀ ਕਹਾਣੀ। ਵੀ ਉਹਨੇ ਜੋ ਕਰਨਾ ਆਪਣੀ ਮਰਜ਼ੀ ਦੇ ਨਾਲ ਕਰਨਾ, ਖੇਡ ਖੇਡਣੇ ਹੈ, ਖਿਡਾਉਣੇ ਹੈ, ਉਹਦੀ ਮਰਜ਼ੀ ਹੈ। ਆਪ ਵਿੱਚ ਆਣ ਕੇ ਖੇਡ ਲਵੇ, ਜਾਂ ਆਪਣਾ ਕੋਈ ਪਿਆਰਾ ਐਸਾ ਭੇਜ ਦੇਵੇ ਜਿਹੜਾ ਖਿਡਾਵੇ, ਜਿਹੜਾ ਪੂਰੀ ਲੋਕਾਈ ਨੂੰ ਸੋਝੀ ਦੇਵੇ, ਮਾਰਗ ਦੇਵੇ। ਸਭ ਕੁਝ ਉਹਦੇ ਕਰਤੇ ਦੇ ਹੱਥ ਵਿੱਚ ਹੈ। ਇਹਨਾਂ ਜਨਤਾ ਕਹਿ ਵਸ ਕਿਛ, ਆਪਾਂ ਤਾਂ ਬਸ ਜਿੱਦਾਂ ਕਾਟ ਕੀ ਪੁੱਤਰੀ ਕਾ ਕਰੇ ਬੱਪੀ, ਖਿਲਾਵਨ ਹਾਰੋ ਜਨ। ਫਿਰ ਖਿਲਾਉਣ ਦੀਆਂ ਗੱਲਾਂ ਬਾਰ-ਬਾਰ ਕੀਤੀਆਂ। ਫਿਰ ਖੇਲ ਖਿਲਾਵੇ ਨਾਲ ਲਾੜ ਵੀ ਤਾਂ ਲੜਾਉਂਦਾ ਹੀ ਹੈ ਜੀ। ਖੇਲ ਖਿਲਾਵੇ ਲਾੜ ਲੜਾਵੇ। ਇਹ ਥੋੜੀ ਵੀ ਜਿਹੜੇ ਹਾਰ ਜਾਂਦੇ ਵੀ ਉਹਨਾਂ ਤੇ ਗੁੱਸਾ ਕਰਦਾ, ਏਦਾਂ ਥੋੜੀ ਹੁੰਦਾ ਜੀ। ਤੇ ਕਈ ਵੇਲੇ ਆਪਾਂ ਦੇਖਿਆ ਹਾਰ ਕੇ ਵੀ ਜਿੱਤ ਹੋ ਜਾਂਦੀ ਹੈ ਜੀ। ਹੁਣ ਜੇ ਹਾਰ ਨੂੰ ਜਿਨ੍ਹਾਂ ਨੇ ਸਵੀਕਾਰ ਕਰ ਲਿਆ, ਕਦੀ ਜਿੱਤ ਹੀ ਨਹੀਂ ਸਕਦੇ। ਤੇ ਉਹ ਜੋ ਉਹਦੇ ਹੁਕਮ ਦੇ ਵਿੱਚ ਮੈਨੂੰ ਹਾਰ ਵੀ ਮਨਜ਼ੂਰ ਹੈ, ਜੇ ਉਹਦੇ ਹੁਕਮ ਦੇ ਵਿੱਚ ਹੈ, ਚਲੋ ਹੁਕਮ 'ਚ ਸਬਰ ਸ਼ੁਰੂ ਹੋਇਆ। ਜੇ ਹਾਰ ਵੀ ਹੈ ਕੋਈ ਗੱਲ ਨਹੀਂ, ਵੀ ਉਹਦਾ ਹੁਕਮ ਹੋਵੇਗਾ। ਜੇ ਉਹਦਾ ਹੁਕਮ ਹੁੰਦਾ ਵੀ ਜਿਤਾਉਣਾ, ਆਪੇ ਜਿਤਾ ਦੇਣਾ ਸੀ ਉਸਨੇ। ਮੈਂ ਤਾਂ ਬਸ ਜਿੰਨਾ ਕੁ ਮੈਨੂੰ ਉਹਨੇ ਸਿਖਾ ਲਿਆ, ਖੇਡਣ ਦੀ ਕੋਸ਼ਿਸ਼ ਕੀਤੀ ਹੈ, ਤੇ ਉਹਦੇ ਵਿੱਚ ਹੁਣ ਫੌਲ ਹੋ ਗਏ ਨਾ, ਤੇ ਉਹ ਆਪੇ ਗਾਂ ਸਿੱਖੀ ਕਰ ਦਊਗਾ। ਇਹ ਸਿਸਟਮ ਨਹੀਂ ਪਤਾ ਲੱਗ ਸਕਦਾ, ਪਰ ਹੁਣ ਆਪਾਂ ਖੇਡਦੇ ਪਏ। ਹੁਣ ਆਪਾਂ ਨਾ ਅੱਗੇ ਜਾਣਾ ਨਾ ਪਿੱਛੇ ਜਾਣਾ। ਹੁਣ ਅਸੀਂ ਖੇਡ ਦੇ ਮੈਦਾਨ ਦੇ ਵਿੱਚ ਹੈ। ਤੇ ਹੁਣ ਬਸ ਬੇਨਤੀ ਕਰੀਏ ਕਰਤੇ ਪੁਰਖ ਨੂੰ ਕਿ ਸੱਚੇ ਪਾਤਸ਼ਾਹ ਮੇਰਾ ਨਵੇੜਾ ਕਰ, ਮੇਰਾ ਨਵੇੜਾ ਹੋ ਜਾਵੇ। ਮੈਂ ਦੁਬਾਰਾ ਖੇਡ ਦੇ ਮੈਦਾਨ ਵਿੱਚ ਨਹੀਂ ਉਤਰਨਾ ਚਾਹੁੰਦਾ।
मैं तेरे कोल बैठना चाहना। हुण नवेड़ा किता, नवेड़े की गल। तद्दा अखर है, हाँ तद्दे अखर का अर्ध है। अर्धा कौन है? वह अर्ध अध विचकार नूं कहा जाता है, पर इत्थे अर्ध तो भाव होवेगा भी आपां सारे जाने जिन्हां नूं इह जन्म मिलिया। हुण जे अर्ध विचार भी लै लो ते जिहड़ी तां पशु जोन है वो नीच विच है, देवता जिहड़े ने वो ऊच विच आ जांदे, मतलब थोड़ा उपर आ जांदे आ। मानुख जोन जिहड़ी तकरीबन अध दे विच है। देवता जोन साडे नाल कुछ उच्चे है ना, इन्हां दा लैवल थोड़ा उच्चा है देवतियां दा, ते जिहड़े पशु ने उन्हां दा लैवल साडे नाल नीवां आ गया। ते जिन्ने मानव आपां अर्धे ते आपां विचकार है। ते हुण जिहड़ा उर्द, उर्द इत्थों भाव भी ਉਹ ਨਹੀਂ ਜਿਹੜਾ ਦੇਵਤਿਆਂ ਦਾ ਇੱਕ ਲੈਵਲ ਉੱਚਾ ਆ। ਇੱਥੇ ਹੁਣ ਉਰਦ ਤੋਂ ਭਾਵ ਹੈ ਜਿਹੜਾ ਬਿਲਕੁਲ ਹਾਈ ਹੈ, ਜਿਹਦੇ ਤੋਂ ਉੱਚਾ ਕੋਈ ਨਹੀਂ ਹੈ, ਜੇ ਉਹ ਸਭ ਤੋਂ ਉੱਚਾ, ਜਿਹਨੂੰ ਕਹਿੰਦਾ ਅਤ ਉੱਚਾ ਤਾਕਾ ਦਰਬਾਰ, ਜਿਹਨੂੰ ਕਹਿੰਦਾ ਬਿਲਕੁਲ। ਹੁਣ ਅਰਧ ਹੈ ਆਪਾਂ ਇਹ ਹੈ ਮਾਨਵ ਸਾਰੇ, ਜਿੰਨਾ ਚਿਰ ਅਸੀਂ ਉਰਦ ਵਿੱਚ ਨਹੀਂ ਜਾਂਦੇ, ਉੱਤੇ ਨਹੀਂ ਜਾਂਦੇ, ਉਹਨਾਂ ਚਿਰ ਨਵੇੜਾ ਨਹੀਂ। ਭਾਵ ਸਾਡੀ ਬਿਰਤੀ ਜਿਹੜੀ ਹੈ ਸੋ ਇਹ ਹੈਗੀ ਆ ਰਾਜਗੁਣ, ਤਾਮਗੁਣ, ਸਤਗੁਣ। ਜਿੰਨਾ ਚਿਕਰ ਟ੍ਰਾਇੰਗਲ ਵਿੱਚ ਆਪਾਂ ਫਸੇ ਪਏ ਆ ਉਹਨਾਂ ਚਿਕਰ ਆਪਾਂ ਅਰਧਾ ਹੈ। ਜਿਹੜਾ ਵੀ ਟ੍ਰਾਇੰਗਲ ਚੋਂ ਨਿਕਲ ਗਿਆ ਉਹ ਤੁਰੀਆ 'ਚ ਚਲਾ ਗਿਆ, ਉਹ ਉਰਦ ਵਿੱਚ ਚਲਾ ਗਿਆ। ਇਹ ਹੁਣ ਸਰੀਰ ਦੇ ਹੁੰਦਿਆਂ ਖੇਡ ਹੋ ਜਾਣੀ ਸਾਰੀ। ਸਰੀਰ ਦੇ ਹੁੰਦਿਆਂ ਜੇ ਮੈਨੂੰ ਅੱਜ ਤੱਕ ਮੇਰੀ ਟ੍ਰਾਇੰਗਲ ਦਾ ਨਹੀਂ ਪਤਾ ਲੱਗਾ, ਗਵਾਚੀ ਜਾਂਦੇ। ਜਿੱਦਾਂ ਉਹ ਕਹਿੰਦੇ ਸਮੁੰਦਰ ਦੇ ਵਿੱਚ ਟ੍ਰਾਇੰਗਲ ਹੈ ਹਨਾ, ਉਹਦੇ ਬੜੇ ਬੜੇ ਜਹਾਜ਼ ਖਪ ਗਏ, ਪਤਾ ਹੀ ਨਹੀਂ ਲੱਗਦਾ ਟ੍ਰਾਇੰਗਲ ਕਿੱਥੇ ਆ, ਕੀ ਹੁੰਦਾ, ਕਿੱਥੇ ਗਾਇਬ ਹੋ ਜਾਂਦੇ ਆ। ਇਦਾਂ ਹੀ ਆਪਾਂ ਪਤਾ ਨਹੀਂ ਕਿੰਨੇ ਕੁ ਜਨਮ ਇਸ ਟ੍ਰਾਇੰਗਲ ਵਿੱਚ ਖਪੇ ਆ, ਪਤਾ ਨਹੀਂ। ਹੁਣ ਜਿੰਨੀ ਕਿੰਨੀ ਮਾਨਵ ਜਾਤੀ ਹੈ ਜੀ ਹਨਾ, ਉਹ ਸਾਰੀ ਖਪਦੀ ਪਈ ਹੈ ਇਸ ਟ੍ਰਾਇੰਗਲ ਦੇ ਵਿੱਚ, ਭਾਵ ਤਿੰਨਾਂ ਗੁਣਾਂ ਦੇ ਵਿੱਚ। तेही गुणी संसार भरम सुता सुतिया रैन बिहानी, राज तम सत सत तम राजे। तिन्ना गुणा दे विच महाराज आपां जन्मदे आ, जिंदगी बतीत करदे आ ते मर जांदे। इहदे विच नहीं साडे कोल निकलिया ना, समझिया ही कदी समझिया मैं। जिद्दां हुण एक आ दिन अज चढ़िया ना, जिद्दां जदों दिन चढ़दा ते इक वखरा फंक्शन है, रात है वखरा फंक्शन है। दिन का राजा सूरज है, रात का राजा चंद्रमा आ जाता जी। दिन नूं वर्क होर हुंदे ने, रात नूं वर्क होर हुंदे ने। सो जिद्दां हुण किसी फैक्टरी च काम चलदा होवे, उत्थे बकायदा देखो दिन वाले काम होर है, रात वाले काम होर है। दिन नूं होर सिस्टम चलदा, रात नूं होर सिस्टम चलण डਿਆ, काम चलण डए ने है ना। ते इसे तरह ही मेरे इस शरीर रूप फैक्टरी दे विच, इस मकान विच सो दिन नूं की चलदा ते रात नूं की चलदा। दिन नूं मेरे विच ये जिहड़ा तीन गुण राज तम सत किहड़ा भारी पैंदा, रात नूं किहदा, वो जदों ही समझना शुरू कर दो अपने आप नूं देखो तां सही। हाँ जी, हुण जदों मैं शीशे नहीं सी हुंदे, इंसान अपने आप नूं नहीं सी देख सकदा, इस करके इहनूं अपने सुहप्पण दा नहीं सी पता हुंदा है ना। इहने कोई कपड़ियां दी कोई सोझी नहीं सी हुंदी, ते बस जिद्दां मेकअप का समान कितने कित्थे तक जा पहुंचा जी। आ शीशे दी मेहरबानियां हो गई, क्योंकि तदे मतलब निहंग नूं कहंदे चुगल है, ये चुगली लांदा, इत्थे इक गल गलत है, इत्थों सही है, ते किन्ना बंदा चलो वखरी गल। पर मैं तुहानूं एक दृष्टांत दे रहा, जे अपनी समझ विच पकड़ विच पै जावे। पई नहीं सी जदों पता, ते सोहणे होण दा कोई चाह नहीं सी, लीड़े कपड़े दा कोई चाह नहीं सी, कारण कि अपने आप नूं नहीं सी देख सकदे, शीशा है नहीं सी। ते इदां सी कदी जिन्हां दिनां च फिर कदी शीशा बनिया, आखिरकार इहनूं भी टाइम लगा ही आ, यकदम थोड़ी हो गया। ज्यों शीशा ते शीशे नूं वेख वेख के सानूं अपने आप दा पता लगा, बाहरले सरूप दा। फिर असीं बाहर सारा सिस्टम बंदे ਜਿਹੜੇ ਆਪਣੇ ਹਿਸਾਬ ਨਾਲ ਸੋਹਣੇ ਬਣਨੇ ਸ਼ੁਰੂ ਹੋ ਗਏ, ਔਰਤ ਆਪਣੇ ਹਿਸਾਬ ਨਾਲ ਸੋਹਣੀ ਬਣਨੀ ਸ਼ੁਰੂ ਹੋ ਗਈ, ਤੇ ਲੀੜੇ ਕੱਪੜੇ ਤੇ ਜ਼ੋਰ ਹੋ ਗਿਆ, ਮੇਕਅਪ ਤੇ ਜ਼ੋਰ ਹੋ ਗਿਆ, ਆਹ ਸਿਸਟਮ ਚੱਲ ਗਿਆ। ਇਹ ਕਦੋਂ ਸ਼ੁਰੂ, ਇੱਕ ਪੱਖ ਲੈ ਰਿਹਾ ਜੀ ਮੈਂ, ਕਦੋਂ ਸ਼ੁਰੂ ਹੋਇਆ? ਜਦੋਂ ਸ਼ੀਸ਼ੇ ਨੇ ਸਾਨੂੰ ਦੱਸਿਆ। ਤੇ ਸਾਡੇ ਕੋਲ ਇੱਕ ਸ਼ੀਸ਼ਾ ਐਸਾ ਜਿਹੜਾ ਸਾਨੂੰ ਧੁਰ ਦਰਗਾਹ ਤੋਂ ਮਿਲਿਆ ਹੋਇਆ, ਔਰ ਉਸ ਸ਼ੀਸ਼ੇ ਦੀ ਆਪਾਂ ਕੋਈ ਕਦਰ ਨਹੀਂ ਕੀਤੀ ਕਿਸੇ ਨੇ।
ਉਹ ਸ਼ੀਸ਼ਾ ਉਹਦੇ 'ਚ ਧੂਲ ਮਿੱਟੀ ਘੱਟਾ ਜੰਮਿਆ ਹੋਇਆ ਹੈ। ਉਹੋ ਹੀ ਇੱਕ ਸ਼ੀਸ਼ਾ ਹੈ ਜਿਹੜਾ ਮੈਨੂੰ ਮੇਰੇ ਆਪਣਾ ਅੰਦਰਲਾ ਸਰੂਪ ਦੱਸ ਸਕਦਾ ਹੈ। ਉਹ ਇੱਕ ਸ਼ੀਸ਼ਾ ਹੈ, ਉਹਨੂੰ ਅੰਤਿਸ਼ਕਰਨ, ਸੋ ਛੇਵਾਂ ਗਿਆਨ ਅੰਦਰਾ ਕਹਿੰਦੇ ਨੇ ਆਪਾਂ, ਅੰਤਿਸ਼ਕਰਨ। ਸੋ ਉਹ ਸ਼ੀਸ਼ਾ ਐਸਾ ਵੀ ਉਹ 'ਚ ਮਿੱਟੀ ਘੱਟਾ ਜਿਹੜਾ ਨਾ ਜੰਮਿਆ, ਉਹਨੂੰ ਲਾ ਦੋ, ਉਹ ਸੱਟ ਦੱਸੂਗਾ ਹੁਣ ਕਿਸ ਅਵਸਥਾ ਦੇ ਵਿੱਚ ਹੈ, ਹੁਣ ਕਿਸ ਅਵਸਥਾ ਦੇ ਵਿੱਚ ਆ, ਕਿਹੋ ਜਿਹਾ ਹੈ। ਤੇ ਫਿਰ ਜਿਹੋ ਜਿਹਾ ਅੰਦਰੋਂ ਹੋਵੇਗਾ ਤੇ ਫਿਰ ਉਦਾਂ ਦਾ ਬਾਹਰ ਹੋਵੇਗਾ। ਅੰਦਰ ਹੋਰ ਬਾਹਰ ਹੋਰ ਉਨਾ ਚਿਰ ਬੰਦਾ ਹੁੰਦਾ ਜਿੰਨਾ ਚਿਰ ਇਹਨੂੰ ਆਪਣੇ ਅੰਦਰ ਦਾ ਪਤਾ ਨਹੀਂ ਲੱਗਦਾ। ਜਦੋਂ ਅੰਤਿਸ਼ਕਰਨ ਨੂੰ ਅੰਦਰਲਾ ਸਿਸਟਮ ਦੱਸਣਾ ਸ਼ੁਰੂ ਕਰਦਾ, ਉਹ ਦੱਸਦਾ, ਗਿਆਨ ਦਿੰਦਾ, ਸਭ ਕੁਝ ਕਰਦਾ, ਉਹ ਰੌਲੀ ਪਾਉਂਦਾ, ਪਰ ਇਹ ਸਮਝਦਾ ਨਹੀਂ, ਇਹ ਸਮਝਦਾ ਨਹੀਂ। ਇਹ ਕਹਿੰਦਾ ਨਹੀਂ ਜੀ ਮੈਂ ਸਹੀ, ਤੂੰ ਗਲਤ ਹੈ। ਆਪਸ ਵਿੱਚ ਬੜਿਆਂ ਦੀ ਏਦਾਂ ਅੰਦਰ ਕਿਤੇ ਲੜਾਈ ਹੁੰਦੀ ਰਹਿੰਦੀ ਹੈ। ਤੇ ਜਦੋਂ ਉਹ ਇਸੇ ਸ਼ੀਸ਼ੇ ਦੀ ਗੱਲ ਕੀਤੀ ਸੱਚੇ ਪਾਤਸ਼ਾਹ, ਮੈਂ ਸ਼ਾਇਦ ਕਈਆਂ ਨੂੰ ਇਹਦਾ ਪਤਾ ਹੋ ਜਾਂ ਨਾ ਪਤਾ, ਛੋਟੀ ਜਿਹੀ ਘਟਨਾ, ਬੜੀ ਵੱਡੀ ਘਟਨਾ ਸੀ, ਪਰ ਕਹਾਣੀ ਹੈ, ਕਹਾਣੀ ਇਤਿਹਾਸ ਦੇ ਵਿੱਚ ਹੈ ਔਰ ਵਾਪਰੀ ਹੋਈ ਆ। ਆਪਾਂ ਸਾਰਿਆਂ ਨੇ ਨਾਂ ਸੁਣਿਆ, ਕੌਡੀ ਰਾਖਸ਼ ਸਰਾਪਿਆ ਹੋਇਆ ਸੀਗਾ ਤੇ ਉਹਦੇ ਗੁਰੂ ਦਾ ਸਰਾਪ ਸੀ ਉਸਨੂੰ, ਤੂੰ ਬੰਦੇ ਤਲ ਕੇ ਖਾਵੇਂਗਾ। ਤੇ ਉਹਨੇ ਪੈਰੀ ਪਿਆ ਸੀ, ਕਹਿੰਦਾ ਜੀ ਮੇਰਾ ਆਧਾਰ ਕਿੱਦਾਂ ਹੋਊ? ਉਹ ਕਹਿੰਦਾ ਵੀ ਜਦੋਂ ਗੁਰੂ ਨਾਨਕ ਦੇਵ ਜੀ ਆਉਣਗੇ ਤੇਰਾ ਆਧਾਰ ਕਰਨਗੇ। ਉਹ ਕਹਿੰਦਾ ਮੈਨੂੰ ਪਤਾ ਕਿੱਦਾਂ ਲੱਗੂ? ਕਹਿੰਦਾ ਵੀ ਬਸ ਫਿਰ ਤੂੰ ਬੰਦਿਆਂ ਨੂੰ ਭੋਜਨ ਬਣਾਉਣਾ ਤੇ ਉਹਨਾਂ ਨੂੰ ਤਲ ਕੇ ਖਾਣਾ, ਆਹ ਸ਼ੀਸ਼ਾ ਕਹਿੰਦੇ ਤੈਨੂੰ ਦਿੰਨੇ ਆ, ਤੇ ਜਿਸ ਜਿਹਨੂੰ ਤਲਿਆ ਕਰਨਾ ਨਾ ਤੇ ਉਹਦੀ ਸ਼ੀਸ਼ੇ 'ਚ ਸ਼ਕਲ ਦੇਖ ਲਿਆ ਕਰ, ਤੇ ਜੇ ਉਹ ਬੰਦਾ ਹੀ ਦਿਸਿਆ ਸਮਝ ਲਓ ਨਾਨਕ ਹੈ, ਨਹੀਂ ਤਾਂ ਤੈਨੂੰ ਸ਼ੀਸ਼ੇ ਵਜੋਂ ਤਾਂ ਅੰਦਰਲਾ ਸਿਸਟਮ ਹੀ ਦਿਸਿਆ ਕਰਨ। ਵੀ ਇਹ ਜਿੱਦਾਂ ਦਾ ਸੁਭਾਅ ਹੈ ਨਾ, ਕੁੱਤੇ ਵਾਲਾ, ਬਿੱਲੇ ਵਾਲਾ, ਉਹਨੂੰ ਸਾਰੇ ਜਾਨਵਰ ਹੀ ਦੇਖਦੇ ਹੁੰਦੇ ਸੀ। ਸ਼ੀਸ਼ੇ ਬਥੇਰਿਆਂ ਨੂੰ ਦੇਖਿਆ ਉਹਨੇ ਬੜੀ ਦੂਰ ਤੱਕ ਬੰਦਾ ਜਾਨਵਰ ਰਹਿ ਨਹੀਂ ਦਿੱਤਾ। ਉਹ ਜਦੋਂ ਕਿ ਬੰਦੇ ਨੂੰ ਫੜਦਾ ਸੀ ਨਾ, ਉਹ ਸ਼ੀਸ਼ੇ 'ਚ ਦੇਖਦਾ ਹੁੰਦਾ ਸੀਗਾ ਉਹਨੂੰ, ਉਹਦਾ ਅੰਦਰਲਾ ਸੁਭਾਅ ਨਾ ਜਿੱਦਾਂ ਕੁੱਤੇ ਵਾਲਾ, ਬਿੱਲੇ ਵਾਲਾ, ਉਹ ਅੰਦਰਲਾ ਸ਼ੀਸ਼ੇ 'ਚ ਦਿਖਦਾ ਹੁੰਦਾ ਹੈ। ਤੇ ਉਹਨੂੰ ਤਾਲ ਫਿਰ ਉਹਨੇ ਸ਼ੀਸ਼ਾ ਦੇਖਣਾ ਹੀ ਛੱਡ ਦਿੱਤਾ, ਕਹਿੰਦਾ ਹੈ ਹੀ ਕੁੱਤੇ ਬਿੱਲੇ ਦਾ। ਹੁਣ ਆਪਾਂ ਗੁੱਸਾ ਤਾਂ ਕਰ ਜਾਂਦੇ, ਸੱਚੇ ਪਾਤਸ਼ਾਹ ਜੀ ਦੇ ਬਚਨ ਪੜ੍ਹੋ, ਕਹਿੰਦੇ ਗੁਰਮੰਤਰ ਹੀਣਸੈ ਜੋ ਪ੍ਰਾਣੀ ਤ੍ਰਿਗੰਤ ਜਨਮ ਭ੍ਰਸ਼ਟਣੈ ਕੂਕਰੈ ਸੂਕਰੈ ਗਰਦਬੈ ਸਰਪਨੈ ਤੁਲਖਲੈ। ਕਹਿੰਦੇ ਕੁੱਤਾ, ਬਿੱਲਾ, ਸੱਪ, ਗਧਾ, ਕਾਂ। ਇਹ ਗੱਲ ਗੁਰੂ ਸਾਹਿਬ ਜੀ ਨੇ ਵੀ ਕਹੀ ਹੋਈ ਹੈ। ਜੇ ਗੁਰੂ ਸਾਹਿਬ ਜੀ ਦਾ ਮੰਤਰ ਨਹੀਂ ਲਿਆ, ਜੇ ਸ਼ਬਦ ਦੇ ਨਾਲ ਨਹੀਂ ਜੁੜੇ ਹੋਏ, ਤੇ ਆ ਅੰਦਰੋਂ ਅਸੀਂ ਇਦਾਂ ਦੇ ਹੁੰਦੇ ਆ ਜੀ। ਅੰਦਰਲਾ ਸਿਸਟਮ ਸ਼ੀਸ਼ਾ ਨੂੰ ਦਿਖਾਉਂਦਾ ਹੁੰਦਾ, ਉਹਨੇ ਸ਼ੀਸ਼ਾ ਦੇਖਣਾ ਛੱਡ ਦਿੱਤਾ, ਕਹਿੰਦਾ ਹੈ ਹੀ ਨਹੀਂ ਇਨਸਾਨ ਤੇ ਇਹਨਾਂ 'ਚ ਹੈ ਹੀ ਕੋਈ ਨਹੀਂ, ਫੜਦਾ ਤਲੀ ਜਾਂਦਾ। ਮਰਦਾਨੇ ਨੂੰ ਫੜਿਆ, ਮਰਦਾਨੇ ਬਾਰੇ ਸ਼ੀਸ਼ਾ ਕਿਹੜਾ ਉਹਨੇ ਦੇਖਿਆ, ਤੇ ਲੱਗਾ ਸਿੱਟਣ। ਤੇ ਮਰਦਾਨੇ ਨੇ ਵੀ ਯਾਦ ਕੀਤਾ ਤੇ ਮਹਾਰਾਜ ਪਹੁੰਚੇ, ਤੇ ਜਦੋਂ ਪਹੁੰਚੇ ਤੇ ਮਹਾਰਾਜ ਤੁਹਾਨੂੰ ਪਤਾ ਮਰਦਾਨੇ ਦਾ ਜਦੋਂ ਸਿੱਟਦਿਆਂ ਸਾਰ ਡਿੱਗਿਆ, ਉਸੇ ਵੱਲ ਕੜਾਹਾ ਠੰਡਾ ਹੋਇਆ ਜੀ। ਉਹ ਫੇਰ ਗਿਆ ਭੱਜਾ, ਮਹਾਰਾਜ ਸੱਚੇ ਪਾਤਸ਼ਾਹ ਸਾਹਮਣੇ ਖੜੇ ਨੇ, ਸ਼ੀਸ਼ਾ ਲੈ ਕੇ ਆਇਆ। ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਸ਼ਕਲ ਦੇਖਦਾ ਦੇਖਿਆ ਤਾਂ ਵਾਹ, ਨਾਨਕੇ ਫੇਰ ਪੈਰੀ ਡਿੱਗਿਆ। ਫਿਰ ਉਹਨੇ ਆਪਣੀ ਹਿਸਟਰੀ ਦੱਸੀ, ਮਹਾਰਾਜ ਨੇ ਦੱਸ ਦਿੱਤਾ ਸੱਚੇ ਪਾਤਸ਼ਾਹ ਜੀ ਨੇ, ਉਦੋਂ ਵੀ ਸੰਤ ਬਣਾਤਾ, ਕਿਰਪਾ ਕਰਤੀ। ਤੇ ਉਸ ਨਾਲ ਮਰਦਾਨੇ ਨੇ ਕਿਹਾ ਮਹਾਰਾਜ ਤਾਂ ਸ਼ੀਸ਼ਾ ਹੀ ਬੜਾ ਵਧੀਆ, ਇਹਨੂੰ ਨਾਲ ਖੜਦੇ। ਸੱਚੇ ਪਾਤਸ਼ਾਹ ਕਹਿੰਦੇ ਸ਼ੀਸ਼ਾ ਤਾਂ ਅਕਾਲ ਪੁਰਖ ਨੇ ਦਿੱਤਾ ਹੋਇਆ ਹਰੇਕ ਨੂੰ, ਜਿਹੜਾ ਇਹਦਾ ਅੰਤਿਸ਼ਕਰਨ ਸ਼ੀਸ਼ਾ ਆ, ਇਹਨੂੰ ਅੰਦਰਲੇ ਸਿਸਟਮ ਦਾ, ਅੰਦਰਲੀ ਸਾਰੀ ਸੋਚ ਵੀ ਤੂੰ ਕਿੱਦਾਂ ਦਾ ਆ, ਤੂੰ ਭੂਤ ਆ, ਪ੍ਰੇਤ ਆ, ਰਾਖਸ਼ ਆ, ਕੀ ਆ ਤੂੰ ਅੰਦਰੋਂ ਇਸ ਵੇਲੇ, ਉਹ ਸਭ ਕੁਝ ਦੱਸਦਾ ਪਿਆ। ਸਿਰਫ ਉਸ ਸ਼ੀਸ਼ੇ ਤੇ ਮਿੱਟੀ ਘੱਟਾ ਹਨਾ, ਏਦਾਂ ਉਹ ਸਿਸਟਮ ਪੈ ਗਿਆ ਆਪਣੇ ਖਿਆਲਾਂ ਦਾ, ਆਪਣੇ ਵਿਚਾਰਾਂ ਦਾ, ਉਹਨੂੰ ਸਾਫ਼ ਕਰੀ ਜਾਓ, ਸਾਫ਼। ਹੁਣ ਜੇ ਕੋਈ ਪੁੱਛੇ ਜੀ ਉਹ ਕਿਹੜਾ ਸ਼ੀਸ਼ਾ ਕਿੱਦਾਂ, ਏਦਾਂ ਨਹੀਂ ਪਤਾ ਲੱਗਣਾ, ਕਿਉਂਕਿ ਵੀ ਸਵਾਲ ਆ ਜਾਂਦਾ, ਨਵੀਂ ਜੀ ਗੱਲ ਆ ਨਾ, ਤੇ ਕਈ ਗੱਲਾਂ ਨਵੀਆਂ ਹੁੰਦੀਆਂ ਤੇ ਫਿਰ ਉਸ ਵੇਲੇ ਆਪਾਂ ਉਹਦੇ ਵਿਚਾਰਾਂ 'ਚ ਨਹੀਂ ਪੈਣਾ, ਉਹਨਾਂ ਟਾਈਮ ਲੱਗ ਜਾਂਦਾ। ਉਹ ਤੇ ਸਿੱਧੀ ਗੱਲ ਹੈ ਜੀ, ਸ਼ੀਸ਼ਾ ਸਾਰਿਆਂ ਕੋਲ ਆ, ਤੇ ਉਹਦੇ ਜੇ ਨਹੀਂ ਪਤਾ ਲੱਗਦਾ ਇਹਦਾ ਮਤਲਬ ਸਾਡੇ ਉਸ ਸ਼ੀਸ਼ੇ ਦੇ ਤੇ ਮਿੱਟੀ ਘੱਟਾ, ਇਦਾਂ ਦੀਆਂ ਚੀਜ਼ਾਂ ਪੈ ਗਈਆਂ। ਉਹ ਮਿੱਟੀ ਘੱਟਾ ਕਿਹੜਾ ਹੈ ਜੀ? ਮੇਰੇ ਮਨ ਦੇ ਖਿਆਲਾਤ, ਉਹ ਉਹਦੇ ਤੇ ਭਾਰੀ ਪੈ ਚੁੱਕੇ ਹੈ। ਹੁਣ ਮੈਂ ਆਪਣੇ ਮਨ ਦੇ ਖਿਆਲਾਤਾਂ ਨੂੰ ਸਾਫ਼ ਕਰਨਾ ਸ਼ੁਰੂ ਕਰ ਦੇਣਾ, ਜਿਉਂ-ਜਿਉਂ ਸਾਫ਼ ਤਿਉਂ ਫਿਰ ਉਹਦੀ ਫਿਰ ਚਮਕ ਪੈ ਜਾਣੀ। ਫਿਰ ਇੱਕਦਮ ਪਤਾ ਲੱਗ ਜਾਣਾ ਵੀ ਹਾਂ ਮਹਾਰਾਜ, ਜਦੋਂ ਉਹ ਗੱਲ ਬਣ ਗਈ ਹੈ ਨਾ, ਫਿਰ ਦੇਖੋ ਕਿੱਦਾਂ ਇਹ ਤਿੰਨਾਂ ਗੁਣਾਂ 'ਚ ਬਾਵਜੂਦ ਕਹਿੰਦੇ ਉਹੀ ਗੱਲ ਆ ਗਈ, ਜਿੰਨਾ ਚਿਰ ਮਨ ਦੇ ਖਿਆਲਾਤਾਂ ਦਾ ਨਹੀਂ ਪਤਾ ਲੱਗਦਾ, ਮਨ ਦੀ ਗਤੀਵਿਧੀ ਤੇ ਰੋਕ ਨਹੀਂ ਲਾਉਂਦੇ। ਇਹੀ ਗੱਲ ਸਤਿਗੁਰੂ ਜੀ ਕਰਨ, ਇਸ ਕਰਕੇ ਕਹਿੰਦੇ ਵੀ ਅੰਤਿਸ਼ਕਰਨ ਦਾ ਪਤਾ ਲੱਗੇ, ਸਾਨੂੰ ਚੰਗੇ ਮਾੜੇ ਦਾ ਪਤਾ ਲੱਗੇ। ਮੈਂ ਚੰਗਾ ਜਾਂ ਮਾੜਾ ਪਤਾ ਤਾਂ ਲੱਗੇ, ਮੈਂ ਕੇਸ ਕਿੰਨੇ ਕੁ ਪਾਣੀ 'ਚ ਹਨਾ ਜੀ।
ਮੈਨੂੰ ਮੇਰਾ ਪਤਾ ਲੱਗਣਾ ਮੈਂ ਕਿੰਨੇ ਕਮਾਣੀ ਚ, ਤਦੀ ਗੱਲ ਬਣਨੀ। ਤੇ ਇਹ ਚੀਜ਼ਾਂ ਦਾ ਖਿਆਲ ਰੱਖਣਾ ਜੀ। ਹੁਣ ਦੇਖੋ, ਅਰਧ ਹੈ, ਉਰਧ, ਨਬੇੜਾ, ਤਿੰਨਾਂ ਗੁਣਾਂ ਤੋਂ ਜਿਹੜਾ ਉੱਪਰ ਉੱਠ ਗਿਆ ਉਹਦਾ ਨਬੇੜਾ ਹੋਣਾ ਜੀ। ਫਿਰ ਅਰਧ ਹੈ, ਹੁਣ ਇਹ ਸਾਡੀ ਗੱਲ ਹੈ ਮਾਨਵ ਜਾਤੀ ਦੀ। ਉਰਧ ਹੈ ਮੰਝ ਬਸੇਰਾ, ਜਿਹੜਾ ਉਰਧ ਹੈ ਨਾ ਉੱਚਾ, ਉਹਦੇ ਵਿੱਚ ਵਸਦਾ ਜਾ ਕੇ। ਹਾਂਜੀ, ਜਦੋਂ ਅਸੀਂ ਇੱਥੋਂ ਸਿਸਟਮ ਸਾਡਾ ਖਤਮ ਹੋ ਗਿਆ, ਲਿਖੇ ਨਹੀਂ, ਜਨਮ ਮਰ ਨਹੀਂ, ਰਹਿਣਾ ਕਿੱਥੇ ਹੈ? ਕਹਿੰਦੇ ਉਹਦੇ ਵਿੱਚ। ਬੇਗਮਪੁਰਾ ਜਿਹਨੂੰ ਸੱਚਖੰਡ ਕਿਹਾ ਜਾਂਦਾ ਹੈ, ਤੈਨੂੰ ਬਾਹਰ ਰਹਿਣ ਦਿੰਦਾ? ਤੈਨੂੰ ਸ਼ੁੱਧ ਨਹੀਂ ਕੀਤਾ, ਖਰੇ ਸੋਨੇ ਨੂੰ ਕੌਣ ਛੱਡਦਾ? ਹੁਣ ਤਾਂ ਤੈਨੂੰ ਸ਼ੁੱਧ ਕਰ ਦਿੱਤਾ, ਖਰਾ ਕਰ ਦਿੱਤਾ। ਮੰਝ ਬਸੇਰਾ, ਉਹਦੇ ਵਿੱਚ ਤੇਰਾ ਵਾਸਾ ਹੋਵੇ। ਫਿਰ ਅਰਧ ਹੈ ਛਾੜ ਉਰਧ ਜੋ ਆਵਾ, ਹਨਾ? ਜਦੋਂ ਉਹ ਆਪਣੇ ਤਿੰਨਾਂ ਗੁਣਾਂ ਨੂੰ ਛੱਡਦਾ, ਅਰਧਾ ਤਾਂ ਤਿੰਨ ਗੁਣ ਹੈ ਜੀ। ਮੈਂ ਹੁਣ ਸਿੱਧੀ ਗੱਲ ਕਰੂੰ, ਚਲੋ ਮਾਨਵ ਜਾਤੀ ਨਹੀਂ ਲੈਣਾ, ਵੀ ਅਰਧਾ ਤਿੰਨ ਗੁਣ ਹੈ ਜੀ। ਜਦੋਂ ਤਿੰਨ ਗੁਣ ਛੱਡੇ, ਫਿਰ ਸੌਖਾ ਸਮਝ ਲੱਗਦਾ। ਜਦੋਂ ਜਾਂ ਸੰਸਾਰਕ ਲੋੜਾਂ ਜਾਂ ਸੰਸਾਰਕ ਇਹਦੇ ਵਿੱਚ ਥੋੜਾ ਜਿਹਾ ਵਿਸਥਾਰ ਹੋ ਜਾਂਦਾ, ਤੇ ਉਹਦੇ ਵਿੱਚ ਬੈਠ ਰਿਹਾ ਵੀ ਆਪਾਂ ਤਿੰਨ ਗੁਣਾਂ ਦੀ ਗੱਲ ਕਰ ਰਹੇ। ਫਿਰ ਬੜੇ ਸਵਾਲ ਪੈਦਾ ਹੋਏ ਨੇ ਕਿ ਸੰਸਾਰਕ ਲੋੜਾਂ ਤਾਂ ਚਾਹੀਦੀਆਂ ਜੀ, ਲੋੜਾਂ ਤੋਂ ਬਿਨਾਂ ਗੱਲ ਨਹੀਂ ਬਣਨੀ। ਕਿਉਂਕਿ ਅਸੀਂ ਅਜੇ ਜਿੱਦਾਂ ਨਾ ਸਟੂਡੈਂਟ ਆ, ਅਸੀਂ ਸਤਿਗੁਰੂ ਜੀ ਤੇਰੇ ਨਵੇਂ ਨਵੇਂ ਚੇਲੇ, ਅਸੀਂ ਅਜੇ ਥੋੜੇ ਜਾਏ, ਛੋਟੀਆਂ ਕਲਾਸਾਂ ਚ ਸੱਚੇ ਪਾਤਸ਼ਾਹ, ਇਸ ਕਰਕੇ ਸਾਨੂੰ ਪਤਾ ਨਹੀਂ ਲੱਗਿਆ ਤੁਸੀਂ ਕਿਹੜੀ ਗੱਲ ਕਰਦੇ। ਇਹ ਗੱਲ ਹੀ ਵੱਡੀ ਫੜ ਲੈਨੇ, ਤਿੰਨ ਗੁਣ, ਰਾਜਗੁਣ, ਤਾਮਗੁਣ, ਸਤਗੁਣ। ਇਹਨੂੰ ਅਰਧ ਹੈ ਕਹਿ ਲਾ। ਛਾੜ, ਤਿੰਨਾਂ ਗੁਣਾਂ ਨੂੰ ਛੱਡ ਦਿੱਤਾ। ਉਰਧ ਜੋ ਆਵਾ, ਜਿਹੜਾ ਤੁਰਿਆ ਚ ਆ ਗਿਆ। ਜਦੋਂ ਹੀ ਅਸੀਂ ਤਿੰਨਾਂ ਗੁਣਾਂ ਨੂੰ ਛੱਡਿਆ, ਅਸੀਂ ਤੁਰਿਆ ਚ ਆਏ, ਤੋਂ ਅਰਧ ਹੈ ਉਰਧ ਮਿਲਿਆ ਸੁਖ ਪਾਵਾ। ਜਿਹੜਾ ਤਿੰਨਾਂ ਗੁਣਾਂ ਵਿੱਚ ਰਹਿਣੇ ਵਾਲਾ ਸੀ ਇਹ ਜੀਵ, ਉਰਧ ਵਿੱਚ ਆ ਗਿਆ। ਜਦੋਂ ਹੀ ਤੁਰਿਆ ਚ ਆਇਆ, ਉਹਦੇ ਮਿਲਿਆ ਤੇ ਸੁਖ ਪਾਇਆ। ਉਹਨੂੰ ਮਿਲਣ ਤੋਂ ਬਿਨਾਂ ਸੁਖ ਦੀ ਪ੍ਰਾਪਤੀ ਨਹੀਂ ਹੈ। ਜਦੋਂ ਮਿਲੂਗਾ ਅਭੇਦੁ ਫੇ ਸੁਖ ਹੈ, ਨਹੀਂ ਤਾਂ ਉਦਾਂ ਦਾ ਜੀ ਦੁੱਖੇ ਦੁੱਖ। ਸਾਰਾ ਸੰਸਾਰ ਫਸਿਆ ਪਿਆ, ਕੋਈ ਪਾਪ ਕਰ ਲੈਂਦੇ ਹੈ, ਫਿਰ ਪੁੰਨ ਕਰ ਲੈਂਦੇ ਹੈ, ਤੇ ਉਹ ਪਾਪ ਪੁੰਨ ਵਿੱਚ ਹੀ ਸਾਰਾ ਸੰਸਾਰ ਖੱਚਤ ਹੋਇਆ ਪਿਆ। ਨਾ ਪੁੰਨ ਰਹਿੰਦੇ ਨੇ, ਨਾ ਪਾਪ ਲੈਂਦੇ ਨੇ। ਫਾਇਦਾ ਕੀ? ਪਾਪ ਦਾ ਫਲ ਦੁੱਖ ਭੋਗ ਲਿਆ, ਪੁੰਨ ਦਾ ਫਲ ਸੁਖ ਭੋਗ ਲਿਆ। ਭੋਗੇ ਤਾਂ ਦੋਨੇ ਹੀ ਗਏ ਹਨ, ਭੋਗੇ ਤਾਂ ਦੋਨੇ ਹੀ ਗਏ। ਸੋ ਇਸ ਕਰਕੇ ਸੋ ਇਹਦੇ ਵਿੱਚ ਨਹੀਂ ਵੀ ਕਦੀ ਪੁੰਨ ਬਣਾ ਲਿਆ, ਕਦੀ ਪਾਪ ਕਰਨਾ ਨਹੀਂ। ਪੁੰਨ ਪਾਪ ਕਰਨਾ ਨਹੀਂ, ਤੇ ਪੁੰਨ ਵਧਾਈ ਜਾਣੀ, ਤੇ ਪੁੰਨਾਂ ਦਾ ਇਸਤੇਮਾਲ ਜਿਹੜਾ ਕਰਨਾ ਉਹ ਬੰਦਗੀ ਕਰਨ ਵਾਸਤੇ ਕਰਨਾ। ਪੈਸਾ ਕਮਾਉਣਾ ਬੜੇ ਜਾਣਦੇ ਨੇ, ਪਰ ਪੈਸੇ ਨੂੰ ਸਹੀ ਤਰੀਕੇ ਨਾਲ ਵਰਤਣਾ ਇਹ ਘੱਟ ਜਾਣਦੇ ਨੇ। ਜਿਹਨੂੰ ਪੈਸਾ ਵਰਤਣਾ ਆ ਜਾਂਦਾ ਉਹ ਫਿਰ ਹੋਰ ਅਮੀਰ ਬਣਦਾ। ਜਿਹਨੂੰ ਪੁੰਨ ਵਰਤਣੇ ਆ ਜਾਂਦੇ ਨੇ, ਇੱਕ ਤਾਂ ਪੁੰਨ ਵਧਣਗੇ, ਦੂਜਾ ਉਹਦੀ ਬੰਦਗੀ ਹੋਵੇਗੀ, ਉਹਨੂੰ ਲਿਵ ਦੀ ਦਾਤ ਪ੍ਰਾਪਤ ਹੋਵੇਗੀ। ਤੇ ਏਦਾਂ ਇਹ ਫਰਕ ਇਹ ਸਮਝ ਲੈਣਾ ਜੀ। ਕਿੰਨਾ ਕੁ ਆਪਾਂ ਸਮਝਦੇ, ਹਰੇਕ ਨੇ ਆਪੋ ਆਪਣੀ ਅਵਸਥਾ ਨਾਲ ਸਮਝ ਪੈਣੀ ਹੈ। ਉਮੀਦ ਹੈ ਵੀ ਇਹ ਗੱਲ ਸਮਝ ਵਿੱਚ ਆ ਗਈ ਹੋਵੇਗੀ। ਅੱਗੇ ਅੱਖਰ ਹੈ ਜੀ ਨੰਨਾ। ਨੰਨਾ ਨਿਸ ਦਿਨ ਨਿਰਖਤ ਜਾਏ। ਨੰਨੇ ਅੱਖਰ ਦੁਆਰਾ ਕਹਿ ਰਹੇ ਨੇ, ਨਿਸ ਰਾਤ ਨੂੰ ਕਿਹਾ ਜਾਂਦਾ, ਦਿਨ ਦਿਨ ਪਤਾ ਸਾਰੇ ਨੂੰ ਜੀ। ਤੇ ਏਦਾਂ ਨਿਰਖਤ ਹੁੰਦਾ, ਨਿਕਲ ਜਾਣਾ, ਜਾਈ ਚਲਾ ਗਿਆ, ਨਿਕਲਦਾ ਜਾਈ ਜਾਂਦਾ, ਨਿਕਲਦਾ ਜਾ ਰਿਹਾ ਹੈ। ਨਿਰਖ ਜਾਈ, ਨਿਕਲਦਾ ਜਾਈ ਜਾਂਦਾ, ਏਦਾਂ ਕਰੋ ਨਾ। ਦਿਨ ਚੜ੍ਹਦਾ ਆ ਕਿ ਦਿਨ ਤੇ ਪਕੜ ਹੋਈ ਕਿਸੇ ਦੀ। ਇੱਡੀ ਸਾਇੰਸ ਵੱਧ ਗਈ ਹੈ ਵੀ ਕਿਸੇ ਵੀ ਵਿਗਿਆਨੀ ਨੇ ਕਦੀ ਸੂਰਜ ਨੂੰ ਪਕੜਿਆ? ਹਾਂਜੀ, ਤੇ ਇਹ ਆ ਕਥਾ ਕਹਾਣੀ ਹੈ ਜੀ। ਇੱਕ ਸਤੀ ਵਰਤਾ ਔਰਤ ਨੇ ਸੂਰਜ ਪਕੜ ਲਿਆ ਸੀ, ਹਿੱਲਣ ਨਹੀਂ ਦਿੱਤਾ ਸੂਰਜ, ਕਿਉਂਕਿ ਉਹ ਸਰਾਪੀ ਗਈ ਵੀ ਸਵੇਰ ਹੁੰਦਿਆ ਸਾਰੇ ਤੇਰਾ ਪਤੀ ਮਰ ਜਾਊ। ਕਹਿੰਦੀ ਮੈਂ ਸੂਰਜ ਨਹੀਂ ਚੜ੍ਹਨ ਦਿੰਦੀ। ਦੱਸੋ ਤਾਂ ਫਿਰ ਮਤਲਬ ਉਹ ਬੰਦਗੀ ਵਿੱਚ ਜ਼ਿਆਦਾ ਸ਼ਕਤੀ ਹੈ ਜਾਂ ਵਿਗਿਆਨ ਵਿੱਚ ਜ਼ਿਆਦਾ ਸ਼ਕਤੀ ਹੈ? ਸੂਰਜ ਨੂੰ ਪਕੜ ਲੈਣਾ ਕੋਈ ਮਤਲਬ ਹਿੱਲਣ ਨਹੀਂ ਦੇਣਾ ਕੋਈ ਛੋਟੀ ਜਿਹੀ ਗੱਲ ਹੈ। ਸੋ ਇਹ ਕਥਾਵਾਂ ਹੋਈਆਂ ਆ ਤੇ ਬਣੀਆਂ ਹੋਈਆਂ। ਤੇ ਜੇ ਕਹੀਏ ਹੋ ਨਹੀਂ ਸਕਦਾ, ਅੱਜ ਵੀ ਬਹੁਤ ਕੁਝ ਹੁੰਦਾ ਪਿਆ। ਜੇ ਅੱਜ ਕਹੀਏ ਅੱਜ ਨਹੀਂ ਹੁੰਦਾ ਨਾ, ਅੱਜ ਵੀ ਬੜਾ ਕੁਝ ਹੁੰਦਾ ਪਿਆ। ਪਰ ਏਦਾਂ ਵੀ ਉਹ ਸਾਨੂੰ ਪਤਾ ਨਹੀਂ ਲੱਗਦਾ। ਅਸੀਂ ਕਹਿੰਦੇ ਵੀ ਆ ਇਹ ਹੋ ਗਿਆ, ਨਹੀਂ, ਉਹ ਕਰਨੇ ਵਾਲੇ ਬੈਠੇ ਨੇ ਜਿਹੜੇ ਕਰ ਜਾਂਦੇ ਨੇ।
ਤੇ ਉਹਨਾਂ ਨੂੰ ਨਾ ਆਪਣਾ ਕਰਨ ਦੀ ਕੀ ਲੋੜ ਹੈ ਜੀ। ਉਹਨਾਂ ਦਾ ਦੇਖਿਆ ਵੀ ਆ ਲੋਕਾਂ 'ਚ ਹਾਹਾਕਾਰ ਮਚੀ ਪਈ ਹੈ, ਤੇ ਬਸ ਉਹ ਜਿਹੜਾ ਕੰਮ 100 ਵਿਗਿਆਨਕ ਰਲ ਕੇ ਨਹੀਂ ਕਰ ਸਕਦੇ, ਇੱਕ ਇਕੱਲਾ ਭਗਤ ਕਰ ਸਕਦਾ, ਤੇ ਉਹਨਾਂ ਨੂੰ ਅੱਗੇ ਆਉਣ ਦੀ ਲੋੜ ਨਹੀਂ ਹੁੰਦੀ। ਏਦਾਂ ਦੇ ਬੈਠੇ ਬੰਦਗੀ ਵਾਲੇ ਕਹਿੰਦੇ ਦਿਨ ਵੀ ਤੇ ਰਾਤ ਵੀ ਨਿਕਲਦੇ ਜਾ ਰਹੇ ਨੇ, ਦਿਨ ਤੇ ਪੈਰ, ਪੈਰ ਤੇ ਘੜੀਆਂ, ਆਪ ਘਟੈ। ਫਿਰ ਜੇ ਦਿਨ ਰਾਤ ਨਿਕਲਦੇ ਤਾਂ ਉਮਰ ਤਾਂ ਘਟਣੀ ਹੈ। ਆਪ ਘਟੈ, ਉਮਰ ਘਟਦੀ ਤੇ ਅਸਰ ਕਿਤੇ ਪੈਂਦਾ, ਕਹਿੰਦੇ ਸਰੀਰ ਤੇ, ਤਨ ਸੀਜੈ, ਸੀਜੈ ਤਾਂ ਕਮਜ਼ੋਰ ਹੋਣਾ। ਕਾਲ ਅਹੇਰੀ ਫਿਰੇ ਬਦਕ ਜਿਉ, ਕਹੋ ਕਵਨ ਬਿਦ ਕੀਜੈ, ਸੋ ਦਿਨ ਆਵਨ ਲਾਗਾ ਭਾਈ, ਮਾਤ ਪਿਤਾ ਭਾਈ ਸੁਤ ਬਨਤਾ। ਇਹਨਾਂ ਚ ਕਿਸੇ ਨੇ ਨਹੀਂ ਤੇਰੇ ਨਾਲ ਖੜਨਾ, ਕੋਈ ਖੜੂਗਾ? ਕੋਈ ਨਹੀਂ ਖੜੂਗਾ। ਕਹਿੰਦੇ ਮੰਨ ਲਓ ਉਹ ਦਿਨ ਨੇੜੇ ਆਈ ਜਾ ਰਿਹਾ, ਕਿਹੜਾ? ਮੌਤ ਦਾ ਉਹ ਦਿਨ ਆ ਜਾਂਦਾ। ਦਿਨ ਵੀ ਬੀਤੀ ਰਾਤ, ਤੇ ਮੈਂ ਕੀਤਾ ਕੀ ਹੈ? ਮੈਂ ਕੁਝ ਵੀ ਨਹੀਂ ਕੀਤਾ ਜੀ। ਦਿਨੇ ਨੂੰ ਧੰਦਿਆਂ 'ਚ ਪਿਆ ਰਿਹਾ, ਰਾਤ ਨੂੰ ਸੌਂ ਕੇ ਗਵਾ ਲਏ। ਦਿਨ ਗਵਾਇਆ ਖਾਈ ਕੈ, ਤੇ ਰਹਿਣ ਗਵਾਈ ਸੋਏ। ਹਾਂਜੀ, ਰਹਿਣ ਗਵਾਈ ਸੋਏ ਕੇ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ, ਜਾਂ ਵਿਕਾਰ ਭੋਗ ਕੇ ਗਵਾ ਲਿਆ, ਹਨਾ। ਆਹ ਸਿਸਟਮ ਚੱਲਦਾ। ਹੁਣ ਕੀ ਹੈ ਅਗਲਾ ਬਚਨ? ਨਿਰਖਤ ਨੈਣ ਰਹੇ ਰਤਵਾਈਸੀ, ਕਰਨਾ ਕੀ? ਪਕੜ ਤਾਂ ਸਕਦੇ ਨਹੀਂ। ਨਾ ਗੁਰਮਤ ਕਹਿ ਰਹੀ ਹੈ ਰਾਤ ਨੂੰ ਪਕੜਨਾ, ਨਾ ਗੁਰਮਤ ਕਹਿ ਰਹੀ ਹੈ ਦਿਨ ਨੂੰ ਪਕੜਨਾ। ਤੇ ਵੀ ਕੰਮ ਕਰਦੇ ਆ, ਮਾਨਸ ਜਾਤੀ ਹੈ, ਤੇ ਧੰਦੇ ਵੀ ਕਰਨੇ ਆ। ਨਹੀਂ, ਤੂੰ ਇੱਕ ਕੰਮ ਕਰਨਾ। ਕਬੀਰ ਸਾਹਿਬ ਜੀ ਦੇ ਕਰਨਾ ਕੀ ਹੈ? ਕਹਿੰਦੇ ਵੀ ਇਹ ਜਿਹੜੇ ਦਿਨ ਨਿਕਲਦਾ ਤੇ ਰਾਤ ਵੇਖਦੀ ਆ, ਵੀ ਇਹਨੂੰ ਤੱਕਣਾ ਆ। ਕਮਾਲ ਹੋ ਗਈ, ਤੱਕਦੇ ਤਾਂ ਪਸਾਰੀਆਂ ਵੀ, ਕਿ ਦਿਨ ਨੂੰ ਨਹੀਂ ਤੱਕਦੇ, ਪਰ ਘੜੀ ਬਾਰ-ਬਾਰ ਵੇਖਦੇ ਆ। ਇੰਨਾ ਟਾਈਮ ਹੋ ਗਿਆ ਜੀ, ਦੁਪਹਿਰ ਦੇ 12 ਵੱਜ ਗਏ ਜੀ, ਹੁਣ 2 ਵੱਜ ਗਏ, 3 ਵੱਜ ਗਏ, ਹਨਾ। ਤੇ ਰਾਤ ਨੂੰ ਵੀ ਆਪਾਂ ਘੜੀ ਤੱਕਦੇ ਆ। ਇੰਨੀ ਰਾਤ ਪੈ ਗਈ ਵੀ ਸੌਣਾ, ਸਵੇਰੇ ਇੰਨੇ ਦਾ ਅਲਾਰਮ ਲਾਉਣਾ ਵੀ ਕੰਮ ਤੇ ਜਾਣਾ। ਕੀ ਆਪਾਂ ਰਾਤ ਨਹੀਂ ਤੱਕਦੇ? ਕੀ ਆਪਾਂ ਦਿਨ ਨਹੀਂ ਤੱਕਦੇ? ਹਾਂਜੀ। ਤੇ ਇਹ ਹੈ ਨਿਰਖਤ ਨੈਣ ਰਹੇ ਰਤਵਾਈ। ਇਹ ਤੱਕਣ ਦਾ ਤਰੀਕਾ ਦੱਸਿਆ। ਲੈ ਹੁਣ ਇੱਥੇ ਫਰਕ ਪਿਆ। ਕਿੱਦਾਂ ਤੱਕਣਾ? ਕਹਿੰਦੇ ਰਤਵਾਈ। ਰਤਵਾਈ ਦਾ ਅਰਥ ਰੱਤੇ ਹੋਏ ਨੈਣ ਹੋ ਜਾਣੇ ਚਾਹੀਦੇ ਹਨ ਤੇਰੇ। ਇਹ ਨੇਤਰ, ਇਹ ਰੱਤੇ ਹੋਏ ਕਿੱਦਾਂ ਹੁੰਦੇ ਆ ਜੀ? ਜੇ ਅਸੀਂ ਸਾਡਾ ਕਿਸੇ ਨਾ ਸੰਸਾਰ ਦੇ ਵਿੱਚ, ਹੁਣ ਪਿਆਰ ਸ਼ਬਦ ਜਿਹੜਾ ਹੈਗਾ ਤਾਂ ਉਹੀ ਚੀਜ਼ ਹੈ ਜੀ। ਜੇ ਜਿਹੜਾ ਸੰਸਾਰਿਕ ਪਿਆਰ ਹੁੰਦਾ ਹੈ, ਹਨਾ, ਜਿਹੜਾ ਸਾਡਾ ਪਿਆਰਾ ਹੈ, ਹੁਣ ਉਹਨੂੰ ਮੇਰੀਆਂ ਅੱਖਾਂ ਤੱਕਦੀਆਂ ਪਈਆਂ, ਪਰ ਮੇਰੇ ਪਿਆਰੇ ਦੇ ਦਰਸ਼ਨ ਨਹੀਂ ਹੋ ਰਹੇ। ਉਹਦਾ ਸੁਨੇਹਾ ਮਿਲਦਾ ਹੈ, ਉਹਦੇ ਰਾਹ ਤੱਕਦਿਆਂ ਆਸ ਬਤਾਵਣੀ ਕੋਈ ਸੁਨੇਹਾ ਮਿਲਦਾ ਕਿ ਮੈਂ ਆਉਣਾ, ਤੈਨੂੰ ਮਿਲਣਾ, ਤੇ ਨੇਤਰ ਉਹਦੇ ਰਾਸਤੇ ਤੇ ਵਿਛ ਗਏ। ਉਹ ਅੱਖਾਂ ਨੂੰ ਰਤਵਾਈ ਕਿਹਾ ਜਾਂਦਾ। ਉਡੀਕ ਦੇ ਵਿੱਚ ਪਏ ਹੋਏ ਨਿਤ, ਉਹਨੂੰ ਕਿਹਾ ਜਾਂਦਾ ਰਤਵਾਈ। ਉਡੀਕ ਕਿਸ ਦੀ? ਆਪਣੇ ਪਿਆਰੇ ਦੀ। ਆਸ ਹੈ, ਉਡੀਕ ਹੈ। ਏਦਾਂ ਹੈ ਨਾ, ਆਪਾਂ ਦਿਨ ਵੀ ਏਦਾਂ ਲਗਾਉਣਾ, ਰਾਤ ਵੀ ਏਦਾਂ ਲਗਾਉਣੀ ਹੈ ਵੀ ਅਕਾਲ ਪੁਰਖ ਪਰਮਾਤਮਾ ਦੇ ਦਰਸ਼ਨਾਂ ਦੀ ਉਡੀਕ। ਮੈਂ ਦਰਸ਼ਨ ਸ਼ਬਦ ਪਹਿਲੋਂ ਵਰਤਿਆ। ਉਂਝ ਜਿਹੜਾ ਦਰਸ਼ਨ ਚੀਜ਼ ਹੈ ਨਾ ਜੀ, ਦਰਸ਼ਨ ਆਪਾਂ ਜੇ ਬਾਣੀ ਨੂੰ ਧਿਆਨ ਦੇ ਨਾਲ ਸੁਣ ਲਈਏ, ਇਹਨੂੰ ਵੀ ਦਰਸ਼ਨ ਆਖਿਆ ਹੋਇਆ। ਗਿਆਨ ਨੂੰ ਵੀ ਦਰਸ਼ਨ ਆਖਿਆ ਹੋਇਆ। ਸਮਝ ਲਿਓ ਜੀ ਗੱਲ। ਜਿਹੜਾ ਗਿਆਨ ਹੈ, ਜਿੱਦਾਂ ਆਪਾਂ ਤਾਂ ਇਹ ਸਮਝਦੇ ਵੀ ਹਾਂ ਵੀ ਬਾਣੀ ਪੜ੍ਹ ਲਈ, ਅੱਖਾਂ ਪੜ੍ਹ ਲਈ, ਇਹਦੇ ਵਿਆਕਰਨ ਅਰਥ ਸਮਝ ਲੈ ਤੇ ਗਿਆਨ ਹੋ ਗਿਆ। ਨਹੀਂ ਭਾਈ, ਇਸ ਨੂੰ ਵੀ ਜਦੋਂ ਬਾਣੀ ਨੂੰ ਆਪਾਂ ਸਮਝਦੇ ਆ, ਇਹਨੂੰ ਵੀ ਦਰਸ਼ਨ ਆਖਿਆ। ਨਹੀਂ ਤਾਂ ਕਦੀ ਵੀ ਛੇ ਦਰਸ਼ਨ ਨਾ ਕਿਹਾ ਜਾਂਦਾ। ਆਉਂਦਾ ਨਾ ਛੇ ਦਰਸ਼ਨ, ਜਿਹੜੇ ਖਟ ਸ਼ਾਸਤਰ, ਛੇ ਸ਼ਾਸਤਰ ਸੀ, ਉਹਨਾਂ ਨੇ ਅਸਲ 'ਚ ਛੇ ਦਰਸ਼ਨ ਕਿਹਾ ਹੋਇਆ ਜੀ। ਤੁਸੀਂ ਦੇਖੋ ਤੇ ਪਹਿਲੋਂ ਗਿਆਨ ਦੀ ਪੋਥੀ ਨੂੰ ਦਰਸ਼ਨ ਕਿਹਾ ਜਾਂਦਾ ਸੀ। ਜਿਹੜਾ ਗਿਆਨ ਦੀ ਪੋਥੀ ਹੁੰਦੀ ਉਹਨੂੰ ਦਰਸ਼ਨ, ਵੀ ਦਰਸ਼ਨ ਹੀ ਹੋ ਗਿਆ ਜੀ। ਜਦੋਂ ਗਿਆਨ ਹਨਾ ਸਮਝ ਵਿੱਚ ਆ ਗਿਆ, ਦਰਸ਼ਨ ਫੇਰ ਹੈ। ਹੁਣ ਸਮਝ ਦਰਸ਼ਨ ਹੋਇਆ। ਦੇਖੋ ਫੇਰ ਸਮਝ ਹੋ ਜੀ। ਹੁਣ ਆਪਾਂ ਨੂੰ ਕੋਈ ਬੰਦਾ ਮਿਲਦਾ ਹੈ, ਹਨਾ, ਤੇ ਸਾਡੀ ਯਾਦ ਚੋਂ ਵਿਸਰਿਆ ਹੋਇਆ, ਤੇ ਜਦੋਂ ਉਹ ਫਿਰ ਹਵਾਲਾ ਦਿੰਦਾ, ਆਪਾਂ ਫਲਾਨੀ ਜਗ੍ਹਾ ਮਿਲੇ ਸੀ, ਮੇਰਾ ਆਹ ਨਾਂ ਆ, ਜਗ੍ਹਾ ਦੱਸਦਾ, ਟਾਈਮ ਦੱਸਦਾ। ਹੁਣ ਸਮਝ ਆਈ,
ਸਮਝ ਫਿਰ ਹਾਂ ਕਹਿਣਾ ਮੈਨੂੰ ਪਤਾ ਲੱਗ ਗਿਆ ਜੀ, ਫਿਰ ਸਮਝ ਨੂੰ ਦਰਸ਼ਨ ਕਿਹਾ ਜਾਂਦਾ। ਗਿਆਨ, ਇਸ ਗੱਲ ਨੂੰ ਸਮਝ ਲਓ ਜੀ, ਗਿਆਨ ਦਰਸ਼ਨ ਹੈ, ਸਮਝ ਨੂੰ ਦਰਸ਼ਨ ਕਿਹਾ ਜਾਂਦਾ। ਇਸ ਕਰਕੇ ਸੋ ਇਹਨਾਂ ਚੀਜ਼ਾਂ ਦੇ ਉੱਤੇ ਪਕੜ ਕਰਾਂਗੇ ਤਾਂ ਸਾਡਾ ਰਾਹ ਸੌਖਾ ਹੈ। ਜੇ ਸਿੱਧਾ ਹੀ ਰੱਬ ਦਾ ਇੱਕ ਰੂਪ ਬਣਾ ਕੇ, ਆ ਜਿਹੜਾ ਮੂਰਤੀਆਂ ਦਾ ਸਿਸਟਮ ਕਿਉਂ ਚੱਲਿਆ ਜੀ, ਆਪਾਂ ਇੱਕ ਰੱਬ ਦਾ ਰੂਪ ਮੰਨ ਕੇ ਬਹਿ ਗਏ, ਤੇ ਜਿਹੜੇ ਪਖੰਡੀ ਲੋਕ ਸੀ ਜਿਨ੍ਹਾਂ ਨੇ ਫਿਰ ਸਾਡੀ ਸ਼ਰਧਾ ਦਾ ਫਾਇਦਾ ਉਠਾਇਆ, ਉਹਨਾਂ ਨੇ ਰੱਬ ਦੀਆਂ ਮੂਰਤੀਆਂ ਬਣਾ ਲਈਆਂ। ਰੱਬ ਘੜ ਲਿਆ ਵੀ ਇਦਾਂ ਦਾ ਰੱਬ ਹੁੰਦਾ ਜੀ, ਤੇ ਬਣਾਈ ਇਦਾਂ ਦਾ ਰੱਬ ਦਾ ਹੋ ਕਿ ਇਨਸਾਨ ਹੋਵੇ ਨਾ, ਉਹਦੀਆਂ 6-6 ਬਾਹਾਂ ਲਾ ਦੋ, ਇੰਨੇ ਸਿਰ ਲਾ ਦੋ। ਹੁਣ ਜੇ ਇਹੋ ਜਿਹਾ ਬੰਦਾ ਆਪਣੇ ਵਿੱਚ ਆ ਜਾਏ ਤਾਂ ਆਪਾਂ ਤੁਹਾਨੂੰ ਬੁਲਾ ਹੀ ਕਹਿਣਾ। ਇੱਕ ਭਗਤ ਨੇ, ਚਲੋ ਇਹ ਵੀ ਗੱਲ ਸਾਂਝੀ ਕਰਦੇ ਆ, ਖੱਡੀ ਦਾ ਕੰਮ ਕਰਦਾ ਸੀ, ਖੱਡੀ ਹੈ ਨਾ, ਖੱਡੀ ਲਾਉਂਦਾ ਤੇ ਕਬੀਰ ਦੀ ਕੁੱਲ ਵਿੱਚੋਂ ਸੀ। ਤੇ ਉਂਝ ਵੈਸੇ ਜਲਾਹਾ ਸ਼ਬਦ ਬੜਾ ਵੱਡਾ ਹੈ, ਜੋ ਲਾਹਾ, ਜਿਹੜੇ ਮਨੁੱਖਾ ਦੇਹੀ ਦਾ ਲਾਹਾ ਲੈਂਦੇ ਨੇ ਉਹਨਾਂ ਨੂੰ ਜੋ ਲਾਹਾ ਕਿਹਾ ਜਾਂਦਾ। ਤੇ ਫਿਰ ਆ ਸਿਸਟਮ ਚਲੋ ਨਾਲ ਰੱਬ ਨੇ ਕੋਈ ਜਾਤੀ ਨਹੀਂ ਬਣਾਇਆ, ਵੀ ਦੋ ਜਾਤਾਂ ਬਣਾਈਆਂ, ਇੱਕ ਔਰਤ ਦੀ ਇੱਕ ਮਰਦ ਦੀ। ਪਰਮਾਤਮਾ ਨੇ ਬਿਲਕੁਲ ਕੋਈ ਜਾਤ ਨਹੀਂ ਬਣਾਈ, ਕੰਮਾਂ ਦੇ ਹਿਸਾਬ ਨਾਲ ਜਾਤੀਆਂ ਬਣਾ ਦਿੱਤੀਆਂ ਗਈਆਂ। ਅੱਛਾ, ਉਹ ਬੰਦਗੀ ਕਰੇ ਰੱਬ, ਉਹਦਾ ਦੇਵਤਾ ਪ੍ਰਸੰਨ ਹੋਇਆ, ਕਹਿੰਦਾ ਦੱਸ ਕੀ ਮੰਗਦਾ, ਵਰ ਵੀ ਤਾਂ ਮੰਗਣਾ, ਗਿਆਨ ਤੋਂ ਬਿਨਾਂ ਤਾਂ ਵਰ ਵੀ ਨਹੀਂ ਮੰਗਿਆ ਜਾਂਦਾ ਜੀ, ਭਾਵੇਂ ਦੇਵਤਾ ਪ੍ਰਸੰਨ ਹੋ ਜਾਵੇ, ਹਨਾ, ਗਿਆਨ ਤਾਂ ਹੋਣਾ ਚਾਹੀਦਾ। ਗਿਆਨ ਤੋਂ ਬਿਨਾਂ ਅਸੀਂ ਆਪਣਾ ਸਵਾਲ ਹੀ ਨਹੀਂ ਅੱਗੇ ਰੱਖ ਸਕਦੇ, ਵਰ ਮੰਗਣ ਦਾ ਦੂਰ ਦੀ ਗੱਲ ਹੈ। ਗਿਆਨ ਹੋਵੇ ਤਦੇ ਸਵਾਲ ਕਰ ਸਕਦੇ, ਤਦੇ ਪੁੱਛ ਸਕਦੇ। ਗਿਆਨ ਹੋਊਗਾ ਤਾਂ ਦਿੱਤਾ ਆਇਆ ਉੱਤਰ ਸਮਝ ਵਿੱਚ ਆਉਣਾ, ਨੇ ਤਾਂ ਮੇਰੇ ਉੱਤੋਂ ਦੀ ਨਿਕਲ ਜਾਣਾ ਜੀ, ਕਹਿਣਾ ਸਮਝ ਨਹੀਂ ਲੱਗੀ ਜੀ। ਗਿਆਨ ਬਹੁਤ ਵੱਡੀ ਚੀਜ਼ ਹੈ। ਤੇ ਫਿਰ ਉਹ ਕਹਿੰਦੇ ਵੀ ਮੈਂ ਏਦਾਂ ਕਰੋ ਜੀ, ਮੈਂ ਇਕੱਲਾ ਬੰਦਾ ਆ, ਤੇ ਖੱਡੀ ਜਦੋਂ ਮੈਂ ਕਰਦਾ ਤੇ ਮੈਨੂੰ ਬੰਦਾ ਨਾਲ ਚਾਹੀਦਾ, ਕੋਈ ਹੱਥ ਨੇੜੇ ਲੱਗਦਾ ਨਹੀਂ ਹੈ, ਤੇ ਮੇਰੀਆਂ 4 ਬਾਹਾਂ ਕਰ ਦੇ, 2 ਸਿਰ ਕਰ ਦੇ, 4 ਲੱਤਾਂ ਕਰ ਦੇ। ਕਹਿੰਦਾ ਫਿਰ ਇਕੱਲਾ ਕੰਮ ਤਾਂ ਕਰੂੰ। ਕਹਿੰਦਾ ਚੰਗਾ ਜੀ। ਤੇ ਉਹਨੇ ਏਦਾਂ 2 ਸਿਰ ਹੋ ਗਿਆ ਜੀ, ਉਹਦੇ 4 ਬਾਹਾਂ ਹੋ ਗਈਆਂ, 4 ਲੱਤਾਂ ਹੋ ਗਈਆਂ। ਕੰਮ ਕੀਤਾ ਉਹਨੇ। ਜਦੋਂ ਵਾਪਸ ਆਇਆ ਨਾ ਘਰ, ਲੋਕੀ ਕਹਿੰਦੇ ਤਾਂ ਬੁਲਾ ਗਏ, ਟਿੱਟਾਂ ਮਾਰ ਕੇ ਉਹਨੂੰ ਮਾਰ ਦਿੱਤਾ। ਇੱਥੇ ਮਤਲਬ ਅਸੀਂ ਬਣਾਵਟਾਂ ਦਾ ਰੱਬ ਦਿੱਤਾ ਵੀ, ਮਤਲਬ ਉਹ ਮਨੁੱਖ ਨਹੀਂ ਹੈ ਜੀ, ਹੋ ਰਿਹਾ ਕੋਈ ਨਹੀਂ ਭਾਈ। ਸੋ ਜਦੋਂ ਫਿਰ ਰੱਬ ਦੀ ਸਿੱਧੀ ਗੱਲ ਕਰਨ ਦੇ ਨਾਲੋਂ ਆਪਣੀ ਸਟੈਪ ਬਾਈ ਸਟੈਪ ਕਰਾਂਗੇ ਤੇ ਫਿਰ ਸਾਨੂੰ ਰੱਬ ਦੀ ਸੋਝੀ ਵੀ ਛੇਤੀ ਆਵੇ। ਹੁਣ ਦਰਸ਼ਨ ਦੀ ਗੱਲ ਚਲੋ ਚੱਲਦੀ, ਤੇ ਕਦੀ ਵੀ ਆਪਣੇ ਰਿਸ਼ੀ ਮੁਨੀ ਸ਼ਾਸਤਰਾਂ ਦਾ ਨਾ ਦਰਸ਼ਨ ਨਾ ਰੱਖਦੇ ਜੇ ਗਿਆਨ ਨੂੰ ਦਰਸ਼ਨ ਨਾ ਕਹਿੰਦੇ। ਉਹਨਾਂ ਨੇ ਦਰਸ਼ਨ ਮਤਲਬ ਕਿ ਦਰਸ਼ਨ ਪਰਸ਼ੀਆ ਗੁਰੂ ਕੇ ਕਿਹਨੂੰ ਕਿਹਾ ਜੀ। ਹੁਣ ਦੇਖੋ ਮਹਾਰਾਜ ਕਹਿੰਦੇ, ਦੇਖੋ ਸਮਝੋ ਜੀ ਸ਼ਬਦ ਨੂੰ, ਕਹਿੰਦੇ ਦਰਸ਼ਨ ਪਰਸ਼ੀਆ ਗੁਰੂ ਕੇ। ਇੱਕ ਤਾਂ ਕਹਿ ਦਿੱਤਾ ਜਨਮ ਮਰਨ ਦੁੱਖ ਜਾਏ, ਇੱਕ ਕਹਿ ਦਿੱਤਾ 68 ਮੱਜਨ ਹੋਏ। ਤੇ ਜੇ ਹੁਣ ਕੱਲਾ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਦਰਸ਼ਨ ਹੈ, ਆਪਾਂ ਕਿੰਨੇ ਜਾਣੇ ਕਰਦੇ, ਕਿੰਨਿਆਂ ਦਾ ਜਨਮ ਮਰਨ ਕੱਟਿਆ ਗਿਆ, ਕਿੰਨਿਆਂ ਨੂੰ 68 ਤੀਰਥਾਂ ਦਾ ਮਹੱਤਵ ਪ੍ਰਾਪਤ ਹੋ ਗਿਆ ਜੀ। ਸੇਵਾ ਕਰਦੇ ਆ, ਪ੍ਰਕਾਸ਼ ਕਰਨੇ, ਸੁਖਾਸਣ ਕਰਨਾ, ਇੱਕ ਪੱਖ ਹੀ ਆਪਾਂ ਲੈ ਰਹੇ ਹਾਂ, ਇਹਨੂੰ ਦੂਜੇ ਪਾਸੇ ਨਹੀਂ ਜੀ ਲੈ ਕੇ ਜਾਣਾ। ਮਨੂ ਪ੍ਰਾਪਤੀ ਹੁੰਦੀ ਹੈ ਉਸ ਵੇਲੇ, ਜਿਹਦਾ ਜੰਮਣਾ ਮਰਨਾ ਕਟਿਆ ਜਾਂਦਾ, ਉਹਦੀਆਂ ਤਾਂ ਆਦਤਾਂ ਹੀ ਬਦਲ ਜਾਂਦੀਆਂ। ਹੁਣ ਤੀਰਥਾਂ ਤੇ ਇਸ਼ਨਾਨ ਕਰਦਾ ਮਤਲਬ ਹੁੰਦਾ ਪਾਪ ਖਤਮ ਹੋ ਗਏ। ਤੇ ਜਿਹਦੇ ਪਾਪ ਖਤਮ ਹੁੰਦੇ ਉਹਦੇ ਅੰਦਰ ਕ੍ਰਾਂਤੀ ਪਤਾ ਕਿੱਦਾਂ ਦੀ ਆ ਜਾਂਦੀ, ਉਹ ਟੋਟਲੀ ਚੇਂਜ ਹੋ ਜਾਂਦਾ, ਟੋਟਲੀ ਜਿਹਦੇ ਅੰਦਰ ਪਾਪ ਖਤਮ ਹੋ ਜਾਂਦੇ ਹੈ। ਇੱਥੇ ਦਰਸ਼ਨ ਨੂੰ ਸਮਝ ਨਹੀਂ ਸਕੇ, ਪਰਸਨ ਨੂੰ ਸਮਝ ਨਹੀਂ ਸਕੇ। ਪਰਸਨ ਹੁੰਦਾ ਛੂ, ਟੱਚ ਕਰਨਾ, ਉਹ ਅੰਦਰਲਾ ਸਿਸਟਮ। ਦਰਸ਼ਨ ਹੋ ਗਿਆ ਗਿਆਨ, ਜੋ ਗੁਰੂ ਦੇ ਵਿੱਚ ਗਿਆਨ ਲਿਖਿਆ, ਮੈਂ ਉਸ ਨੂੰ ਜਦੋਂ ਸਮਝਿਆ, ਉਹ ਸਮਝ ਮੇਰੇ ਅੰਦਰ ਨੂੰ ਛੂ ਗਈ। ਜਦੋਂ ਹੈ ਨਾ, ਜਦੋਂ ਉਹ ਸਮਝ, ਉਹ ਗਿਆਨ ਮੇਰੇ ਅੰਦਰ ਨੂੰ ਜਦੋਂ ਛੂ ਗਿਆ, ਉਨਕਾ ਪਰਸਨ ਕਹਿੰਦੇ ਜਨਮ ਮਰਨ ਆਇਆ। ਕਿੰਨਾ ਟਾਈਮ ਲੱਗਾ, 68 ਮੱਜਨ ਹੋਏ, ਕ੍ਰਾਂਤੀ ਆ ਗਈ ਅੰਦਰ, ਸਿਸਟਮ ਸਾਰਾ ਬਣ ਗਿਆ, ਹੈ ਨਾ। ਸੋ ਇਸ ਕਰਕੇ ਇਹ ਦਰਸ਼ਨ ਸ਼ਬਦ ਤੋਂ ਭਾਵ ਹੁੰਦਾ ਜੀ ਗਿਆਨ। ਸੋ ਇਸ ਗੱਲ ਨੂੰ ਸਮਝ ਲਓ। ਹੁਣ ਇਹ ਜਿਹੜਾ ਨੰਨਾ ਅੱਖਰ ਚੱਲਦਾ ਨਾ ਜੀ, ਨਿਰਖਤ ਨੈਣ ਰਹੇ ਰਤਵਾਈ, ਗੱਲ ਚੱਲਦੀ ਸੀਗੀ ਜੀ। ਰਤਵਾਈ, ਅੱਖਾਂ ਦੇ ਵਿੱਚ ਉਡੀਕ, ਅੱਖਾਂ ਦੇ ਵਿੱਚ ਉਡੀਕ ਕਿਹਦੀ, ਆਪਣੇ ਪਿਆਰੇ ਦੀ। ਉਹ ਉਡੀਕਦਿਆਂ ਫੇਰ ਕੀ ਹੁੰਦਾ, ਆਸ ਬਣੀ ਹੋਈ ਹੈ, ਮੈਂ ਉਡੀਕ ਕਰਦਾ ਪਿਆ, ਉਡੀਕਦਿਆਂ ਹੁਣ ਦਰਸ਼ਨ ਦੀ ਗੱਲ ਆ ਗਈ। ਦਰਸ਼ਨ ਦਾ ਗਿਆਨ, ਅੱਜ ਤਾਂ ਗਿਆਨ ਆਊਗਾ ਹੀ ਆ ਗਿਆਨ।
ਮੈਨੂੰ ਰਸ ਆਊਗਾ ਹੀ, ਗਿਆਨ ਆਊਗਾ ਹੀ, ਇਦਾਂ ਸਿਸਟਮ ਨਾ। ਜਿਹੜਾ ਉੱਚ ਪੱਧਰੀ ਗਿਆਨ ਹੈ, ਜਿਹੜਾ ਤੁਰੀਆ ਅਵਸਥਾ ਦਾ ਗਿਆਨ ਹੈ, ਜਿਹੜਾ ਤਿੰਨਾਂ ਗੁਣਾਂ ਤੋਂ ਉੱਪਰਲਾ ਗਿਆਨ ਹੈ, ਮੈਂ ਉਸ ਗਿਆਨ ਦੀ ਹੁਣ ਗੱਲ ਕਰਦਾ ਵੀ ਉਹਦੀ ਮੈਨੂੰ ਸੋਝੀ ਆਵੇਗੀ ਇਦਾਂ ਹਨਾ। ਮੈਂ ਮੇਰੀਆਂ ਅੱਖਾਂ ਤੱਕੀ ਜਾਂਦੀਆਂ ਤੇ ਉਹ ਨਿਰਖਤ ਰਹੇ ਰਤ ਉਹ ਹੋ ਗਈਆਂ, ਉਹ ਚ ਹੋ ਗਈਆਂ ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ। ਕਿਹਨੂੰ ਕਿਹਾ ਹੈ? ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ। ਸੋ ਇਦਾਂ ਮੰਨ ਲਓ ਅੱਖਾਂ ਜਿਹੜੀਆਂ ਰੱਤੀਆਂ ਗਈਆਂ, ਰਤਵਾਈ ਲਾਲੋ ਲਾਲ ਹੋ ਗਈਆਂ, ਮਸਤੀ ਛਾ ਗਈ, ਨਿਰਖਤ। ਫਿਰ ਉਸ ਲਾਲੀ ਨੂੰ ਘਟਣ ਨਹੀਂ ਦੇਣਾ ਆਪਾਂ। ਉਹ ਜਿਹੜੀ ਲਾਲੀ ਪੈ ਗਈ ਨਾ ਆਪਣੇ ਪਿਆਰੇ ਨੂੰ ਵੇਖਣ ਲਈ, ਲਾਲੀ, ਉਹਨੂੰ ਘਟਣ ਨਹੀਂ ਦੇਣਾ। ਤੇ ਕੀ ਆ ਫਿਰ? ਨਿਰਖਤ ਤੱਕਦੇ ਆਂ ਗਿਆਨ ਪ੍ਰਾਪਤ ਕਰਦੇ ਆਂ। ਹੁਣ ਫਿਰ ਇੱਧਰ ਆ ਜਾਓ। ਗਿਆਨ ਪ੍ਰਾਪਤ ਕਰਦੇ ਆਂ ਜਬ ਜਾਏ ਪਾਵਾ, ਜਦੋਂ ਪਾ ਲਿਆ ਤਬ ਲੈ ਨਿਰਖ ਮਿਲਾ। ਨਿਰਖ ਤੱਕਣੇ ਵਾਲਾ, ਜਿਹਨੂੰ ਤੱਕਦਾ ਸੀ। ਦੋਨੇ ਚੀਜ਼ਾਂ ਅਭੇਦ ਹੋ ਗਈਆਂ। ਦੇਖਣੇ ਵਾਲਾ, ਦੇਖਣ ਦੇ ਵਿੱਚ ਅਭੇਦ ਹੋ ਗਿਆ। ਦੇਖਣੇ ਵਾਲੀਆਂ ਅੱਖਾਂ ਜਿਹਨੂੰ ਦੇਖਦੀਆਂ ਸੀ ਹਨਾ, ਜਿਹਨੂੰ ਤੱਕਦੀਆਂ ਸੀ, ਹੁਣ ਉਹਦੇ ਵਿੱਚ ਅਭੇਦ ਹੋ ਗਈਆਂ, ਉਹਦੇ ਵਿੱਚ ਮਿਲ ਗਈਆਂ। ਲੈ ਤੂੰ ਅੱਖਾਂ ਨੂੰ ਰਤਵਾਈ ਅੱਖਾਂ, ਇਹ ਅੱਖਾਂ ਦਰਸ਼ਨਾਂ ਲਈ ਤੂੰ ਤੜਫਦੀ ਸੀ, ਇਹ ਨੇਤਰੋ ਤੁਸੀਂ ਤੜਫਦੇ ਸੀ, ਲੈ ਹੁਣ ਤੁਹਾਨੂੰ ਵਿੱਚ ਹੀ ਅਭੇਦ ਕਰ। ਤੇ ਫਿਰ ਮਜ਼ਾ ਵੀ ਉਦੋਂ ਹੀ ਆਉਂਦਾ, ਟਿਕਾ ਵੀ ਆਉਂਦਾ, ਜਦੋਂ ਇੱਕ ਪ੍ਰੇਮੀ ਆਪਣੇ ਪਿਆਰੇ ਨੂੰ ਪਾ ਲੈਂਦਾ, ਮਿਲ ਲੈਂਦਾ ਤੇ ਗਲਵੱਕੜੀ ਪਾ ਲੈਂਦਾ, ਫਿਰ ਉਹਦੀ ਉਡੀਕ ਖਤਮ ਹੁੰਦੀ। ਇਹ ਹਾਲ ਭਗਤ ਦਾ ਜੀ। ਨੇਤਰਾਂ ਦੇ ਵਿੱਚ ਖਿੱਚ ਸੀ, ਚਾਹਤ ਸੀ, ਤੇ ਜਦੋਂ ਫਿਰ ਗੱਲ ਬਣੀ, ਫਿਰ ਉਹ ਅੱਖੀਆਂ ਉਹਦੇ ਵਿੱਚ ਸਮਾ ਗਈਆਂ। ਇਹ ਗੱਲ ਅਗਲਾ ਪੱਪਾ, ਹੁਣ ਪੱਪਾ ਅੱਖਰ ਆ ਗਿਆ ਜੀ। ਅਪਰ ਪਾਰ ਨਹੀਂ ਪਾਵਾ, ਅਕਾਲ ਪੁਰਖ ਪਰਮਾਤਮਾ ਦਾ ਪਾਰਾਵਾਰ ਨਹੀਂ ਹੈ। ਉਹਨੂੰ ਸਮੁੰਦਰ ਕਹਿ ਲਓ, ਉਹਨੂੰ ਆਕਾਸ਼ ਕਹਿ ਲਓ, ਹੋਰ ਕਹਿੰਦੀ। ਹਾਲਾਂਕਿ ਏਦਾਂ ਦੇ ਕਈ ਆਕਾਸ਼ ਬਾਬੇ ਨਾਨਕ ਨੂੰ ਸੁਣੋ, ਕਹਿੰਦੇ ਲੱਖ ਆਕਾਸ਼ਾਂ, ਆਕਾਸ਼ ਪਤਾਲਾਂ ਪਤਾਲ। ਤੇ ਹੁਣ ਮਿਸਾਲ ਵੀ ਕਿਹਦੇ ਨਾਲ ਦਈਏ ਹਨਾ, ਕਿਹਦੇ ਨਾਲ ਮਿਸਾਲ? ਪਰ ਇੱਕ ਸ਼ਬਦ ਵਰਤੇ ਜੀ, ਅਪਰ ਪਾਰ, ਜਿਹਦਾ ਪਾਰਾਵਾਰ ਹੀ ਕੋਈ ਪਾ ਨਹੀਂ ਸਕਿਆ। ਪੱਪਾ ਅੱਖਰ ਇਹ ਸਾਨੂੰ ਕਹਿ ਰਿਹਾ। ਕਰਨਾ ਕੀ ਆਪਾਂ? ਪਰਮ ਜੋਤ ਸਿਉ ਪਰਚਉ ਲਾਵਾ। ਅਸੀਂ ਕੀ ਕਰਨਾ? ਇਹ ਸਾਡੇ ਵਾਸਤੇ ਹੈ। ਪਰਮ ਜੋਤ ਅਕਾਲ ਪੁਰਖ, ਉਹਨੂੰ ਪਰਮ ਗਿਆਨ ਕਹਿ ਲਓ, ਵੱਡਾ ਗਿਆਨ ਕਹਿ ਲਓ, ਜਿਹੜਾ ਕਿ ਕਰੋੜਾਂ ਸੂਰਜਾਂ ਦਾ ਸੂਰਜ ਐਸਾ ਪ੍ਰਕਾਸ਼ ਕਹਿ ਲਓ, ਉਹਦੇ ਨਾਲ ਅਸੀਂ ਪਰਚਣਾ ਹੈ। ਆਪਾਂ ਦੀਵਿਆਂ ਦੇ ਨਾਲ ਪਰਚੇ ਹੋਏ ਹਾਂ, ਮਤਲਬ ਕਿ ਦੀਵੇ ਵੀ ਹੈ ਨਹੀਂ ਜੀ ਉਹ ਜਿਹਦੇ ਨਾਲ ਅਸੀਂ ਪਰਚਣਾ। ਜਿਹੜੇ ਹੈ ਸਿੱਧੇ ਹੈ, ਮੈਂ ਟਟਾਣੇ ਵਾਂਗੇ ਨਹੀਂ ਕਰੀ ਜਾਗਿਆ ਬੁਝਿਆ ਸੀ, ਉਹਨੇ ਪਰਚੀ ਬੈਠੇ ਹਨਾ। ਤੇ ਉਹ ਆਪਾਂ ਤਾਂ ਪਰਮ ਜੋਤ ਨਾਲ ਪਰਚਣਾ ਸੀਗਾ, ਵੱਡੇ ਗਿਆਨ ਦੇ ਨਾਲ ਪਰਚਣਾ ਸੀਗਾ। ਆਹ ਰਿਧੀਆਂ ਸਿੱਧੀਆਂ ਵਾਲੇ ਨਾਲ ਪਰਚ ਗਏ, ਕੋਈ ਕਿਸੇ ਪੰਡਿਤ ਨਾਲ ਪਰਚ ਗਿਆ ਵੀ ਜੋਤਿਸ਼ ਨਾਲ, ਵੀ ਦੱਸ ਦਿੰਦਾ ਲੈ ਵੀ ਤੇਰੇ ਕਰਮਾਂ ਚ ਕੀ ਹੈ ਹਨਾ। ਤੇ ਕੋਈ ਪੰਡਿਤ ਹੈ, ਕੋਈ ਜੋਤਿਸ਼ ਹੈ, ਕੋਈ ਕੁਝ ਹੈ, ਕੋਈ ਪੁੱਛਾ ਦੇਣੇ ਵਾਲਾ, ਹਾਂਜੀ ਕਿਸੇ ਨੂੰ ਕੋਈ ਹਵਾ ਆਉਂਦੀ ਹੈ, ਆਪਾਂ ਉਹਨਾਂ ਨੇ ਪਰਚੀ ਜਾਂਦੇ। ਭਾਈ ਪਰਮ ਜੋਤ ਦੇ ਨਾਲ ਪਰਚਣਾ ਹੈ, ਐਵੇਂ ਇਹਨਾਂ ਟਟਿਆਣਿਆਂ ਟੂਣਿਆਂ ਨਾਲ ਪਰਚਿਓ ਕਿਤੇ। ਪਰਮ ਜੋਤ, ਵੱਡਾ ਗਿਆਨ ਰੱਬ ਪ੍ਰਮਾਤਮਾ, ਉਹਦੇ ਨਾਲ ਪਰਚਣਾ। ਕਿੱਦਾਂ ਪਰਚੀ ਦਾ ਜੀ? ਹੁਣ ਫਿਰ ਸਾਡੇ ਵਰਗੇ ਤੋਂ ਪੁੱਛਣਾ ਹੀ ਹੈ, ਕਬੀਰ ਸਾਹਿਬ ਜੀ ਦੱਸ ਦਿਓ ਕਿਰਪਾ ਕਰ, ਤੁਸੀਂ ਪਰਚੇ ਹੋਏ ਹੋ। ਕਹਿੰਦੇ ਪੰਚੋ ਇੰਦਰੀ ਨਿਗ੍ਰਹ ਕਰੀ। ਸਾਡੇ 5 ਗਿਆਨ ਇੰਦਰੀ ਨੇ, ਸਾਡੇ ਨੇਤਰ, ਸਾਡੇ ਕੰਨ, ਸਾਡੀ ਨਾਸਿਕਾ, ਸਾਡੀ ਰਸਨਾ, ਸਭ ਤੋਂ ਵੱਡਾ ਗਿਆਨ ਇੰਦਰਾ ਸਾਡੀ ਸਕਿਨ। ਇਹਨਾਂ ਤੇ ਰੋਕ ਲਾਉਣਾ। ਸਪਰਸ਼ ਦਾ ਬੜਾ ਭੈੜਾ ਰੋਗ ਹੈ ਜੀ। ਇਸ ਕਰਕੇ ਇਹਨੂੰ ਮੰਨ ਲਓ ਸਕਿਨ ਨੂੰ ਆਪਾਂ ਸਪਰਸ਼ ਦੇ ਰੋਗ ਤੋਂ ਬਚਾ ਕੇ ਰੱਖਣਾ। ਹਾਥੀ ਨੂੰ ਸਪਰਸ਼ ਦਾ ਰੋਗ ਹੈ, ਕਿੱਡੀ ਵੱਡੀ ਤਾਕਤ ਵਾਲਾ ਹੁੰਦਾ, ਤੇ ਹੱਥ ਕੀ ਬਣਦਾ ਕੀ ਉਹਦਾ ਫਿਰ ਹਨਾ। ਤੇ ਉਹ ਕਿੱਡਾ ਕੁੰਡੇ ਦੇ ਥੱਲੇ ਫਿਰ ਬਤੀਤ ਕਰਦਾ ਸਾਰੀ ਜ਼ਿੰਦਗੀ। ਇਹ 5 ਦੇ 5 ਗਿਆਨ ਇੰਦਰੀ, ਜਿਹੜਾ ਪਤੰਗਾ ਉਹਨੂੰ ਦ੍ਰਿਸ਼ਟ ਦਾ ਰੋਗ ਹੈ, ਸੜ ਜਾਂਦਾ ਨਾ ਜੀ, ਠੀਕ ਨੇ ਜੀ। ਇਹ ਪੰਜੋ ਹੀ ਸਾਡੇ ਗਿਆਨ ਇੰਦਰੀ, ਸੋ ਇਹਨਾਂ ਨੂੰ ਨਿਗ੍ਰਹ ਕਰਨਾ ਹੈ।
ਰੋਕਣਾ ਸ਼ਬਦ ਸਪਾਰਸ਼ ਸ਼ਬਦ ਆ ਜਿਹੜੇ ਗੰਦੇ ਮੰਦੇ ਗੀਤ ਸੁਣਨੇ ਇਹ ਰੋਗ ਆ ਬੜਾ ਭਾਰੀ। ਨਿੰਦਾ ਚੁਗਲੀ ਸੁਣਨੀ ਬੜਾ ਭਾਰੀ ਰੋਗ ਹੈ। ਆਪਣੀ ਉਸਤਤ ਸੁਣਨੀ ਵੱਡਾ ਭਾਰੀ ਰੋਗ ਹੈ। ਐਵੇਂ ਨਾ ਸਮਝ ਲਿਓ ਇਹਨੂੰ। ਆਪਣੀ ਉਸਤਤੀ ਸੁਣਨੀ, ਰੱਬ ਦੀ ਉਸਤਤੀ ਸੁਣ ਕੇ ਤਾਂ ਮੈਂ ਜਿਉਂਦਾ, ਉਸਤਤ ਕਰ ਕਰ ਜੀਵਾਂ, ਉਸਤਤ ਕਰਕੇ ਵੀ ਜਿਉਂਦਾ, ਉਸਤਤ ਸੁਣ ਕੇ ਵੀ ਜਿਉਂਦਾ। ਰੱਬ ਦੇ ਭਗਤਾਂ ਦੀ, ਰੱਬ ਦੀ ਜਿਸ ਦਿਨ ਮੈਂ ਆਪਣੀ ਉਸਤਤੀ ਸੁਣ ਲਈ ਇਹ ਰੋਗ ਲੱਗ ਜਾਵੇਗਾ। ਇਹਨੂੰ ਮਤਲਬ ਜਿੰਨਾ ਹੋ ਸਕੇ ਬਚ ਜਾਈਏ ਉਸ ਵੇਲੇ। ਤੇ ਉਹ ਜ਼ਰੂਰੀ ਨਹੀਂ ਵੀ ਅਗਲੇ ਨੂੰ ਰੋਕਣਾ ਜਾਂ ਏਦਾਂ ਨਹੀਂ, ਕੋਈ ਸਿਸਟਮ ਨਹੀਂ ਹੁੰਦਾ। ਉਹ ਆਪਣੇ ਆਪ ਤੇ ਕਾਬੂ ਪਾਈਦਾ ਹੁੰਦਾ, ਆਪਣੇ ਆਪ ਤੇ। ਸੋ ਕਿ ਉਹ ਨਾਲੇ ਪਾਰਖ ਹੋ ਜਾਂਦੀ ਵੀ ਦੇਖੀਏ ਵੀ ਜਿਹੜਾ ਉਸਤਤੀ ਵੀ ਕਰਦਾ ਮੇਰੇ ਤੇ ਅਸਰ ਕਿੰਨਾ ਕੁ ਹੁੰਦਾ। ਸ਼ਾਸਤਰਾਂ ਦੇ ਵਾਰ ਆਉਂਦੇ, ਅਟੈਕ ਹੋ ਰਿਹਾ ਵੀ ਮੇਰੇ ਤੇ ਅਸਰ ਹੁਣ ਕਿੰਨਾ ਕੁ ਹੁੰਦਾ। ਬਸ ਉਹਦੇ ਚ ਉਹਨੇ ਆਪਣਾ ਸਮਰਪਣ ਕਰ ਦੋ, ਅਸਰ ਨਹੀਂ ਹੋਣਾ। ਸਵਾਲ ਨਹੀਂ ਕਰਨਾ ਉਹਨੇ, ਪਤਾ ਹੀ ਕਹਿਣਾ ਫਿਰ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਨਾ ਜਾਣੇ ਵੀ। ਲੈ ਮੈਂ ਕਿਹਾ ਕੰਨਾਂ ਚ ਜਿੰਨੀ ਮਰਜੀ ਉਹਨੂੰ ਕਹਿ ਤੂੰ ਤਾਂ ਰੱਬ ਹੀ ਹੈ। ਉਹਨੂੰ ਰੱਬ ਦੇ ਤੁਲ ਏਦਾਂ ਭਾਵੇਂ ਕਹਿ ਦੋ, ਮਹਾਰਾਜ ਉੱਤੇ ਕੋਈ ਅਸਰ ਨਹੀਂ। ਉਹ ਮਾਣ ਵੀ ਜਰਨੇ ਵਾਲਾ ਤੇ ਅਪਮਾਨ ਵੀ ਜਰਨੇ ਵਾਲਾ। ਹੁਣ ਏਦਾਂ ਦੇ ਕੰਨ ਇਸ ਚੀਜ਼ ਤੋਂ ਹੁਣ ਉਹ ਪਿੱਛੇ ਹੋ ਗਏ ਨੇ। ਹੁਣ ਕੰਨਾਂ ਤੋਂ ਕੰਮ ਲੈਂਦਾ ਸਿਰਫ ਅਕਾਲ ਪੁਰਖ ਦੀ ਉਸਤਤੀ ਸੁਣਨੀ ਹੈ, ਬਾਣੀ ਸੁਣਨੀ ਹੈ, ਕਥਾ ਕੀਰਤਨ ਸੁਣਨਾ ਹੈ, ਨਾਮ ਸੁਣਨਾ। ਭਾਈ ਇਹ ਕੰਮ ਲੈਂਦਾ ਹੈ, ਐਵੇਂ ਨਹੀਂ ਕੰਮ ਲੈਂਦਾ। ਇਹ ਪੰਜੋ ਇੰਦਰੀ ਏਦਾਂ ਹੀ ਸਾਡਾ ਰਸਨਾ ਹੈ। ਇਹ ਰਸਨਾ ਕਿੱਥੇ ਕਿੱਥੇ ਰਚੀ? ਸਵਾਦਾਂ ਵਿੱਚ ਹੈ, ਕੌੜਾ, ਫਿੱਕਾ, ਮਿੱਠਾ, ਸਲੂਣਾ। ਤੇ ਇਹ ਨਾ ਇਹ ਚ ਰਚੀ ਹੋਈ ਹੈ ਤੇ ਪੂਰਾ ਦਿਨ ਸਿਸਟਮ ਬਥੇਰਾ ਚੱਲਦਾ ਰਹਿੰਦਾ। ਜਾਂ ਰਸਨਾ ਰਚੀ ਹੈ ਨਿੰਦਿਆ ਦੇ ਵਿੱਚ। ਜਿਸ ਰਸਨਾ ਨੂੰ ਨਿੰਦਿਆ ਦਾ ਸਵਾਦ ਪੈ ਜਾਵੇ ਤੇ ਇਹ ਨਿੰਦਾ ਦਾ ਸਵਾਦ ਬਸ ਬਹੁਤ ਮਾੜਾ ਹੁੰਦਾ। ਤੇ ਇਹ ਫਿਰ ਰਸਨਾ ਜਿੰਨਾ ਚਿਰ ਨਿੰਦਿਆ ਨਾ ਕਰ ਲਵੇ ਗੱਲ ਨਹੀਂ ਬਣਦੀ। ਇਹ ਇੱਕ ਨਾ ਰਸਨਾ ਦਾ ਇੱਕ ਬਹੁਤ ਵੱਡਾ ਭਾਰੀ ਔਗਣ ਹੈ। ਤੇ ਇਹਨੂੰ ਵੀ ਰੋਕਣਾ, ਤੇ ਨੱਕ ਨੂੰ ਵਾਸ਼ਨਾ ਤੋਂ ਰੋਕਣਾ, ਸਕਿਨ ਨੂੰ ਸਪਰਸ਼ ਤੋਂ ਰੋਕਣਾ, ਅੱਖਾਂ ਨੂੰ ਪਰਾਇਆ ਰੂਪ, ਪਰਾਇਆ ਧਨ। ਇਹਦੇ ਵਿੱਚ ਸਾਰਾ ਸੰਸਾਰ ਖੱਪ ਗਿਆ ਜਿਹਦੇ ਵਿੱਚ। ਤੇ ਏਦਾਂ ਬਚਣਾ ਹੈ ਇਹਨਾਂ ਤੋਂ। ਇਹ ਪੰਜ ਹਨਾ ਦੱਸਿਆ ਵੀ ਪਰਮ ਜੋਤ ਵਿੱਚ ਕਿੱਦਾਂ ਜਾਣਾ। ਪੰਚੋ ਇੰਦਰੀ ਨਿਗ੍ਰਹ ਕਰ ਹੀ, ਨਿਗ੍ਰਹ ਦਾ ਰੋਕ ਦੇਣਾ। ਮੰਨ ਲਓ ਮਰਦ ਬਣ ਕੇ ਚੰਗੀ ਤਰ੍ਹਾਂ, ਹਾਂਜੀ ਇਹ ਕੀ ਪਾਪ ਪੁੰਨ ਦੋ ਨਿਰਮਲ। ਲੈ ਪਾਪ ਪੁੰਨ ਤੋਂ ਛੁਟਕਾਰਾ ਪੈ ਜੂ, ਪਾਪ ਪੁੰਨ ਤੋਂ ਛੁਟਕਾਰਾ ਪੈ ਜੂ। ਹੁਣ ਪਾਪ ਕਰਨਾ ਹੀ ਨਹੀਂ, ਮਤਲਬ ਹੀ ਕੋਈ ਨਹੀਂ, ਬਿਰਤੀ ਹੈ ਨਹੀਂ ਏਦਾਂ ਦੀ। ਹੁਣ ਜੇ ਕਿਸੇ ਦੇ ਵਾਸਤੇ ਪਰਉਪਕਾਰ ਵਾਸਤੇ ਕੁਝ ਕਰਨਾ ਵੀ ਪੈਂਦਾ ਤੇ ਪਾਪ ਥੋੜੀ ਕਮਾਉਂਦਾ, ਪਰਉਪਕਾਰ ਕਰਦਾ। ਕਿਸੇ ਗਰੀਬ ਤੇ ਮਜਲੂਮ ਦੀ ਰੱਖਿਆ, ਉਸ ਰੱਖਿਆ ਵਾਸਤੇ ਭਾਵੇਂ ਕਿਸੇ ਦਾ ਮਾਰਨਾ ਵੀ ਪੈ ਜਾਂਦਾ ਤੇ ਉੱਥੇ ਉਹਦੇ ਵਾਸਤੇ ਪਾਪ ਹੋਊਗਾ, ਦੂਜੇ ਵਾਸਤੇ ਪਰ ਹੁੰਦਾ ਕਿਸੇ ਨੂੰ ਬਚਾਇਆ। ਹੁਣ ਦੇਸ਼ ਦੀ ਖਾਤਰ ਲੜਨ ਸ਼ਹੀਦ ਹੁੰਦੇ, ਧਰਮ ਦੀ ਖਾਤਰ ਲੜਨ ਜਦੋਂ ਸ਼ਹੀਦ ਹੁੰਦੇ ਤੇ ਫਿਰ ਦੂਜਿਆਂ ਨੂੰ ਮਾਰਦੇ ਵੀ ਤਾਂ ਹੈਗੇ, ਉੱਥੇ ਪਾਪ ਹੈ ਨਹੀਂ ਭਾਈ। ਧਰਮ ਦੀ ਰਾਖੀ ਹੈ, ਦੇਸ਼ ਦੀ ਰਾਖੀ ਹੈ, ਕਿਸੇ ਗਰੀਬ ਮਜਲੂਮ ਅਬਲਾ ਦੀ ਰੱਖਿਆ ਆ। ਕਿਸੇ ਗਰੀਬ ਔਰਤ ਦੀ ਪੱਤ ਲੁੱਟ ਹੁੰਦੀ ਹੈ, ਉਹ ਇਸ ਵੇਲੇ ਉਹਨੂੰ ਸਹਾਰੇ ਦੀ ਲੋੜ ਹੈ। ਉੱਥੇ ਭਾਵੇਂ ਸਿਰ ਕਿਉਂ ਨਾ ਕਲਮ ਹੋ ਜਾਵੇ ਤੇ ਜਿਹੜਾ ਕਰਦਾ, ਜੇ ਦੂਜੇ ਦਾ ਵੀ ਕਲਮ ਕਰਨਾ ਪੈ ਜਾਵੇ ਉੱਥੇ ਪਾਪ ਹੋ ਜੂ। ਕਿੱਡਾ ਵੱਡਾ ਪੁੰਨ ਕਰਦਾ ਪਿਆ। ਉਹ ਫਿਰ ਉਹ ਸੋਚ ਵਿੱਚ ਹੀ ਨਹੀਂ ਹੁੰਦਾ। ਜਿਹੜਾ ਪਾਪ ਉਹਦੀ ਸੋਚ ਕਰਦਾ ਉਹ ਤਾਂ ਅੱਗੇ ਵਧ ਹੀ ਨਹੀਂ ਸਕਦਾ। ਉਹ ਤਾਂ ਸਿਰਫ ਧਰਮ ਵੇਖਦਾ ਜੀ, ਧਰਮ ਮੇਰਾ ਧਰਮ ਮੈਨੂੰ ਕੀ ਕਹਿੰਦਾ। ਧਰਮ ਨੇ ਜੋ ਕਿਹਾ, ਜੋ ਧਰਮ ਦਾ ਉਹ ਉੱਥੇ ਜਾਂਦਾ, ਉਹ ਪਾਪ ਪੁੰਨ ਵਾਲੇ ਪਾਸੇ ਨਹੀਂ ਜਾਂਦਾ। ਤੇ ਪੁੰਨ ਆਟੋਮੈਟਿਕਲੀ ਉਹਦੇ ਬਣਦੇ, ਪੁੰਨ ਬਣਦੇ ਬਣੀ ਜਾਂਦੇ ਨੇ। ਸਵਰਗ ਦੀ ਇੱਛਾ ਕੋਈ ਨਹੀਂ, ਬੰਦਗੀ ਵਾਸਤੇ ਹੈ ਜੀ, ਸਾਰੇ ਬੰਦਗੀ ਵਾਸਤੇ ਆ। ਏਦਾਂ ਹੁੰਦਾ ਇਹਨਾਂ ਤੋਂ ਬਸ ਸਹੀ ਹੋ ਜਾਂਦਾ ਜੀ। ਕਹਿੰਦੇ ਫੱਫਾ, ਫੱਫਾ ਅੱਖਰ ਆ ਗਿਆ ਜੀ। ਫੱਫਾ ਬਿਨ ਫੁੱਲ ਹੈ ਫਲ ਹੋਈ। ਅਸੂਲ ਕੀ ਹੈ? ਕੁਦਰਤ ਦਾ ਅਸੂਲ ਹੈ ਵੀ ਜਿਹੜਾ ਫਲਦਾਰ ਦਰਖਤ ਹੁੰਦਾ ਹੈ। ਹੁਣ ਜਿੱਦਾਂ ਅੰਬ ਹੈ, ਅੰਬ ਨੂੰ ਜਦੋਂ ਅੰਬ ਪੈਂਦੇ, ਅੰਬੀਆਂ ਪੈਂਦੀਆਂ, ਪਹਿਲੋਂ ਬੂਰ ਆਉਂਦਾ। ਬੂਰ ਕੀ ਆ? ਉਸ ਅੰਬ ਦਾ, ਅੰਬ ਦੇ ਫੁੱਲ ਨੇ। ਜਿੰਨੇ ਵੀ ਫਲਦਾਰ ਰੁੱਖ ਨੇ ਪਹਿਲੋਂ ਕੀ ਬਣਦਾ ਆ? ਫੁੱਲ, ਫੇਰ ਬਣਦਾ ਆ ਫਲ। ਏਦਾਂ ਹੀ ਹੈ। ਬਿਨਾਂ ਫੁੱਲ ਤੋਂ ਫਲ ਬਣਦਾ ਕਿਤੇ? ਕੋਈ ਹੈ ਐਸਾ ਦਰਖਤ? ਮੇਰੀ ਸਮਝ ਨਹੀਂ, ਕੋਈ ਨਹੀਂ ਹੈਗਾ।
ਹੁਣ ਭਗਤ ਕਬੀਰ ਸਾਹਿਬ ਜੀ ਨੇ ਇੱਕ ਹੋਰ ਬੜੀ ਵੱਡੀ ਗੱਲ ਕਰ ਦਿੱਤੀ। ਉਹ ਜੇ ਇੱਕ ਆਉਣਾ ਗਿਆਨੇ ਕਾਰਨ ਕਰਮ ਅਭਿਆਸ ਪਿਆ ਕਰਿਆ ਤੂੰ ਕਰਮੈ ਨਾਸ, ਉਹ ਇੱਕ ਵੱਖਰੀ ਮਿਸਾਲ ਆਉਣੀ ਹੈ, ਜਦੋਂ ਸ਼ਬਦ ਆਊਗਾ ਉਦੋਂ ਵਿਚਾਰਾਂਗੇ। ਉਹ ਫੁੱਲ ਫਲ ਦਾ ਵੱਖਰਾ ਜ਼ਿਕਰ। ਇੱਥੇ ਹੁਣ ਗੱਲ ਦੇਖੋ, ਸਮਝੋ, ਆਪਾਂ ਨੂੰ ਕੀ ਚਾਹੀਦਾ? ਬ੍ਰਹਮ ਦਾ ਫਲ, ਠੀਕ ਹੈ ਜੀ। ਤੇ ਲੱਗਣਾ ਕਿਹਨੂੰ ਹੈ? ਇਹ ਸਰੀਰ ਰੂਪ ਦਰਖਤ ਨੂੰ, ਇਹਨੂੰ ਬ੍ਰਹਮ ਦਾ ਫਲ ਲੱਗਣਾ। ਅੱਛਾ, ਪਰ ਲੱਗਣਾ ਉਸ ਨੂੰ ਆ ਜਿਹਨੂੰ ਫੁੱਲ ਨਹੀਂ ਆਵੇਗਾ। ਉਲਟਿਆ ਜੀ ਸਾਰਾ ਹੀ ਕੰਮ, ਇਹ ਸਮਝੋ। ਕਹਿੰਦੇ ਅਬ ਕਬੀਰ ਜੀ ਕਹਿੰਦੇ ਫਫਾ ਬਿਨ ਫੁੱਲ ਹੈ ਫਲ ਹੋਈ। ਹੁਣ ਤੇ ਫੁੱਲ ਹੈ ਦਾ ਅਰਥ ਕੀ ਹੈ? ਅਹੰਕਾਰ, ਫੁੱਲਣਾ। ਗਿਆਨੈ ਕਾਰਨ ਕਰਮ ਅਭਿਆਸ, ਪਰ ਗਿਆਨ ਪੜ੍ਹਨਾ ਪੈਂਦਾ, ਸੁਣਨਾ ਪੈਂਦਾ। ਗੱਲ ਕਾਰਨ ਕੀ ਫਲ ਜੂ ਲੈਣਾ ਭਾਈ। ਜਪ ਤਪ ਕਰਨਾ, ਸੇਵਾ ਕਰਨੀ, ਸੰਜਮ ਕਰਨਾ, ਹਾਂਜੀ, ਸਤਸੰਗ ਕਰਨਾ, ਸਭ ਕੁਝ ਕਰਨਾ। ਕਾਹਦੇ ਵਾਸਤੇ? ਫਲ ਚਾਹੀਦਾ ਮੈਨੂੰ। ਕਿਹੜਾ ਚਾਹੀਦਾ? ਬ੍ਰਹਮ ਦਾ ਜੀ। ਮੈਂ ਥੱਲੇ ਸੌਦਾ ਨਹੀਂ ਕਰਨਾ। ਤੇ ਉੱਥੇ ਫਿਰ ਕਬੀਰ ਸਾਹਿਬ ਜੀ ਕਹਿੰਦੇ ਵੀ ਕਰ ਸਭ ਕੁਝ ਪਰ ਹੰਕਾਰ ਨਾ ਕਰਿਆ, ਵੀ ਫੁੱਲੀ ਨਾ ਜਾਈ। ਇੰਨਾ ਜਪ ਤਪ ਕਰ ਲਿਆ, ਲੈ ਮੇਰੇ ਵਰਗਾ ਕੌਣ ਹੈ, ਇੰਨੇ ਵਜੇ ਉੱਠਦਾ, ਮੇਰੇ ਵਰਗਾ ਕੌਣ? ਮਤਲਬ ਮੈਨੂੰ ਕੋਈ ਕਹੇ ਵੀ ਤੁਸੀਂ ਤਾਂ ਬੜੇ ਸੰਤ ਹੋ, ਬੜੇ ਵੱਡੇ ਗੁਰਮੁਖ ਹੋ, ਮੈਂ ਦੂਜੇ ਨੂੰ ਗੁਰਮੁਖ ਕਿਉਂ ਕਹੂੰਗਾ? ਵੀ ਮੈਨੂੰ ਵੀ ਗੁਰਮੁਖ ਕਹੇ। ਮੈਂ ਦੂਜੇ ਨੂੰ ਕਿਉਂ ਸੰਤ ਜੀ, ਮੈਨੂੰ ਵੀ ਸੰਤ ਜੀ ਕਹੇ, ਹਨਾ, ਏਦਾਂ। ਤੇ ਮੈਂ ਦੂਜੇ ਨੂੰ ਸਤਿਕਾਰ ਦਿੱਤਾ, ਵੀ ਮੈਨੂੰ ਹੁਣ ਆਸ ਹੈ ਮੈਨੂੰ ਵੀ ਸਤਿਕਾਰ ਦੇਵੇ। ਉਹ ਸੰਸਾਰ ਖਰਾਬ ਹੋਇਆ ਪਿਆ ਸਾਰਾ ਇਸ ਸਿਸਟਮ ਦੇ ਵਿੱਚ, ਟੋਟਲੀ ਪੱਠਾ ਬੈਠ ਗਿਆ ਸਾਰਿਆਂ ਦਾ ਇਸ ਸਿਸਟਮ ਦੇ ਵਿੱਚ। ਉਹ ਇੱਥੇ ਲੈਣਾ ਫਲ, ਗਿਆਨ ਦਾ ਫਲ ਲੈਣਾ। ਗਿਆਨ ਫੇਰ ਕੀ ਫੁੱਲਣਾ ਛੱਡ ਦੇ, ਹਨਾ, ਐਵੇਂ ਨਾ ਫੁੱਲਿਆ ਕਰ ਬਸ। ਉਹਦੇ ਚ ਕੀ ਆ? ਫਿਰ ਹੁਣ ਆਪਣੇ ਆਪ ਨੂੰ ਭਾਈ ਸਮਝਾਉਣਾ ਪੈਣਾ ਨਾ। ਪਹਿਲੀ ਗੱਲ ਤਾਂ ਵੀ ਜੇ ਮੈਨੂੰ ਕੋਈ, ਜੇ ਮੈਂ ਹੁਣ ਮੈਨੂੰ ਨਾ ਫੁਲਾਉਂਦਾ ਪਿਆ ਨਾ, ਹਵਾ ਦਿੰਦਾ, ਬਚਣਾ ਹੈ। ਉਹ ਹਵਾ ਨਹੀਂ ਲੈਣੀ, ਫੁੱਲਣਾ ਨਹੀਂ, ਜੇ ਤੂੰ ਗਿਆਨ ਦਾ ਫਲ ਲੈਣਾ, ਹਨਾ। ਅੱਗੇ ਦੇਖੋ ਜੀ, ਫਲ ਮਿਲ ਗਿਆ। ਹੁਣ ਮਿਲ ਗਿਆ ਜੀ ਫਲ। ਹੁਣ ਇਸ ਚੀਜ਼ ਤੇ ਚਲੋ ਕਿਰਪਾ ਹੋਈ, ਫਲ ਮਿਲ ਗਿਆ। ਤਾਂ ਫਲ ਮਿਲਿਆ ਜਿਹੜਾ, ਉਹ ਜਿਹੜਾ ਫਲ ਮਿਲਿਆ ਗਿਆਨ ਦਾ, ਫੰਕ ਉਹਦੀ ਇੱਕ ਫਾੜੀ, ਲੱਖਾ ਜੋ ਕੋਈ। ਕਹਿੰਦੇ ਉਸ ਫਲ ਦੀ ਇੱਕ ਫਾੜੀ ਦਾ ਵੀ ਸਵਾਦ ਮੈਂ ਤੁਹਾਨੂੰ ਕੀ ਦੱਸਾਂ। ਲੱਖਾਂ ਦਾ ਚੱਖ ਲਿਆ, ਸਮਝ ਲਿਆ, ਲੈ ਲਿਆ ਆਨੰਦ। ਉਸ ਇੱਕ ਫਾੜੀ, ਉਸ ਇੱਕ ਫਲ ਦੀ ਇੱਕ ਛੋਟੀ ਜੀ ਫਾੜੀ ਦਾ ਵੀ ਜਿਸ ਨੇ ਸਵਾਦ ਚਖਿਆ, ਦੂਣ ਨਾ ਭਰੀ। ਕਹਿੰਦੇ ਦੂਣ ਨਾ ਭਰੀ, ਫੰਕ ਵਿਚਾਰ ਹੈ। ਜਦੋਂ ਫਲ ਦੇ ਸਵਾਦ ਨੂੰ ਚਖਿਆ ਤਾਂ ਉਹਦੇ ਵਿਚਾਰ ਕਰਦਾ ਹੈ, ਇੰਨਾ ਸਵਾਦ, ਇੰਨਾ ਆਨੰਦ, ਉਹਨੂੰ ਸਭ ਤੋਂ ਵੱਡੀ ਪ੍ਰਾਪਤੀ ਕੀ ਹੋਣੀ ਹੈ? ਕਹਿੰਦੇ ਦੂਣ ਨਾ ਭਰੀ। ਦੂਣ ਦੁੱਖ ਨੂੰ ਕਿਹਾ ਜਾਂਦਾ, ਦੂਣ ਜਨਮ ਤੇ ਮਰਨ ਨੂੰ ਕਿਹਾ ਜਾਂਦਾ ਹੈ, ਦੂਣ ਦਵੈਤ ਭਾਵਨਾ ਨੂੰ ਕਿਹਾ ਜਾਂਦਾ ਹੈ। ਸੋ ਇੰਜ ਮਤਲਬ ਦੂਜ ਆ ਜਾਣੀ। ਜੰਮਣ ਮਰਨ ਨੂੰ, ਦੂਣ ਦਾ ਇਲਾਕਾ ਵੈਸੇ ਹੁੰਦਾ ਦੋ ਪਹਾੜ ਹੋਣ, ਉਹਦੇ ਵਿਚਲਾ ਇਲਾਕਾ ਉਹਨੂੰ ਦੂਣ ਦਾ ਇਲਾਕਾ ਕਿਹਾ ਜਾਂਦਾ। ਸੋ ਜਨਮ ਨੂੰ ਵੀ ਦੂਣ ਦੇ ਨਾਲ ਹੀ ਮਤਲਬ ਮੰਨਿਆ ਹੋਇਆ ਜੀ, ਜਦੋਂ ਜਨਮ ਹੁੰਦਾ ਹੈ। ਤੇ ਆਪਾਂ ਚਲੋ ਜਨਮ ਵੀ ਤੇ ਮਰਨ ਦੋਨੇ ਚੀਜ਼ਾਂ ਲੈ ਲੈਂਦੇ, ਨਾ ਜਨਮ ਨਾ ਮਰਨ, ਫਿਰ ਜ਼ਿੰਦਗੀ ਕਾਹਦੀ ਰਹਿ ਗਈ? ਸਵਾਲ ਹੀ ਨਹੀਂ ਪੈਦਾ ਜ਼ਿੰਦਗੀ ਹੋਣੀ। ਦੂਣ ਨਾ ਭਰੀ, ਮੁੜ ਕੇ ਜ਼ਿੰਦਗੀ ਨਹੀਂ, ਭਾਵ ਜੰਮਣਾ ਮਰਨਾ ਖਤਮ। ਜਿਹੜਾ ਵੀ ਉਸ ਫਲ ਦੇ ਇਸ ਰਸ ਦੀ ਵਿਚਾਰ ਦੇ ਵਿੱਚ ਪੈ ਜਾਂਦਾ। ਦੱਸੋ ਤਾਂ ਕਿੱਥੇ ਗੱਲਾਂ ਮਹਾਰਾਜ ਕਬੀਰ ਸਾਹਿਬ ਜੀ ਕਰਦੇ ਪਏ ਨੇ ਨਾ। ਦੂਣ ਨਾ ਭਰੀ ਫੰਕ ਵਿਚਾਰ ਹੈ, ਤਾਂ ਫੇਰ ਕਹਿੰਦੇ ਤਾਂ ਫਲ ਫੰਕ ਸਭੈ ਤਨ। ਉਸ ਫਲ ਦੀ ਇੱਕ ਪੰਖੜੀ, ਇੱਕ ਟੁਕੜੀ, ਹਨਾ, ਉਹਦਾ ਕੀ ਅਸਰ ਹੈ? ਸਭੈ ਤਨ ਫਾਰ ਹੈ। ਜਿਤਨੇ ਵੀ ਜਨਮ ਇਸਨੇ ਧਾਰਨ ਕੀਤੇ ਹੋਏ ਸੀ, ਉਹਨਾਂ ਜਨਮਾਂ ਦੇ ਵਿੱਚ ਜੋ ਜੋ ਕਰਮ ਕੀਤੇ ਹੋਏ ਸੀ, ਉਹਨਾਂ ਦਾ ਤੈਸ਼ ਨੈਸ਼ ਫਾੜ ਕੇ ਰੱਖ ਦਿੰਦਾ। ਜਾਂ ਹੋਰ ਜਿਤਨੇ ਵੀ ਜਨਮ ਧਾਰਨ ਕਰਨੇ ਸਨ, ਉਹ ਸਾਰੇ ਤਨ ਫਾੜ ਦਿੰਦਾ। ਭਾਵ ਇੱਕ ਫਾੜੀ ਬ੍ਰਹਮ ਦੇ ਫਲ ਦੀ ਤੇ ਸਾਡੇ ਸਾਰੇ ਜਨਮਾਂ ਦਾ ਨਾਸ਼ ਕਰ ਦਿੰਦੀ ਹੈ, ਜਿਹਨੂੰ ਕਹਿੰਦੇ 84 ਕੱਟੀ ਗਈ। ਤੇ ਗੁਰੂ ਅਮਰਦਾਸ ਜੀ ਨੇ ਬੋਲੀ ਸਭ ਰਚ ਦਿੱਤੀ ਜੀ। ਸੰਨ ਸਾਹਿਬ ਦੇ ਗੁਰੂ ਅਮਰਦਾਸ ਦੀਆਂ ਬਖਸ਼ਿਸ਼ਾਂ ਜੀ, ਬੋਲੀ ਵੱਖਰੀ, ਉਹ ਚ ਵੀ 84 ਕੱਟੀ। ਸੰਨ ਸਾਹਿਬ ਜੀ ਬਚਨ ਕਰਦਾ, ਕਹਿੰਦੇ ਲੈ ਇਹਦੇ ਵਿੱਚ ਲੰਘ ਜਾਓ 84 ਕੱਟੀ ਗਈ।
ਤੇ ਇਧਰੋਂ ਮੰਨ ਲਓ ਆ ਵੀ ਇੱਕ 84 ਕੱਟਣੇ ਬੜੇ ਸਾਧਨ ਦਿੱਤੇ ਹੋਏ। ਹੁਣ ਨਹੀਂ ਕਿਸੇ ਨੇ 84 ਕੱਟਣੀ ਤਾਂ ਹੁਣ ਸਾਚਾ ਸਾਧੂ ਨੂੰ ਕਿਆ ਕਰੇ ਜੋ ਸਿੱਖਿਆ ਮੈਂ ਚੂਕ, ਨਹੀਂ ਪੋਥੀ ਪੜਨੀ ਤਾਂ ਗੁਰੂ ਕੀ ਕਰੂਗਾ ਬਈ। ਇਹ ਜਿਹੜੀ ਬਾਣੀ ਦੇਖਣ ਲਈ ਰੱਖੀ ਹੋਈ ਹੈ ਪੋਥੀਆਂ ਰੱਖੀਆਂ ਹੋਈਆਂ ਆ, ਬਾਣੀ ਦੇਖਣ ਲਈ ਰੱਖੀ ਹੋਈ ਹੈ, ਇਹਨੂੰ ਪੜ੍ਹਨਾ ਆ, ਵਿਚਾਰਨਾ ਆ, ਇਹਨੂੰ ਸਮਝਣਾ ਆ, ਤੇ ਫਿਰ ਕਿੰਨਾ ਕੁਝ ਮਿਲਦਾ ਹੈ। ਪਰਿਵਾਰਕ ਜੀਵਨ ਦੀ ਜਾਂਚ ਮਿਲਦੀ ਹੈ, ਫਿਰ ਸੰਸਾਰਿਕ ਜੀਵਨ ਦੀ ਜਾਂਚ ਹੈ, ਫਿਰ ਅਧਿਆਤਮਿਕ ਜੀਵਨ ਦੀ ਜਾਂਚ ਹੈ। ਇਹ ਜੰਮਣਾ ਤੇ ਮਰਨਾ ਕਿਵੇਂ ਕੱਟਿਆ ਜਾਂਦਾ ਉਹ ਦੱਸਿਆ ਜਾਂਦਾ। ਤੇ ਆਪਾਂ ਮਤਲਬ ਕਿ ਕਿਹੜੇ ਭਰੋਸੇ ਤੇ ਬੈਠੇ ਨੇ। ਕਹਿੰਦੇ ਉਹ ਵਿਚਾਰੋ, ਕਹਿੰਦੇ ਸਾਜਾ ਸਭ ਹੈ ਤਨ ਫਾਰ ਹੈ, ਜਿਹੜੇ ਦੁੱਖ ਮੈਨੂੰ ਦੁੱਖ ਦਿੰਦੇ ਸਨ ਉਹ ਤੈਸ਼ ਨੈਸ਼। ਬਸ ਉਹਦਾ ਨਾ ਸੱਚੇ ਦਾ ਜਿਹੜਾ ਫਾਲਿਆ ਨਾ, ਉਹਦੀ ਥੋੜੀ ਜਿਹੀ ਵਿਚਾਰ ਕਰੋ। ਕਹਿੰਦੇ ਸਾਰੇ ਸਾਰੇ ਦੁੱਖ ਤੈਸ਼ ਨੈਸ਼ ਹੋ ਜਾਂਦੇ ਨੇ। ਆਪਣਾ ਬੱਬਾ ਬਿੰਦ ਹੈ ਬਿੰਦ ਮਿਲਾਵਾ, ਬਿੰਦ ਹੈ ਬਿੰਦ ਨਾ ਵਿਚਰਨ ਪਾਵਾ। ਬੱਬੇ ਅੱਖਰ ਦੁਆਰਾ ਸਮਝਾਉਂਦੇ ਆ, ਜਦੋਂ ਬੂੰਦ ਬੂੰਦ ਵਿੱਚ ਮਿਲਦੀ ਹੈ ਤੇ ਫਿਰ ਬੂੰਦ ਉਹ ਤੋਂ ਵਿਛੜਦੀ ਨਹੀਂ ਹੈ, ਉਹਦਾ ਵਿਛੋੜਾ ਨਹੀਂ ਹੋ ਸਕਦਾ। ਮਤਲਬ ਇਹ ਸਮਝਾਇਆ। ਜਿੱਦਾਂ ਹੁਣ ਸਾਗਰ ਦੇ ਵਿੱਚ ਬੂੰਦ ਜਦੋਂ ਮਿਕਸ ਕਰ ਦਈਏ, ਇੰਨਾ ਮੀਂਹ ਪੈਂਦਾ ਬੂੰਦ ਬੂੰਦ ਕਰਕੇ ਕਿਣਮਣ ਕਿਣਮਣ, ਉਹ ਬੂੰਦਾਂ ਜਦੋਂ ਸਾਗਰ ਦੇ ਵਿੱਚ ਮਿਲਦੀਆਂ ਤੇ ਨਹੀਂ ਭਿੰਨ ਨਹੀਂ ਹੋ ਸਕਦੀਆਂ। ਸਰੋਵਰ ਦੇ ਵਿੱਚ, ਦਰਿਆਵਾਂ ਦੇ ਵਿੱਚ ਜਦੋਂ ਬਾਰਿਸ਼ ਹੁੰਦੀ ਤਾਂ ਬੂੰਦਾਂ ਬਣਦੀ ਹੈ, ਤੇ ਉਹ ਫਿਰ ਜਿਹੜੀ ਬੂੰਦ ਮੰਨ ਲਓ ਉਹਦੇ ਵਿੱਚ ਮਿਕਸ ਹੋ ਜਾਂਦੀ ਹੈ, ਉਹਦੇ ਤੋਂ ਵਿਛੋੜਾ ਨਹੀਂ ਹੁੰਦਾ, ਵਿਛੜਦੀ ਨਹੀਂ ਹੈ। ਇਹ ਆ ਬੱਬਾ ਬਿੰਦ ਹੈ ਬਿੰਦ ਮਿਲਾਵਾ, ਬਿੰਦ ਹੈ ਬਿੰਦ ਨਾ ਵਿਛਰਨ ਪਾਵਾ। ਤੇ ਬਿੰਦ ਸ਼ਬਦ ਜਿਹੜਾ ਨਾ, ਬਿੰਦ ਹੈ ਬਿੰਦ ਬਿੰਦੇ ਬਿੰਦੇ, ਇੱਕ ਤਾਂ ਬੂੰਦ ਨੂੰ ਵੀ ਕਿਹਾ ਗਿਆ ਜੀ, ਤੇ ਇੱਕ ਹੁੰਦਾ ਜੀ ਬਿੰਦ ਹੁੰਦਾ ਜਾਣਨਾ ਵੀ। ਜਿੱਦਾਂ ਗੋਬਿੰਦ ਸ਼ਬਦ ਵਰਤਿਆ ਜਾਂਦਾ ਨਾ, ਤੇ ਸਾਰੀ ਧਰਤੀ ਦਾ ਜਾਣਨਹਾਰ, ਇੰਦਰੀਆਂ ਦਾ ਜਾਣਕਾਰ, ਤੇ ਏਦਾਂ ਬਿੰਦ ਜਾਣਨਾ, ਬਿੰਦ ਹੈ ਜਾਣਨੇ ਵਾਲੇ ਨੂੰ। ਬੱਬੇ ਅੱਖਰ ਦੁਆਰਾ ਕਹਿੰਦੇ ਆ, ਜਦੋਂ ਜਾਣਨਹਾਰ ਨੂੰ ਇਹ ਜਾਣ ਲੈਂਦਾ ਹੈ ਤੇ ਫਿਰ ਉਹਦੇ ਵਿੱਚ ਇਹ ਮਿਕਸ ਹੁੰਦਾ। ਪਹਿਲੋਂ ਜਾਣਨਾ, ਨੌਲੇਜ, ਜਿਹਨੂੰ ਆਪਾਂ ਗਿਆਨ ਕਹਿੰਦੇ ਆ ਜੀ, ਕਿਉਂਕਿ ਗਿਆਨ ਦਾ ਹੋਣਾ ਬੜਾ ਜ਼ਰੂਰੀ। ਗਿਆਨ ਨੂੰ ਕਿਤੇ ਅੰਜਨ ਵੀ ਮਹਾਰਾਜ ਨੇ ਕਿਹਾ ਹੈਗਾ, ਤੇ ਗਿਆਨ ਦਰਸ਼ਨ ਵੀ ਹੈ, ਗਿਆਨ ਦਰਸ਼ਨ ਵੀ ਹੈ। ਮਤਲਬ ਇਹ ਅਕਾਲ ਪੁਰਖ ਪਰਮਾਤਮਾ ਨੂੰ ਜਾਣਨ ਤੋਂ ਪਹਿਲੋਂ ਸਾਨੂੰ ਆਪਣੇ ਆਪ ਬਾਰੇ ਜਾਣਨਾ ਪਵੇਗਾ। ਸਾਡੇ ਕੋਲ ਕੀ ਹੈ? ਸਾਡੇ ਕੋਲ ਸਰੀਰ ਹੈ, ਸੁਰਤ ਮਤ ਮਨ ਬੁੱਧ ਹੈ। ਸੋ ਇਹਨਾਂ ਬਾਰੇ ਸਾਨੂੰ ਜਿਹੜੀ ਜਾਣਕਾਰੀ ਲੈਣੀ ਪੈਣੀ ਆ। ਹੁਣ ਸੁਰਤ ਮਤ ਮਨ ਬੁੱਧ ਇਹ ਸਭ ਸੂਖਸ਼ਮ ਹੈ, ਤੇ ਜਿਹੜਾ ਸਰੀਰ ਹੈ ਅਸਥੂਲ ਹੈ। ਤੇ ਸਰੀਰ ਬਾਰੇ ਜਿਹੜਾ ਭੇਦ ਆ, ਸੋ ਉਹੀ ਸਾਡੇ ਕੋਲ ਸਾਰੀ ਜ਼ਿੰਦਗੀ ਨਹੀਂ ਜੀ ਪਾਇਆ ਜਾਂਦਾ। ਤੇ ਉਹਦਾ ਜੇ ਭੇਦ ਪਾਇਆ ਵੀ ਤਾਂ ਇੱਕ ਗਲਤ ਤਰੀਕੇ ਨਾਲ ਪਾ ਲਿਆ। ਹੁਣ ਗਲਤ ਕੀ ਤੇ ਸਹੀ ਕੀ, ਇਹ ਵੀ ਇੱਕ ਸੋਚਣੇ ਵਾਲੀ ਗੱਲ ਆ ਜਾਂਦੀ ਹੈ। ਤੇ ਗੁਰੂ ਦੀ ਸੋਚ ਅਨੁਸਾਰ ਜੇ ਅਸੀਂ ਇਸ ਸਰੀਰ ਦੇ ਨਾਲ ਬੰਦਗੀ ਕਰਨ ਦਾ ਢੰਗ ਤਰੀਕਾ ਸਿੱਖਿਆ, ਤੇ ਉਹ ਮੰਨ ਲਓ ਕਿੱਦਾਂ ਸਰੀਰ ਨਾਲ ਬੰਦਗੀ ਕਰਨੀ ਹੈ, ਕਿੱਦਾਂ ਸੇਵਾ ਕਮਾਉਣੀ ਹੈ, ਫਿਰ ਉਹ ਸਹੀ ਤਰੀਕਾ ਹੈ। ਫਿਰ ਸਮਝ ਲਓ ਅਸੀਂ ਸਰੀਰ ਦਾ ਭੇਦ ਜਾਣਦੇ ਹਾਂ। ਤੇ ਜੇ ਸਰੀਰ ਨੂੰ ਵਰਤ ਕੇ ਤਾਂ ਅਸੀਂ ਹੋਰ ਜਗ੍ਹਾ ਨੌਲੇਜ ਲੈ ਰਹੇ ਹਾਂ, ਉਹ ਗਲਤ ਤਰੀਕਾ ਮਹਾਰਾਜ ਨੇ ਕਿਹਾ। ਕਿਉਂ? ਕਾਰਨ ਕੀ? ਸਰੀਰ ਸਾਨੂੰ ਮਿਲਿਆ ਹੀ ਇਸ ਪਰਪਸ ਵਾਸਤੇ ਹੈ ਕਿ ਅਸੀਂ ਬੰਦਗੀ ਕਰਾਂ। ਸੋ ਇਸ ਕਰਕੇ ਸਰੀਰ ਨੂੰ ਇਸ ਸੰਬੰਧ ਵਿੱਚ ਜਾਣਨਾ, ਕਿਉਂਕਿ ਇਹਦੇ ਜਿਹੜੇ 5 ਗਿਆਨ ਇੰਦਰੇ, 5 ਕਰਮ ਇੰਦਰੇ, ਜਿਹੜੇ 5 ਸਾਡੇ ਗਿਆਨ ਇੰਦਰੇ ਨੇ, ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਦਾਰੋਮਦਾਰ ਡਿਪੈਂਡ ਕਰਦਾ ਹੈ। ਸੁਰਤ, ਅੱਖਾਂ ਸਾਡੀਆਂ, ਤੇ ਸਾਡੇ ਕੰਨ, ਸਾਡੀ ਨਾਸਿਕਾ, ਸਾਡੀ ਰਸਨਾ, ਤੇ ਸਾਡੀ ਇਹ ਜੋ ਜੇਬਾ ਹੈ, ਇਹ ਵਾਹਿਗੁਰੂ ਸਕਿਨ ਹੈ। ਸੋ ਇਹ ਚੀਜ਼ਾਂ ਜਿਹੜੀਆਂ ਨਾ, ਇਹ ਸਾਡੇ 5 ਗਿਆਨ ਇੰਦਰੇ ਹੈ। ਤੇ ਇਹਨਾਂ ਦੇ ਉੱਤੇ ਕਾਬੂ ਪਾਉਣਾ, ਇਹਨਾਂ ਨੂੰ ਜਿੱਤਣਾ, ਉਹ ਫਿਰ ਇੰਦਰਜੀਤ, ਉਹਨੂੰ ਇੰਦਰਜੀਤ ਮੰਨ ਲਓ, ਉਹ ਇੱਕ ਕਿਸਮ ਦਾ ਇੰਦਰਜੀਤ ਕਹਿੰਦੇ ਆ ਇੰਦਰ ਰਾਜੇ ਨੂੰ। ਉਹ ਇੰਦਰ ਬਣ ਗਿਆ,
ਸੋ ਭਾਵ ਜਿਹਦਾ ਇੰਦਰੀਆਂ ਤੇ ਕਾਬੂ ਪੈ ਗਿਆ ਉਹਨੂੰ ਫਿਰ ਇੰਦਰ ਸਵਰਗ ਦਾ ਸੁੱਖ ਇੱਥੇ ਧਰਤੀ ਤੇ ਹੀ ਪ੍ਰਾਪਤ ਹੋ ਜਾਂਦਾ ਹੈ, ਜਿਹੜਾ ਆਪਣੇ ਇੰਦਰੀਆਂ ਤੇ ਕਾਬੂ ਪਾ ਲੈਂਦਾ ਹੈ। ਸੋ ਇਹ ਜਾਣਨਾ ਬੜਾ ਜ਼ਰੂਰੀ। ਬਾਬਾ ਬੱਬੇ ਅੱਖਰ ਦੁਆਰਾ ਕਹਿੰਦੇ ਨੇ ਬਿੰਦ ਹੈ ਬਿੰਦ, ਆਪਣੇ ਆਪ ਨੂੰ ਜਾਣ ਕੇ ਤੇ ਫਿਰ ਅਕਾਲ ਪੁਰਖ ਬਾਰੇ ਨੌਲੇਜ ਲੈਣੀ, ਜਾਣਨਾ। ਇਹ ਜਾਣਨ ਦੇ ਗਿਆਨ ਦੀ ਗੱਲ ਹੈ ਸਾਰੀ। ਬਿੰਦ ਹੈ ਬਿੰਦ, ਜਨ ਬਿੰਦ ਹੈ ਜਾਣਨਾ, ਹਰ ਨੂੰ ਬਿੰਦ ਜਾਣਨਾ ਨਾ। ਸੋ ਇੰਜ ਸਰੀਰ ਵੀ, ਸਰੀਰ ਨੂੰ ਕਿਤੇ ਆਪਾਂ ਜਾਣ ਲਿਆ, ਇਸ ਕਰਕੇ ਵੀ ਜਾਣਨ ਦਾ ਵਿਸ਼ਾ ਹੈ। ਤੇ ਜਿਹੜੇ ਉਧਰੋਂ ਸੁਰਤ ਮਤ ਮਨ ਬੁੱਧ ਇਹਨਾਂ ਨੂੰ ਜਾਣ ਲਿਆ, ਇਹ ਵੀ ਜਾਣਨ ਦਾ ਵਿਸ਼ਾ ਹੈ। ਸੋ ਇਸ ਕਰਕੇ ਇਹਨਾਂ ਨੂੰ ਜਾਣਨਾ ਤੇ ਫਿਰ ਅਕਾਲ ਪੁਰਖ ਪਰਮਾਤਮਾ ਦੀ ਘੁੱਟ ਘੁੱਟ ਇੰਨੀ ਸੋਝੀ ਤਾਂ ਆਵੇ ਕਿ ਉਹ ਕਰਨਹਾਰ ਹੈ, ਉਹ ਕਰਤਾ ਹੈ, ਹੋਰ ਕੀ ਸਰਵ ਕਲਾ ਸਮਰੱਥ ਹੈ, ਕਰਨ ਕਾਰਨ ਕਰਤੇ ਵਸ ਹੈ, ਫਿਰ ਹਰ ਇੱਕ ਜਗ੍ਹਾ ਤੇ ਹੈ, ਜ਼ਰੇ ਜ਼ਰੇ ਦੇ ਵਿੱਚ ਹੈ। ਫਿਰ ਉਸ ਨੂੰ ਉਹਦਾ ਕੋਈ ਜਨਮ ਨਹੀਂ ਹੈ, ਉਸ ਦੀ ਕੋਈ ਮੌਤ ਨਹੀਂ ਹੈ, ਉਹ ਪ੍ਰਕਾਸ਼ ਹੈ ਆਪਣੇ ਆਪ 'ਚ। ਸਾਰੀਆਂ ਗੱਲਾਂ ਅਕਾਲ ਪੁਰਖ ਦੇ ਸੰਬੰਧ ਵਿੱਚ ਇੰਨੀਆਂ ਕੁ ਤਾਂ ਜਾਣ ਲਈ। ਹੋਰ ਜਿਹੜੀਆਂ ਨਹੀਂ ਜਾਣਨ ਯੋਗ, ਪਰ ਜਿਨ੍ਹਾਂ ਨੂੰ ਅਸੀਂ ਕਦੀ ਜਾਣ ਹੀ ਨਹੀਂ ਸਕਦੇ, ਉਧਰ ਪੈ ਜਾਂਦੇ, ਕਿਉਂਕਿ ਇਦਾਂ ਦਾ ਉਹਦੇ ਦਰਸ਼ਨ ਹਨ ਤੇ ਇਧਰਲੇ ਪਾਸੇ ਨੂੰ ਅਸੀਂ ਪੈ ਜਾਂਦੇ ਹਾਂ। ਜਿਹੜੀਆਂ ਜਿੰਨੀਆਂ ਗੱਲਾਂ ਸਾਨੂੰ ਆਪਣੀ ਬਾਣੀ ਦੱਸ ਰਹੀ ਹੈ, ਸਾਡੇ ਗੁਰੂ ਦੇਵ, ਸਾਡੇ ਗੁਰੂ ਜੀ ਸਾਨੂੰ ਦੱਸ ਰਹੇ ਨੇ, ਆਪਾਂ ਉਹ ਤਾਂ ਸਮਝੀਏ, ਉਹਨੂੰ ਤਾਂ ਆਪਾਂ ਜਾਣੀਏ। ਸੋ ਇਹ ਹੈ। ਤੇ ਏਦਾਂ ਨਾ ਜਾਣਨ ਵਾਲਾ ਹੋ ਕਰਕੇ ਜਿਹੜਾ ਆਪਣੇ ਆਪ ਨੂੰ ਜਾਣਦਾ ਤੇ ਅਕਾਲ ਪੁਰਖ ਦੇ ਸੰਬੰਧ ਵਿੱਚ ਜਿਹੜਾ ਜਾਣ ਜਾਂਦਾ ਕਿ ਉਹ ਬੇਅੰਤ ਹੈ, ਅਨੰਤ ਹੈ, ਤੇ ਉਹ ਫਿਰ ਅਕਾਲ ਪੁਰਖ ਉਸ ਨੂੰ ਆਪਣੇ ਵਿੱਚ ਮਿਲਾਉਂਦਾ ਹੈ। ਹੁਣ ਅਗਲੀ ਤੁਕ ਕਮਾਲ ਦੀ ਹੈ ਜੀ, ਕਹਿੰਦੇ ਬਿੰਦ ਹੈ ਬਿੰਦ ਨਾ ਵਿਛਰਨ ਭਾਵ, ਉਹ ਜਾਣਨਹਾਰ ਬਿੰਦ ਹੈ ਅਕਾਲ ਪੁਰਖ ਪਰਮਾਤਮਾ, ਜਿਹੜਾ ਕਿ ਨੌਲੇਜ ਦਾ ਭੰਡਾਰਾ ਹੈ, ਗਿਆਨ ਦਾ ਭੰਡਾਰਾ ਹੈ। ਉਹਦੇ ਚੋਂ ਸਾਨੂੰ ਥੋੜਾ ਜਿਹਾ ਗਿਆਨ ਮਿਲ ਜਾਵੇ। ਬਿੰਦ ਹੈ ਦੇ ਵਿੱਚੋਂ ਬਿੰਦ ਹੈ ਨਾ ਜੀ, ਕਿਣਕਾ ਮਾਤਰ, ਜਿਵੇਂ ਗੁਰੂ ਸਾਹਿਬ ਜੀ ਕਹਿੰਦੇ ਏ ਕਿਨਕਾ ਏਕ ਜਿਸ ਜੀਵ ਵਸਾਵੈ ਤਾਂ ਕਿ ਮਹਿਮਾ ਗਨੀ ਨਾ ਆਵੇ। ਬਸ ਥੋੜੀ ਜੀ ਸਾਨੂੰ ਜਾਣਕਾਰੀ ਮਿਲ ਜਵੇ, ਬਹੁਤ ਹਮੇ ਚੂਕ ਮਾਤਰ, ਕਿਣਕਾ ਮਾਤਰ ਸਾਨੂੰ ਜਾਣਕਾਰੀ ਮਿਲ ਜਵੇ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦੇ ਸੰਬੰਧ ਦੇ ਵਿੱਚ। ਉਹ ਥੋੜੀ ਜੀ ਮਿਲੀ ਹੋਈ ਜਾਣਕਾਰੀ ਵੀ ਬਹੁਤ ਜ਼ਿਆਦਾ ਹੈ। ਬਸ ਜਦੋਂ ਜਾਣਕਾਰੀ ਥੋੜੀ ਜੀ ਮਿਲ ਗਈ, ਨਾ ਵਿਛਰਨ, ਕਹਿੰਦੇ ਵਿਛੋੜਾ ਤਾਂ ਉਹਦਾ ਵੀ ਨਹੀਂ ਹੁੰਦਾ। ਜਦੋਂ ਨਾ ਰੱਬ ਦੇ ਸੰਬੰਧ ਵਿੱਚ ਥੋੜੀ ਜਿਹੀ ਵੀ ਜਾਣਕਾਰੀ ਮਿਲ ਗਈ, ਕਹਿੰਦੇ ਉਹਦਾ ਵੀ ਵਿਛੋੜਾ ਨਹੀਂ ਹੁੰਦਾ ਜੀ। ਜੇ ਵਿਛੋੜਾ ਇਹਦਾ ਮਤਲਬ ਵੀ ਤੇ ਉਹਦਾ ਪੜ੍ਹ ਲਿਆ, ਇਹ ਕੋਈ ਜਾਣਕਾਰੀ ਨਹੀਂ ਹੈ ਜੀ। ਜੇ ਕਿ ਪੜ੍ਹ ਲਿਆ, ਜਾਣਕਾਰੀ ਜਦੋਂ ਅਨੁਭਵ ਹੋਇਆ, ਜਦੋਂ ਵਾਕਿਆ ਮਹਿਸੂਸ ਹੋਣ ਲੱਗ ਪਿਆ। ਪੜ੍ਹਨ ਨੂੰ ਤਾਂ ਹੁਣ ਜਿੱਦਾਂ ਆਪਾਂ ਪੜ੍ਹ ਲੈਂਦੇ ਅੱਗ, ਤੇ ਅੱਗ ਨੇ ਅੱਗ ਥੋੜੀ ਹੋ ਜਾਣਾ। ਪੜ੍ਹ ਲਿਆ ਪਾਣੀ, ਪੜ੍ਹੇ ਹੋਏ ਨੇ ਪਾਣੀ ਥੋੜੀ ਹੋ ਜਾਣਾ, ਠੀਕ। ਤੇ ਇਸ ਕਰਕੇ ਪੜ੍ਹੀ ਹੋਈ ਚੀਜ਼ ਜੇ ਕਹ ਲਓ ਵੀ ਉਹਦਾ ਅਨੁਭਵ, ਉਹ ਬਕਾਇਦਾ ਮੰਨ ਲਓ ਉਹਦਾ ਮੇਰੇ ਬੋਡੀ ਤੇ ਅਸਰ ਹੋਵੇ। ਬੋਡੀ ਮੇਰੇ ਕੋਲ ਹੈ, ਮੇਰਾ ਸਰੀਰ ਮੇਰੇ ਕੋਲ ਹੈ, ਮੇਰਾ ਸਰੀਰ ਮੈਨੂੰ ਦੱਸੇ ਕਿ ਅਸਰ ਹੋਇਆ ਜਾਂ ਨਹੀਂ ਹੋਇਆ। ਵੀ ਮੈਂ ਕਹਿੰਦਾ ਉਹ ਬੇਅੰਤ ਹੈ ਹਨਾ, ਤੇ ਕੀ ਇਸ ਗੱਲ ਦਾ ਮੇਰੇ ਤੇ ਅਸਰ ਹੁੰਦਾ ਹੈ? ਮੈਂ ਕਹਿੰਦਾ ਤੂੰ ਮੇਰਾ ਪਿਤਾ, ਤੂੰ ਮੇਰਾ ਮਾਤਾ, ਕਿੰਨਾ ਅਸਰ ਹੁੰਦਾ ਹੈ, ਕਿੰਨਾ ਅਸਰ ਹੋਇਆ, ਠੀਕ ਨੀ। ਤੇ ਅਸੀਂ ਕਹਿ ਦਿੱਤਾ ਜੀ ਉਹ ਹਰ ਇੱਕ ਜਗ੍ਹਾ ਦੇ ਉੱਤੇ ਰੱਬ ਆ ਹਨਾ, ਤੇ ਮੈਂ ਘਰ ਵਿੱਚ ਹੋਰ ਬਾਹਰ ਹੋਰ, ਤੇ ਮੈਂ ਠੱਗੀ ਮਾਰਨ ਲੱਗਾ ਨਹੀਂ ਦੇਖਦਾ, ਹੇਰਾਫੇਰੀ ਕਰਨ ਲੱਗਾ ਨਹੀਂ ਦੇਖਦਾ, ਆਲੇ ਦੁਆਲੇ ਦੇਖ ਕੇ ਮੈਂ ਚੋਰੀ ਕਰ ਜਾਂਦਾ, ਮੈਂ ਹੇਰਾਫੇਰੀ ਕਰ ਜਾਂਦਾ। ਤੇ ਇਹਦਾ ਮਤਲਬ ਇੱਕ ਪੜ੍ਹਿਆ ਆ ਤੇ ਉਹ ਜੋ ਅਨੁਭਵ ਸੀਗਾ ਵੀ ਉਸ ਚੀਜ਼ ਨੂੰ ਧਾਰਨ ਕਰ ਲੈਣਾ, ਉਹ ਨਹੀਂ ਹੋਇਆ। ਬਸ ਜਿਹੜਾ ਅਨੁਭਵ ਹੋ ਗਿਆ, ਧਾਰਨ ਕੀਤਾ ਹੋਇਆ ਜਿਹੜਾ ਉਹ ਬਿੰਦ ਕਈ ਹਾਂਜੀ, ਥੋੜਾ ਜਿਹਾ ਵੀ ਅਕਾਲ ਪੁਰਖ ਪਰਮਾਤਮਾ ਦੇ ਇਸ ਮਹਾ ਗਿਆਨ ਨੂੰ ਜੇ ਧਾਰਨ ਕਰ ਲਿਆ ਆਪਣੇ ਆਪ ਦੇ ਉੱਤੇ, ਅੰਮ੍ਰਿਤ ਧਾਰੀ ਮਤਲਬ ਅੰਮ੍ਰਿਤ ਨੂੰ ਜਿਸ ਨੇ ਧਾਰਨ, 5 ਕਕਾਰ ਧਾਰਨ ਕਰ ਲਿਆ ਨਾ, ਤੇ ਉਹ ਫਿਰ ਜਿਹੜਾ ਹੁਣ ਧਾਰਨ ਕਰਦਾ, ਕਹਿੰਦਾ ਜੋ ਮਰਜ਼ਾਦਾ ਪੂਰੀ ਕਰਦਾ, ਰਹਿਤ ਰੱਖਦਾ, ਧਾਰਨ ਕਰਦਾ, ਤੇ ਉਹਦਾ ਵੀ ਫਰਕ ਹੋਰ ਹੁੰਦਾ ਨਾ ਜੀ। ਇਸੇ ਤਰ੍ਹਾਂ ਹੀ ਅਕਾਲ ਪੁਰਖ ਦੇ ਸੰਬੰਧ ਦੇ ਵਿੱਚ ਜੇ ਬਿੰਦਕ ਜਾਣ ਲਈ ਅਨੁਭਵ ਹੋ ਗਿਆ, ਪਰ ਇੰਨਾ ਹੀ ਹੋ ਜਾਵੇ ਜੀ ਉਹ ਰਿਜ਼ਕ ਦਾਤਾ ਜੀ, ਲੈ ਐਡਾ ਹੀ ਛੋਟਾ ਜਿਹਾ ਗਿਆਨ, ਜਿੰਨੇ ਹੋ ਜਾਵੇ ਜੋ ਜ਼ਰੇ ਜ਼ਰੇ ਦੇ ਵਿੱਚ ਹੈ ਜੀ, ਕਿੱਡਾ ਵੱਡਾ ਗਿਆਨ ਹੈ। ਜੇ ਇੱਕ ਚੀਜ਼ ਹੈ ਵੀ ਬੜਾ ਦਿਆਲੂ ਹੈ ਜੀ, ਕਿਤੇ ਛੋਟਾ ਗਿਆਨ ਹੈ ਜੀ,
ਹਾਂਜੀ। ਤੇ ਓਜਾ ਅਸੀਂ ਕਹਿੰਦੇ ਵੀ ਦਿਆਲੂ ਹੈ, ਕਿਰਪਾਲੂ ਹੈ, ਖਿਮਾ ਕਰਨੇ ਵਾਲਾ, ਗਰੀਬ ਨਵਾਜ ਹੈ, ਨਿਮਾਣਿਆਂ ਦਾ ਮਾਣੇ, ਕਹੀ ਜਾਂਦੇ ਹਨਾ। ਇਹਨਾਂ ਚ ਇੱਕ ਨੂੰ ਧਾਰਨ ਕਰ ਲਈ, ਬਿੰਦਕ ਇੱਕ ਧਾਰਨ ਕਰ ਲਈਏ ਤੇ ਉਹਦੇ ਨਾਲ ਹੀ ਕਹਿੰਦੇ ਐਸਾ ਮੇਲ ਹੋਣਾ ਹੈ ਮੁੜ ਕੇ ਵਿਛੋੜਾ ਨਹੀਂ ਹੋਵੇ, ਨਾ ਵਿਛੜਨ ਪਰ ਸਵਾਲ ਨਹੀਂ ਪੈਦਾ ਹੁੰਦਾ। ਕਹਿੰਦੇ ਤੇਰਾ ਕਦੀ ਮੁੜ ਕੇ ਵਿਛੋੜਾ ਹੋ ਜਾਵੇਗਾ। ਹੁਣ ਅਗਲੀ ਤੋਂ ਕਹਿੰਦੇ ਬੰਦੋ ਹੋਏ ਬੰਦਗੀ ਗਹਿ। ਬੰਦੋ ਕਿਹਨੂੰ ਕਹਿੰਦੇ ਆ? ਜਿਹੜਾ ਬੰਧਨਾਂ ਦੇ ਵਿੱਚ ਪਿਆ ਹੋਇਆ ਹੈ। ਬੰਧਨਾਂ ਵਿੱਚ ਕੌਣ ਪੈਂਦਾ? ਜਿਹੜਾ ਗੁਲਾਮ ਹੁੰਦਾ, ਜਿਹੜਾ ਕੈਦੀ ਹੁੰਦਾ। ਕੈਦੀ ਨੂੰ ਆਪਾਂ ਕਹਿੰਦੇ ਬੰਧਨ ਪਏ ਹੋਏ ਨੇ। ਹੁਣ ਕੈਦੀ ਆਪਣੀ ਮਰਜ਼ੀ ਨਾਲ ਦੱਸੋ ਕੀ ਕਰ ਸਕਦਾ? ਕੈਦੀ ਨੂੰ ਜਿਹੜੇ ਹਾਕਮ ਨੇ, ਜਿਹੜੇ ਉਹਦੇ ਤੇ ਜਿਨ੍ਹਾਂ ਦਾ ਉੱਤੇ ਪਹਿਰਾ ਆ, ਉਹਦੀ ਮਰਜ਼ੀ ਤੋਂ ਬਿਨਾਂ ਜਿਹੜਾ ਕੈਦੀ ਹੈ ਨਾ ਉੱਠ ਸਕਦਾ ਨਾ ਬੈਠ ਸਕਦਾ। ਉਹਨੂੰ ਰੋਟੀ ਪਾਣੀ ਵੀ ਬਿਲਕੁਲ ਟਾਈਮ ਦੇ ਨਾਲ, ਉਹਦੀ ਮਰਜ਼ੀ ਦੇ ਨਾਲ ਨਹੀਂ। ਕੈਦੀ ਦੀ ਮਰਜ਼ੀ ਦੇ ਨਾਲ ਉਹਨੂੰ ਘੁਮਾਇਆ ਨਹੀਂ ਜਾਵੇਗਾ, ਉਹਦਾ ਇੱਕ ਟਾਈਮ ਹੋਵੇਗਾ। ਜਦੋਂ ਸ਼ਾਹਜਹਾਂ ਬਾਦਸ਼ਾਹ ਸੀ ਉਦੋਂ ਮਰਜ਼ੀ ਚੱਲਦੀ ਸੀ ਭਾਈ। ਜਦੋਂ ਕੈਦੀ ਹੋਇਆ ਫਿਰ ਜਾਂ ਸਿਕਦਾਰੇ ਪਵੈ ਜੰਜੀਰੀ, ਬਾਣੀ ਕਹਿੰਦੀ ਹੈ, ਤਾਂ ਚੱਕਰ ਹੱਥੋਂ ਮਰਨ। ਜਦੋਂ ਕੋਈ ਰਾਜਾ ਕੈਦ ਵਿੱਚ ਪੈਂਦਾ ਤੇ ਫਿਰ ਦੂਸਰਾ ਰਾਜਾ ਥੋੜੀ ਉਹਨੂੰ ਸਜ਼ਾ ਦਿੰਦਾ, ਨਾ ਨੌਕਰ ਦਿੰਦੇ ਆ। ਉਹੀ ਨੌਕਰ ਜਿਹੜੇ ਉਹਦੇ ਸਾਹਮਣੇ ਕਦੀ ਸਿਰ ਨਹੀਂ ਸੀ ਉੱਚਾ ਚੱਕਦੇ, ਅੱਜ ਉਹੀ ਨੌਕਰ ਦਬਕੇ ਮਾਰਦੇ ਪਏ ਹਨਾ। ਸ਼ਾਹਜਹਾਂ ਏਦਾਂ ਪਿਆ ਸੀ ਆਪਣੇ ਨੌਕਰਾਂ ਦੀ ਕੈਦ ਦੇ ਵਿੱਚ, ਉਹਨੂੰ ਪਾਣੀ ਤੱਕ ਨਹੀਂ ਦਿੰਦੇ ਸੀ। ਸਾਫ਼ ਕਹਿੰਦੇ ਸੀ ਰੰਗ ਜੇ ਬੜਾ ਕੱਬਾ, ਅਸੀਂ ਆਪਣਾ ਪਰਿਵਾਰ ਥੋੜੀ ਮਰਾਉਣਾ। ਸੋ ਉਹਨੂੰ ਮਤਲਬ ਜੋ ਆਰਡਰ ਸੀ ਔਰੰਗਜ਼ੇਬ ਦਾ, ਉਸ ਹਿਸਾਬ ਦੇ ਨਾਲ ਉਸਨੂੰ ਖਾਣ ਪੀਣ ਨੂੰ ਦਿੱਤਾ ਜਾਂਦਾ ਸੀ। ਬੜਾ ਸੋ ਆਖਰੀ ਟਾਈਮ ਸ਼ਾਹਜਹਾਂ ਦਾ, ਜਿਸ ਦੇ ਆਪਾਂ ਮਕਬਰੇ ਤੇ ਸਾਰੇ ਮਰ ਗਏ, 7 ਮਾਜੂਬਾ ਜੀ ਜਾ ਕੇ ਇਹਦੇ ਮਕਬਰੇ ਜਾ ਕੇ ਕਬਰ ਦੇ ਉੱਤੇ ਜਾ ਕੇ ਸਿਰ ਝੁਕਾਉਣ ਦੇ, ਪਤਾ ਨਹੀਂ ਨਾ ਗਿਆਨ ਅੰਧੀ ਇੱਜ਼ਤ ਗਿਆਨ ਵੀ ਹੋਣੀ ਭਾਏ ਪਰੇ ਮਰਦਾਰ। ਕੋਈ ਹੋਰ ਜਾਵੇ ਤਾਂ ਜਾਵੇ। ਅਤੇ ਕੁਝ ਨਾ ਹਿੰਦੂਆਂ ਦੇ ਉੱਤੇ ਨਾ ਜ਼ੁਲਮ ਹੋਇਆ, ਇਹਨਾਂ ਮੁਗਲਾਂ ਨੇ ਕੀਤਾ। ਇਹ ਸਭ ਉੱਥੇ ਜਾ ਕੇ ਜੀ ਇਹ ਸਾਡਾ ਬਾਦਸ਼ਾਹ ਸ਼ਾਹਜਹਾਂ ਨੇ ਆਪਣੀ ਬੇਗਮ ਦੀ ਯਾਦ ਵਿੱਚ ਬਣਾਇਆ ਹਾਂਜੀ। ਤੇ ਬਿਲਕੁਲ ਗੈਰਤ ਹੀ ਹੈ ਨਹੀਂ, ਅਣਖ ਹੀ ਹੈ ਨਹੀਂ। ਹਿੰਦੁਸਤਾਨ ਕਿੰਨੀਆਂ ਸਦੀਆਂ ਤੱਕ ਗੁਲਾਮ ਰਿਹਾ। ਉਹ ਜੋ ਜਾ ਕੇ ਮਸਜਿਦ ਨੂੰ ਤੋੜਦੇ ਪਏ ਆ, ਜਿਹੜੀ ਉੱਥੇ ਬਣੀ ਹੋਈ ਅਯੁੱਧਿਆ ਦੇ ਵਿੱਚ, ਤੇ ਇਹਨੂੰ ਕਿਉਂ ਨਹੀਂ ਫਿਰ ਤੋੜਦੇ? ਜਿਸ ਰਾਜੇ ਨੇ ਇੰਨਾ ਜ਼ੁਲਮ ਕੀਤਾ, ਜ਼ੁਲਮੀ ਸੀ, ਇਹ ਵੀ ਜ਼ੁਲਮ ਕਰਦੇ ਰਹੇ ਉਹ। ਤੇ ਜਾਂ ਇਹਦੇ ਤੇ ਜਿਹੜਾ ਸਿਸਟਮ ਆ ਬਣਾਇਆ ਹੈਗਾ ਉਹਦੀ ਰੂਪਰੇਖਾ ਚੇਂਜ ਕਰ ਸਕਦੇ? ਕੁਝ ਵੀ ਨਹੀਂ। ਸੋ ਇਹ ਗਿਆਨ ਤਾਂ ਦੇਣ। ਤੇ ਇਹ ਮਤਲਬ ਜਦੋਂ ਜ਼ੁਲਮ ਕਰਦਾ ਸੀਗਾ ਤੇ ਇੱਕ ਦਿਨ ਐਸਾ ਆਇਆ ਕਿ ਇਸ ਦੇ ਪੁੱਤਰ ਨੇ ਦੇਖੋ ਦਾ ਕਿੱਦਾਂ ਇਹਨੂੰ ਕੈਦ ਕੀਤਾ। ਇੱਕੋ ਗੱਲ ਜੀ ਆਪਣੀ ਬੇਗਮ ਦੀ ਯਾਦ ਵਿੱਚ ਤਾਜ ਮਹਿਲ ਬਣਾ ਦਿੱਤਾ। ਸਾਡਾ ਤਾਂ ਨਾ ਕੋਈ ਲੈਣਾ ਨਹੀਂ। ਸਾਨੂੰ ਤਾਂ ਚੇਤੇ ਆਉਂਦਾ ਜਦੋਂ 6ਵੇਂ ਪਾਤਸ਼ਾਹ ਜੀ ਤੇ ਹਮਲਾ ਕਰਦਾ ਸੀ, 4 ਜੰਗਾਂ ਲੜੀਆਂ 6ਵੇਂ ਪਾਤਸ਼ਾਹ ਜੀ ਦੇ ਨਾਲ, ਤੇ ਅਸੀਂ ਕਿੰਨੇ ਸਿੱਖ ਸ਼ਹੀਦ ਹੋਏ ਜੀ ਉਸ ਉਹਨਾਂ ਜੰਗਾਂ ਦੇ ਵਿੱਚ। ਇਸ ਕਰਕੇ ਤੇ ਇਹ ਚਲੋ ਗੱਲ ਇੱਧਰਲੇ ਪਾਸੇ ਚਲੇ ਗਈ। ਤੇ ਗੱਲ ਇਹ ਬੰਧਕ ਦੀ ਚੱਲਦੀ ਸੀ ਗੱਲ। ਜਦੋਂ ਬੰਦਾ ਬੰਧਕ ਹੋ ਜਾਂਦਾ, ਜਿਹੜਾ ਕੈਦੀ ਹੁੰਦਾ ਨਾ ਜੀ, ਆਪਣੀ ਇੱਛਾ ਦੇ ਮੁਤਾਬਕ ਕੁਝ ਵੀ ਨਹੀਂ ਕਰ ਸਕਦਾ। ਹੁਣ ਜਿਹੜੀ ਬੰਦਗੀ ਹੈ ਇਹ ਵੀ ਬੰਧਕ ਹੋ ਕੇ ਹੁੰਦੀ ਹੈ। ਜੇ ਕਹੋ ਵੀ ਹਾਂ ਆਪਣੀ ਇੱਛਾ ਨਹੀਂ, ਉਹ ਬੰਧਕ ਕਿਹਦਾ ਬਣਨਾ? ਅਕਾਲ ਪੁਰਖ ਪ੍ਰਮਾਤਮਾ ਦਾ। ਅਕਾਲ ਪੁਰਖ ਪ੍ਰਮਾਤਮਾ ਦੇ ਭਗਤ ਬੰਧਕ ਕਿੱਦਾਂ ਬਣਦੇ ਨੇ? ਹੁਣ ਬੜਾ ਵੱਡਾ ਸਵਾਲ ਹੈ। ਉਹਨਾਂ ਦੀ ਬੇੜੀਆਂ ਪੈਣੀ, ਉਹਨਾਂ ਦੇ ਹੱਥਾਂ ਨੂੰ ਹੱਥ ਕੜੀਆਂ ਲਾਉਂਦਾ ਰੱਬ? ਨਹੀਂ, ਉਹਨਾਂ ਰੱਬ ਦਾ ਹੁਕਮ ਹੀ ਉਹਨਾਂ ਵਾਸਤੇ ਬੇੜੀਆਂ ਤੇ ਹੱਥ ਕੜੀਆਂ। ਹੁਕਮ ਤੋਂ ਬਾਹਰਾ ਉਹ ਨਾ ਕੁਝ ਕਰਦੇ, ਹੁਕਮ ਤੋਂ ਬਾਹਰਾ ਨਾ ਕਿਤੇ ਜਾਂਦੇ ਐ, ਪੈਰਾਂ ਨੂੰ ਬੇੜੀਆਂ। ਹੁਕਮ ਤੋਂ ਬਿਨਾਂ ਨਾ ਦੇਖਣਾ ਨਾ ਸੁਣਨਾ। ਜਿਹੜਾ ਸੰਸਾਰਕ ਰਾਜਾ ਅੱਖਾਂ ਤੇ ਥੋੜੀ ਬੇੜੀਆਂ ਪਾ ਸਕਦਾ, ਕੰਨਾਂ ਤੇ ਥੋੜੀ ਬੇੜੀਆਂ ਪਾ ਸਕਦਾ, ਉਹਦੀ ਰਸਨਾ ਤੇ ਥੋੜੀ ਬੇੜੀ ਲਾ ਸਕਦਾ। ਭਾਈ ਜਿਹੜੇ ਰੱਬ ਦੇ ਪਿਆਰੇ ਹੈ ਨਾ, ਉਹ ਆਪਣੇ ਆਪ ਨੂੰ ਜਦੋਂ ਪਾਉਂਦੇ ਆ ਨਾ ਬੰਧਨਾਂ ਦੇ ਵਿੱਚ, ਗੁਲਾਮ ਬਣਦੇ। ਇਹ ਗੱਲ ਕਹਿਣੀ ਸੌਖੀ ਤੇ ਸੱਚੇ ਪਾਤਸ਼ਾਹ ਰੱਖੋ ਰੱਖ ਨਿਹਾਲ ਦਿਆਲਾ ਨਾਨਕ ਘਰ ਕੇ ਗੋਲੇ। ਗੋਲਾ ਇਹ ਮੈਂ ਤੇਰੇ ਘਰ ਦਾ ਗੋਲਾ ਆ, ਤੂੰ ਮੈਨੂੰ ਰੱਖ ਲਾ। ਗੋਲਾ ਤਾਂ ਬਣਿਆ ਹੀ ਨਹੀਂ, ਰੱਖੂਗਾ ਕਿੱਦਾਂ ਜੀ? ਮਨ ਹੋਰ ਤੇ ਮੁੱਖ ਹੋਰ ਹੈ। ਮੇਰੇ ਵਰਗਾ ਅਰਦਾਸ ਕਰਦਾ, ਮਹਾਰਾਜ ਜੀ ਰੱਖ ਲਾ ਜੀ, ਮੈਂ ਤੇਰੇ ਪਾਣੀ ਦੀ ਪੰਕਤੀ ਪੜ੍ਹ ਕੇ ਮੈਂ ਦੱਸ ਦਿੰਦਾ, ਤੇ ਏਦਾਂ ਮੈਂ ਗੋਲਾ ਬਣ ਗਿਆ? ਹਾਂਜੀ, ਕੰਮ ਮੈਂ ਆਪਣੀ ਮਰਜ਼ੀ ਨਾਲ ਅਨੁਸਾਰ ਕਰਦਾ, ਮੈਂ ਗੋਲਾ ਥੋੜੀ ਬਣਿਆ। ਤੇ ਉਹ ਤਾਂ ਮੈਂ ਬੰਦਾ ਬੈ ਖਰੀਦ
ਬੈ ਖਰੀਦ, ਮੁੱਲ ਖਰੀਦੀ, ਲਾਲਾ ਗੋਲਾ, ਹਨਾ, ਮੁੱਲ ਖਰੀਦੇ ਹੋਏ ਬਣਨਾ ਪੈਂਦਾ ਹੈ। ਕਿ ਜਿੱਦਾਂ ਕੋਈ ਗੁਲਾਮ ਨੂੰ ਜਦੋਂ ਮੁੱਲ ਖਰੀਦ ਲਿਆ ਜਾਂਦਾ, ਫਿਰ ਇਹ ਬੰਦਿਆਂ ਦੀਆਂ ਮੰਡੀਆਂ ਸ਼ਾਇਦ ਗਜਨੀ ਦੇ ਵਿੱਚ ਹੁਣ ਵੀ ਲੱਗਦੀਆਂ, ਨਹੀਂ ਤਾਂ ਜਦੋਂ ਮੁਗਲਾਂ ਦਾ ਸ਼ਾਸਨ ਸੀਗਾ ਜੀ, ਇਹ ਔਰਤਾਂ ਦੀਆਂ ਵੀ ਮੰਡੀਆਂ ਲੱਗਦੀਆਂ, ਔਰਤਾਂ ਟਕੇ ਟਕੇ ਨੂੰ ਵਿਕਦੀਆਂ ਹੁੰਦੀਆਂ ਸੀਗੀਆਂ। ਜਿਹੜੇ ਆ ਹਿੰਦੂਆਂ ਦੇ ਮੁੰਡੇ ਹੁੰਦੇ ਸੀ, ਕੰਮ ਕਰਨ ਵਾਲੇ ਘਰਾਂ ਦੇ ਵਿੱਚ ਗੁਲਾਮ ਰੱਖਦੇ ਹੁੰਦੇ ਸੀਗੇ। ਅੱਜ ਜੋ ਮਤਲਬ ਜੋ ਸਿਸਟਮ ਸਾਰਾ ਭੁੱਲ ਗਿਆ, ਨਾ ਖਾਲਸਾ ਤਲਵਾਰ ਚੁੱਕਦਾ, ਨਾ 10ਵੇਂ ਪਾਤਸ਼ਾਹ ਜੀ ਖਾਲਸਾ ਸਾਜਦੇ, ਹਿੰਦੁਸਤਾਨ ਦਾ ਰੂਪ ਤਾਂ ਨਹੀਂ ਸੀ ਹੋਣਾ। ਬਹੂ ਬੇਟੀਆਂ ਦੀ ਇੱਜ਼ਤ ਟਕੇ ਟਕੇ ਤੇ ਗਜਨੀ ਦੇ ਵਿੱਚ ਰੁਲਦੀ ਸੀ, ਗਜਨੀ ਦੇ ਵਿੱਚ। ਤੇ ਇਹ ਤਾਂ ਮਹਾਰਾਜ ਸੱਚੇ ਪਾਤਸ਼ਾਹ ਦੀ ਰਹਿਮਤ ਹੋਈ ਤੇ ਹਿੰਦੁਸਤਾਨ ਦੀ ਇੱਜ਼ਤ ਆਬਰੂ ਬਚੀ, ਤੇ ਨਹੀਂ ਬਚੀ ਸੀ। ਤੇ ਫਿਰ ਗਾਹਾਂ ਇਹ ਗਲਤੀਆਂ ਕਰ ਗਏ। ਜੇ ਗਲਤੀਆਂ ਨਾ ਕਰਦੇ ਤੇ ਫਿਰ ਹਿੰਦੁਸਤਾਨ ਦੀ ਇੱਜ਼ਤ ਆਬਰੂ ਆਪਣੀ ਵੀ ਬਚਣੀ ਸੀ। ਤੇ ਸੋ ਚੱਕਰਵਰਤੀ ਰਾਜਿਆਂ ਵਾਲਾ ਰਾਜ ਹਿੰਦੁਸਤਾਨ ਦਾ ਸੋ ਅੱਗੇ ਨਾਲ ਵੀ ਵੱਧ ਕੇ ਕਾਇਮ ਰਹਿਣਾ ਸੀ। ਪਰ ਨਹੀਂ, ਜਿਨ੍ਹਾਂ ਨੇ ਇੱਜ਼ਤ ਆਬਰੂ ਬਚਾਈ ਤੇ ਉਹਨਾਂ ਦੇ ਨਾਲ ਇਹਨਾਂ ਨੇ ਮੱਥੇ ਲਾਉਣੇ ਸ਼ੁਰੂ ਕੀਤੇ। ਪਰ ਨਹੀਂ, ਉਹ ਗੱਲ ਫਿਰ ਬਣੀ ਨਹੀਂ ਜੀ। ਉਹਨਾਂ ਵੀ ਵੱਖਰਾ ਵਿਸ਼ਾ ਫਿਰ ਚੱਲ ਪੈਂਦਾ ਕਿ ਬੰਦਾ, ਗੱਲ ਬੰਧਕ ਦੀ ਚੱਲਦੀ ਹੈ, ਕੈਦੀ ਦੀ ਚੱਲਦੀ ਹੈ। ਤੇ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦੀ ਜਿਹੜੀ ਬੰਦਗੀ ਆ, ਬੰਧਕ ਬਣ ਕੇ ਹੁੰਦੀ ਹੈ। ਬੰਧਕ ਬਣ ਕੇ ਹੋਏ ਬੰਦਗੀ ਗਹਿ, ਉਹਦੇ ਹੁਕਮ ਨੂੰ ਆਪਣਾ, ਉਹਦੇ ਹੁਕਮ ਦੇ ਵਿੱਚ ਆਪਣੇ ਆਪ ਨੂੰ ਬੰਨ ਕੇ ਭਗਤ ਜਨ ਬੰਦਗੀ ਦੀ ਹੀ ਪਕੜ ਕਰਦੇ। ਅਕਾਲ ਪੁਰਖ ਪਰਮਾਤਮਾ ਦੀ ਬੰਦਗੀ ਨੂੰ ਜੇ ਤੁਸੀਂ ਪਕੜਨਾ, ਤੁਹਾਨੂੰ ਕੈਦੀ ਬਣਨਾ ਪੈਣਾ। ਕਿਹਦੇ? ਰੱਬੀ ਹੁਕਮ ਦੇ, ਪਰਮਾਤਮਾ ਦੇ ਹੁਕਮ ਦੇ। ਜਿਹੜਾ ਰੱਬੀ ਹੁਕਮ ਦਾ ਕੈਦੀ ਬਣ ਗਿਆ, ਉਹ ਬੰਦਗੀ ਨੂੰ ਫੜ ਲੈਂਦਾ ਜੀ। ਬੰਦਗੀ ਕਹੇ ਇਹ ਕੀ ਕਹਿੰਦਾ? ਬੰਦਕ ਹੋਏ ਬੰਦ ਸੁਧ ਲਹਿ। ਜਿਹੜਾ ਅਕਾਲ ਪੁਰਖ ਦੇ ਹੁਕਮ ਦਾ ਕੈਦੀ ਬਣ ਗਿਆ ਤੇ ਬੰਦਗੀ ਦੀ ਪਕੜ ਕਰ ਲਈ ਜਿਸਨੇ, ਹੈ ਨਾ, ਬੰਦਗੀ ਤੋਂ ਬਿਨਾਂ ਹੋਰ ਕੋਈ ਫਿਕਰ ਨਹੀਂ, ਕੋਈ ਟੈਨਸ਼ਨ ਨਹੀਂ, ਕਿਸੇ ਨਾਲ ਕੋਈ ਸੰਬੰਧ ਨਹੀਂ, ਲੈਣਾ ਨਹੀਂ ਦੇਣਾ ਨਹੀਂ, ਮਤਲਬ ਕੋਈ ਨਹੀਂ। ਤਾਂ ਠੀਕ ਆ, ਲੋਕ ਬੜੇ ਉਹਦੇ ਨਾਲ ਮਿਲਦੇ ਆ, ਵਰਤਦੇ ਆ, ਉਹ ਕੋਈ ਪਰਵਾਹ ਨਹੀਂ ਕਰਦਾ। ਉਹਨੂੰ ਜੇ ਫਿਕਰ ਹੈ ਤੇ ਕੇਵਲ ਬੰਦਗੀ ਦਾ ਫਿਕਰ ਹੈ, ਤਾਂ ਹੋਰ ਬਿਲਕੁਲ ਕੋਈ ਫਿਕਰ ਨਹੀਂ ਰੱਖਦਾ। ਤੇ ਫੇਰ ਕੀ ਹੁੰਦਾ? ਅਕਾਲ ਪੁਰਖ ਪਰਮਾਤਮਾ ਆਪਣੇ ਬੰਧਕ ਦੀ ਪਤਾ ਕਿੱਦਾਂ ਪਾਲਣਾ ਕਰਦਾ ਜੀ? ਕਿੱਡੀ ਕਹਿੰਦੇ ਬੰਦ ਸੁਧ ਲੈ। ਬੰਦ ਕਿਹਨੂੰ ਕਹਿੰਦੇ? ਰਿਸ਼ਤੇਦਾਰ ਨੂੰ। ਜਿਹੜਾ ਭਗਤ ਬੰਧਕ ਹੋ ਕਰਕੇ ਅਕਾਲ ਪੁਰਖ ਦੀ ਬੰਦਗੀ ਕਰਦਾ ਹੈ ਤੇ ਉਸੇ ਦੀ ਹੀ ਬੰਦਗੀ ਦੀ ਪਰਵਾਹ ਕਰਦਾ ਹੈ। ਤੇ ਅਕਾਲ ਪੁਰਖ ਪਰਮਾਤਮਾ ਫਿਰ ਉਸ ਦੀ ਪਾਲਣਾ ਇੰਜ ਕਰਦਾ ਜਿੱਦਾਂ ਦਾ ਆਪਣਾ ਹੋਵੇ। ਇੱਥੇ ਰਿਸ਼ਤੇਦਾਰ ਤੋਂ ਜਿਹੜੇ ਆਪਣਾ ਸ਼ਬਦ ਵਰਤ ਲਈ ਜ਼ਿਆਦਾ ਚੰਗਾ। ਬੰਦ ਜਿਹੜਾ ਕਿਹਾ ਜਾਂਦਾ, ਕਹਿੰਦੇ ਨੇ ਵੀ ਰਿਸ਼ਤੇਦਾਰਾਂ ਨੇ ਨਾ ਕਹਿੰਦਾ, ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਇਹਦਾ ਬੰਧਪ। ਸੋ ਏਦਾਂ ਵੀ ਉਹ ਫਿਰ ਅਕਾਲ ਪੁਰਖ ਪਰਮਾਤਮਾ ਆਪਣਿਆਂ ਨਾਲੋਂ ਵੱਧ ਕੇ ਆਪਣੇ ਭਗਤ ਦੀ ਪਾਲਣਾ ਕਰਦਾ, ਰੱਖਿਆ ਕਰਦਾ ਹੈ। ਤਤੀ ਵਾਹ ਨਿਜ। ਇਹ ਬੜੀਆਂ ਸਾਖੀਆਂ ਨੇ ਜੀ, ਜਿਹੜੀਆਂ ਸਾਡੇ ਕੋਲ ਕਥਾ ਕਹਾਣੀਆਂ ਨੇ ਔਰ ਗੁਰਬਾਣੀ ਦੇ ਵਿੱਚ ਦਰਜ ਨੇ। ਰੱਬ ਨੇ ਆਪਣੇ ਭਗਤਾਂ ਦੀ ਰੱਖਿਆ ਕਿੱਦਾਂ ਕੀਤੀ, ਹੰਕਾਰੀਆਂ ਤੇ ਨਿੰਦਕਾਂ ਨੂੰ ਪਿੱਠ ਦਿੱਤੀ ਹੈ, ਆਪਣੇ ਭਗਤਾਂ ਨੂੰ ਗਲ ਦੇ ਨਾਲ ਲਾਇਆ, ਆਪਣੇ ਭਗਤਾਂ ਨੂੰ ਆਪਣੇ ਗੋਦੀ ਵਿੱਚ ਬਿਠਾ ਲਿਆ, ਤੇ ਜਿਹੜੇ ਦੁਸ਼ਟ ਸਨ ਉਹਨਾਂ ਨੂੰ ਆਪਣੇ ਹੱਥਾਂ ਦੇ ਨਾਲ ਵਧਾਰਿਆ। ਆਪਣੇ ਹੱਥਾਂ ਦੇ ਨਾਲ ਉਹਨਾਂ ਨੂੰ ਬਿਲਕੁਲ ਰੱਬ ਨੇ ਫਿਰ ਦਰਦ ਨਹੀਂ ਕੀਤਾ। ਰੱਬ ਨੇ ਜਦੋਂ ਫਿਰ ਜਿਹੜਾ ਭਗਤ ਨੂੰ ਜੋ ਤੇਰੇ ਭਗਤ ਦਿਖਾਵੇ ਤਤਕਾਲ ਤੂੰ ਮਾਰਾ, ਜੇ ਉਹ ਫਿਰ ਉਹਨੇ ਦਰਦ ਕੀਤਾ ਨਾ, ਹਾਲਾਂਕਿ ਪਾਲਣੇ ਵਾਲਾ, ਜਨਮ ਦੇਣੇ ਵਾਲਾ, ਪਰ ਜਦੋਂ ਭਗਤ ਨੂੰ ਕੋਈ ਦੁੱਖ ਦਿੰਦਾ ਰੱਬ ਫੇਰ ਕਿਸੇ ਨਾਲ ਲਿਹਾਜ਼ ਨਹੀਂ ਕਰਦਾ। ਇਹ ਉਹਦਾ ਅਸੂਲ ਹੈ। ਦੂਸਰਾ ਜੀ ਕਹਿੰਦੇ ਵੀ ਬੰਦੋ ਹੋਏ ਬੰਦਗੀ ਕਹੇ। ਜਿਹੜਾ ਅਕਾਲ ਪੁਰਖ ਪਰਮਾਤਮਾ ਦੇ ਹੁਕਮ ਦੇ ਵਿੱਚ ਆਪਣੇ ਆਪ ਨੂੰ ਕੈਦ ਕਰ ਲੈਂਦਾ ਤੇ ਕਰਦਾ ਬੰਦਗੀ, ਪਕੜ ਬੰਦਗੀ ਦੀ ਕਰਦਾ, ਹੋਰ ਕਿਸੇ ਚੀਜ਼ ਦੀ ਪਕੜ ਸ਼ਬਦ ਦੀ ਕਰਦਾ। ਬਸ ਵਾਹਿਗੁਰੂ ਵਾਹਿਗੁਰੂ ਮੈਨੂੰ ਇਹਦਾ ਫਿਕਰ ਹੋਵੇ, ਪਾਠ ਦਾ ਫਿਕਰ ਹੋਵੇ, ਹਾਂਜੀ। ਤੇ ਅਕਾਲ ਪੁਰਖ ਪਰਮਾਤਮਾ ਦੇ ਨਾਲ ਲਿਵ ਨਾ ਟੁੱਟੇ, ਉਹਦੀ ਯਾਦ ਦਾ ਬਸ ਚਿੱਤ ਵਿੱਚ ਵਸੀ ਰਹੇ। ਇਹਨਾਂ ਚੀਜ਼ਾਂ ਦਾ ਫਿਰ ਉਹਨੂੰ ਪਕੜ ਕੇ ਰੱਖਿਆ ਕਿਸੇ ਤਰੀਕੇ ਦੇ ਨਾਲ। ਫਿਰ ਕੀ ਹੋਏ? ਉਹ ਫਿਰ ਹੋ ਜਾਂਦਾ ਬੰਧਕ ਹੋਏ, ਮਤਲਬ ਉਹਦਾ ਗੁਲਾਮ ਹੋ ਗਿਆ, ਉਹਦਾ ਹੋ ਗਿਆ, ਉਹਦੇ ਹੁਕਮ ਦਾ ਗੁਲਾਮ ਹੋ ਗਿਆ। ਬੰਦ ਸੁਧ ਲੈ। ਇੱਥੇ ਜਿਹੜਾ ਬੰਦ ਸ਼ਬਦ ਹੈ ਉਹ ਬਦਲ ਜਾਵੇਗਾ। ਬੰਦ ਸ਼ਬਦ ਹੋਵੇਗਾ ਜੀ ਬੰਧਨ। ਜਿਹੜੇ ਸਾਡੇ ਬੰਧਨ ਨੇ
ਕਿੱਥੇ ਕਿੱਥੇ ਸਾਨੂੰ ਬੰਧਨ ਖਰਾਬ ਕਰਦੇ ਪਏ ਨੇ ਮਾਇਆ ਦੇ। ਹੁਣ ਮਾਇਆ ਦੇ ਬੰਧਨ ਜਿਹੜੇ ਕਿਤੇ ਛੋਟੇ ਨੇ ਮਹਾਰਾਜ, ਮਾਇਆ ਬੜੀ ਵੱਡੀ ਤਾਕਤ ਹੈ, ਇਹਦੇ ਬੰਧਨ ਬੜੇ ਕਰਾਰੇ ਨੇ। ਕੋਈ ਸਿੱਧਨਾਥ ਜੋਗੀ ਇਹਦੇ ਬੰਧਨਾਂ ਨੂੰ ਤੋੜ ਨਹੀਂ ਸਕਦੇ, ਨਹੀਂ ਕੱਟ ਸਕਦੇ। ਤੇ ਅਤ ਤੀਖਣ ਮੋਹ ਕੀ ਫਾਸ, ਘਟ ਹੁੰਦੀ ਕਿਤੇ ਮੋਹ ਦੀ ਫਾਈ ਕਿਤੇ। ਸੋ ਮਾਇਆ ਦੇ ਕਿੱਥੇ ਕਿੱਥੇ ਮੈਨੂੰ ਬੰਧਨ ਪਏ ਹੋਏ ਨੇ। ਹੁਣ ਮੈਨੂੰ ਪਤਾ ਬੰਦਗੀ ਕਰਦਿਆਂ ਕਰਦਿਆਂ ਮੈਨੂੰ ਸੋਝੀ ਆ ਜਾਣੀ ਹੈ, ਮੈਨੂੰ ਕਰਤੇ ਪੁਰਖ ਨੇ ਗਿਆਨ ਕਰਾ ਦੇਣਾ। ਭਾਈ ਤੂੰ ਤਰਦਾ ਪਤਾ ਕਿਉਂ ਨਹੀਂ? ਕਿਉਂਕਿ ਤੂੰ ਵੱਜਿਆ ਹੋਇਆ, ਤੈਨੂੰ ਮਾਇਆ ਨੇ ਬੰਨਿਆ, ਤੈਨੂੰ ਮਾਇਆ ਦੇ ਬੰਧਨ ਪਏ ਹੋਏ ਨੇ। ਮੈਂ ਫੇਰ ਮਹਾਰਾਜ ਨੂੰ ਬੇਨਤੀ ਕਰੂੰ, ਸੱਚੇ ਪਾਤਸ਼ਾਹ ਜੀ ਹੁਣ ਪਤਾ ਤਾਂ ਲੱਗ ਜਾਵੇ ਬੰਧਨ ਕਿੱਥੇ ਕਿੱਥੇ ਹੈ। ਮੇਰਾ ਕਰਤਾ ਪੁਰਖ ਦੱਸਦਿਆਂ ਦੇਰੀ ਨਹੀਂ ਲਾਊ, ਉਹ ਫੇਰ ਦੱਸੂ। ਦੇਖ ਬਈ ਆ ਵੀ ਇੱਕ ਬੰਧਨ ਬਣਿਆ ਹੋਇਆ, ਆ ਵੀ ਬੰਧਨ, ਉਹਨੇ ਕਿੰਨੇ ਬੰਧਨ ਗਣਾ ਦੇਣੇ ਆ। ਤੇ ਮੇਰੇ ਆ ਫੇਰ ਗਰੀਬ ਬੇਨਤੀ ਕਰੂਗਾ, ਸੱਚੇ ਪਾਤਸ਼ਾਹ ਵੀ ਮੈਂ ਤਾਂ ਇੱਕ ਵੀ ਨਹੀਂ ਤੋੜ ਸਕਦਾ, ਮੈਂ ਤਾਂ ਇਹਨਾਂ ਨੂੰ ਬੰਧਨ ਹੀ ਨਹੀਂ ਸੀ ਮੰਨਦਾ ਜਿਹੜੇ ਤੂੰ ਬੰਧਨ ਗਣਾਤੇ। ਪਰਿਵਾਰਕ ਬੰਧਨ, ਫਿਰ ਕੰਮ ਕਰਦੇ ਬੰਧਨ, ਹਾਂਜੀ, ਫਿਰ ਮੈਂ ਆਪਣੀ ਮਰਜ਼ਾਦਾ ਬਣਾ ਕੇ ਬਹਿ ਗਿਆ, ਇਹ ਬੰਧਨ ਬਣ ਗਿਆ। ਗੁਰੂ ਸਾਹਿਬ ਨੇ ਤੇ ਰਹਿਤ ਦੱਸੀ ਹੈ, ਅਸੀਂ ਰਹਿਤ ਨੂੰ ਮਰਜ਼ਾਦਾ ਦੇ ਨਾਲ ਜੋੜ ਲਿਆ। ਮਹਾਰਾਜ ਨੇ ਕਿਹਾ ਰਹਿਣੀ ਰਹੇ ਸੋਈ ਸਿੱਖ ਮੇਰਾ। ਇੱਥੇ ਕਿੱਥੇ ਮਰਜ਼ਾਦਾ ਆਈ? ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾਜ ਨੇ ਕਿ ਰਹਿਤ ਦੱਸੀ। ਇੱਥੇ ਸਾਰਿਆਂ ਨੇ ਆਪੋ ਆਪਣੀਆਂ ਮਰਜ਼ਾਦਾ ਬਣਾ ਲਈ। ਰਹਿਤ ਇੱਕ ਜੀਵਨ ਹੈ, ਰਹਿਤ ਇੱਕ ਜ਼ਿੰਦਗੀ ਹੈ। ਤੇ ਜਿਹੜੀ ਮਰਜ਼ਾਦਾ, ਜੇ ਤੁਸੀਂ ਮਰਜ਼ਾਦਾ ਕਹੋ, ਉਹ ਸਾਰਿਆਂ ਨੇ ਆਪੋ ਆਪਣੀਆਂ ਬਣਾ ਲਿਆ, ਆਪੋ ਆਪਣੇ ਬੰਧਨ ਬਣਾ ਲਏ। ਜਿਹੜੀ ਮਰਜ਼ਾਦਾ ਮੈਂ ਆਪ ਬਣਾ ਲਈ ਜੀ, ਮੈਂ ਤਾਂ ਵਿਵੇਕੀ ਹੈ ਤੇ ਮੈਂ ਉਹਦੇ ਵਿੱਚ ਹੀ ਵੱਜ ਕੇ ਬਹਿ ਗਿਆ। ਤੇ ਗੁਰੂ ਸਾਹਿਬ ਜੀ ਨਾਲ ਵੱਡੇ ਆ ਸੀ, ਤੇ ਗੁਰੂ ਸਾਹਿਬ ਜੀ ਨੇ ਵਿਵੇਕ ਨਹੀਂ ਰੱਖਿਆ, ਉਹਨਾਂ ਨੇ ਬੁੱਧ ਦਾ ਵਿਵੇਕ ਰੱਖਿਆ। ਬੁੱਧ ਦਾ ਵਿਵੇਕ ਹੈ ਨਹੀਂ ਸਾਡਾ, ਦੂਜਾ ਵਿਵੇਕ ਅਸੀਂ ਰੱਖਦੇ ਪਏ। ਹੋਰ ਮਤਲਬ ਜਿੰਨੀ ਮਰਜ਼ਾਦਾ ਬਣਾ ਲਈ ਨਾ, ਮਹਾਰਾਜ ਸੱਚੇ ਪਾਤਸ਼ਾਹ ਰਹਿਤ ਦੱਸੀ ਸੀ, ਅਸੀਂ ਉਹ ਮਰਜ਼ਾਦਾ ਆਪਣੀ ਬਣਾ ਲਈ। ਉਸ ਰਹਿਤ ਨੂੰ ਮਰਜ਼ਾਦਾ ਦਾ ਨਾਂ ਦੇ ਦਿੱਤਾ। ਉਹ ਕੁਝ ਗੱਲਾਂ ਆਪਣੇ ਕੋਲੋਂ ਵਿੱਚ ਲਾ ਕੇ ਨਾ ਐਕਸਟਰਾ ਪਾ ਕੇ ਉਹਨੂੰ ਮਰਜ਼ਾਦਾ ਨਾਮ ਨਾਂ ਦੇ ਦਿੱਤਾ। ਉਹ ਸਾਡੇ ਨਾਲ ਬੰਧਨ ਬਣ ਗਏ। ਆਹ ਬੰਧਨ ਅੱਡ ਅੱਡ ਜਿਹੜੀਆਂ ਨਾ ਮਰਜ਼ਾਦਾ ਸੰਪਰਦਾਵਾਂ ਦੀਆਂ, ਡੇਰਿਆਂ ਦੀਆਂ ਬਣ ਗਈਆਂ। ਜੇ ਰਹਿਤ ਜਿਹੜੀ ਸੀਗੀ, ਰਹਿਤ ਇੱਕੋ ਹੀ ਰਹਿਣੀ ਸੀ, ਮਰਜ਼ਾਦਾ ਜਿਹੜੀ ਬਣਾ ਲਈ ਉਹਦੇ ਨਾਲ ਇਹ ਭਿੰਨਤਾ ਪੈਦਾ ਹੋ ਗਈ, ਉਹ ਬੰਧਨ ਬਣ ਗਿਆ ਜੀ। ਹੁਣ ਫਿਰ ਮੇਰਾ ਗੁਰੂ, ਜਦੋਂ ਮੈਂ ਗੁਰੂ ਨੂੰ ਕਹਾਂ ਵੀ ਇਹ ਗੱਲ ਕੀ ਹੈ, ਹੁਣ ਆਪਾਂ ਸਾਰੇ ਜਾਣੇ ਮਹਾਰਾਜ ਨੂੰ ਬੇਨਤੀਆਂ ਕਰੀਏ, ਸੱਚੇ ਪਾਤਸ਼ਾਹ ਪੰਥ ਇੱਕ ਕਿਉਂ ਨਹੀਂ ਹੁੰਦਾ, ਹਨਾ? ਆ ਦਰਦ ਤਾਂ ਹੈ, ਆਪਾਂ ਸਾਰੇ ਪੰਥ ਦੇ ਹਿੱਸਾ ਆ, ਬਾਬੇ ਨਾਨਕ ਦਾ ਚਲਾਇਆ ਹੋਇਆ ਪੰਥ ਹੈ, ਵੀ ਇੱਕ ਕਿਉਂ ਨਹੀਂ ਹੁੰਦਾ। ਆਪਾਂ ਨੂੰ ਗੁਰੂ ਉਹਦੇ ਦੱਸ ਦੋ, ਕਹਿੰਦਾ ਭਾਈ ਮਰਜ਼ਾਦਾ ਹੀ ਬੜੀਆਂ ਬਣਾਈਆਂ ਹੋਈਆਂ, ਤੇ ਮੰਨ ਲਓ ਸਾਰਿਆਂ ਨੇ ਆਪੋ ਆਪਣੇ ਬੰਧਨ ਫਾਈਆਂ ਤਿਆਰ ਕੀਤੀਆਂ ਹੋਈਆਂ, ਉਹ ਚ ਬਾਹਰ ਹੀ ਨਹੀਂ ਆਉਂਦੇ। ਜਿਹੜੀ ਰਹਿਤ ਸੀ ਗੁਰੂ ਦੀ, ਉਹ ਤਾਂ ਪਾਸੇ ਹੋਈ ਪਈ ਹੈ। ਤੇ ਆਪੋ ਆਪਣੀ ਮਰਜ਼ਾਦਾ ਬਣਾ ਤੇ ਬਿਸ਼ੱਕ ਜਿਹੜੀ ਮਰਜ਼ੀ ਸੰਪਰਦਾ ਚ ਕਰਕੇ ਵੀ ਸਾਡੀ ਆਹ ਮਰਜ਼ਾਦਾ, ਇੰਨੇ ਵਜੇ ਲੰਗਰ ਬਣਨਾ, ਇੰਨੇ ਵਜੇ ਆਹ ਸਾਡਾ, ਤੇ ਆਹ ਸਾਡੀ ਮਰਜ਼ਾਦਾ, ਆਹ ਸਾਡਾ ਬਾਣਾ ਹੋਵੇਗਾ, ਆਹ ਪਾਉਣਾ, ਆਹ ਇਸ ਕਲਰ ਦੀ ਪੱਗ ਬੰਨਣੀ ਹੈ, ਇਦਾਂ ਪੱਗ ਬੰਨਣੀ, ਇਹ ਸਾਰੀ ਮਰਜ਼ਾਦਾ ਹੈ। ਇਹ ਜਿਹਨਾਂ ਚ ਬੰਧਨਾਂ ਚ ਸਾਨੂੰ ਗੁਰੂ ਦੱਸੂਗਾ, ਕਹਿੰਦੇ ਵੀ ਆਹ ਬੰਧਨ ਬਣਾ ਲੈ, ਰੰਗਾਂ ਦੇ ਬੰਧਨ ਤੁਸੀਂ ਬਣਾ ਲੈ, ਪੱਗ ਗੋਲ ਆ ਕਿ ਤਿੱਖੀ ਬੰਧਨ ਉਹ ਬਣਾ ਲੈ ਤੁਸੀਂ, ਤੇ ਉਹ ਕਿੱਦਾਂ ਮੰਨ ਲਓ ਨਿਕਲੋ। ਔਰ ਰਹਿਤ ਦੇ ਇੱਕ ਪਾਸੇ ਰਹਿ ਗਈ, ਜਿਹੜੀ ਰਹਿਤ ਸੁਣਨੀ ਸਿੱਖਦੀ, ਕਹਿੰਦੇ ਮਾਰੇ ਕਹਿੰਦੇ ਭਲ ਕੇ ਉਠਰ ਨਾਮ ਤੇ ਆਵੇ, ਗੁਰੂ ਸਤਿਗੁਰੂ ਕਾ ਜੋ ਸਿੱਖ ਕਹਾਵੇ। ਦੇਖੋ ਰਹਿਤ ਭਲ ਕੇ ਉਠਰ ਨਾਮ ਤੇ ਆਵੇ, ਕਿੱਥੇ ਇੱਥੇ ਕੋਈ ਹੈ ਮਰਜ਼ਾਦਾ? ਉਦਮ ਕਰੇ ਭਲ ਕੇ ਪ੍ਰਭਾਤੀ, ਕਿੱਥੇ ਪੱਗ ਦਾ ਜ਼ਿਕਰ ਆਇਆ, ਕਿੱਥੇ ਬਾਣੀ ਦਾ ਜ਼ਿਕਰ ਆਇਆ, ਏਦਾਂ ਦਾ ਚਾਹੀਦਾ ਹੈ ਜੀ। ਕਿੱਥੇ ਰੰਗ ਦਾ ਜ਼ਿਕਰ ਆਇਆ, ਏਦਾਂ ਦਾ ਰੰਗ ਚਾਹੀਦਾ ਹੈ ਜੀ। ਉਦਮ ਕਰੇ ਭਲ ਕੇ ਪ੍ਰਭਾਤੀ, ਇਸ਼ਨਾਨ ਕੇ ਅੰਮ੍ਰਿਤ ਸਰਨਾਮ, ਬਹਿਦੇ ਆ ਉੱਠਦੇ ਆ ਹਰਨਾਮ ਤੇ ਆਵੇ, ਚੜੇ ਦਿਵਸ ਗੁਰਬਾਣੀ ਦਾ ਹੈ ਜੀ। ਤੇ ਫਿਰ ਸਾਸ ਗ੍ਰਾਹ ਜਿਹੜਾ ਧਿਆਉਂਦਾ, ਸੋ ਗੁਰਸਿੱਖ ਗੁਰੂ ਮਨ ਪਾ। ਆਹ ਹੈ ਰਹਿਤ ਸਾਡੀ। ਹੁਣ ਮਹਾਰਾਜ ਦਸਮ ਪਾਤਸ਼ਾਹ ਖਾਲਸੇ ਦੀ ਉਹਦੇ ਰਹਿਤ ਦੱਸੀ ਹੈ ਸਾਨੂੰ ਵੀ ਏਦਾਂ ਜੀਵਨ ਖਾਲਸੇ ਦਾ। ਸਾਰਿਆਂ ਨੇ ਆਪੋ ਆਪਣੀ ਮਰਜ਼ਾਦਾ ਬਣਾ ਲਈ, ਉਹਦੇ ਕਰਕੇ ਕੀ ਹੋ ਗਿਆ, ਅਸੀਂ ਘਾਟਾ ਪਿਆ ਖੇਰ। ਔਰ ਸੱਚੇ ਪਾਤਸ਼ਾਹ ਜਾਣਦੇ, ਖੈਰ ਮਹਾਰਾਜ ਨੇ ਜਦੋਂ ਸਾਰਿਆਂ ਨੂੰ ਰਹਿਤ ਦ੍ਰਿੜ ਕਰਾਉਣੀ ਹੈ, ਤੇ ਸਾਰਿਆਂ ਨੇ ਆਪੋ ਆਪਣੀ ਮਰਜ਼ਾਦਾ ਨੂੰ ਭੰਗ ਕਰਨਾ। ਇੱਕ ਦਿਨ ਐਸਾ ਆਉਣਾ ਹੈ, ਯਾਦ ਰੱਖਿਓ, ਸਾਰਿਆਂ ਨੇ ਕਹਿਣਾ ਅਸੀਂ ਮਰਜ਼ਾਦਾ ਤੇ ਬੰਝਰਾਂ ਚੋਂ ਨਿਕਲਦੇ ਸੀ, ਗੁਰੂ ਦੀ ਰਹਿਤ ਨੂੰ ਧਾਰਨ ਕਰਦੇ ਹਾਂ। ਗੁਰੂ ਦੀ ਰਹਿਤ ਸਿੱਖ ਵਾਸਤੇ ਦੋਹਰੀ ਨਹੀਂ ਹੈ, ਇੱਕ ਹੈ, ਬਿਲਕੁਲ ਇੱਕ ਹੈ। ਤੇ ਜਿਸ ਦਿਨ ਅਸੀਂ ਰਹਿਤ ਦੇ ਧਾਰਨੀ ਹੋ ਕੇ ਆਪਣੀ ਮਰਜ਼ਾਦਾ ਨੂੰ ਭੰਗ ਕਰ ਦਿੱਤਾ, ਕਿਉਂਕਿ ਮੈਨੂੰ ਆਪਣੇ ਬੰਧਨਾਂ ਦੀ ਸੋਝੀ ਪੈ ਗਈ,
ਪਰ ਬੰਦਗੀ ਕਰਾਂਗੇ ਤਾਂ ਬੰਧਨਾਂ ਦੀ ਸੋਝੀ ਰਹਿਣੀ ਹੈ। ਠੀਕ ਨੇ। ਹੁਣ ਪਰਿਵਾਰ ਦੇ ਵਿੱਚ ਵੀ ਹੁੰਦਾ ਨਾ, ਜੇ ਸਪੋਜ਼ ਕਰੋ ਕਲੇਸ਼, ਲੜਾਈ ਝਗੜਾ, ਤੇ ਮੈਂ ਗੁਰੂ ਨੂੰ ਬੇਨਤੀ ਕਰੂੰਗਾ, ਸੱਚੇ ਪਾਤਸ਼ਾਹ ਮੈਂ ਤਾਂ ਆਪਣੇ ਪਰਿਵਾਰ ਵਿੱਚ ਰਹਿ ਕੇ ਬੰਦਗੀ ਕਰਨੀ ਚਾਹੁੰਦਾ, ਤੇ ਆਖਿਰਕਾਰ ਇਹ ਬੰਦਗੀ ਚੱਲਦੀ ਕਿਉਂ ਨਹੀਂ, ਉਹ ਮੈਨੂੰ ਦੱਸੇਗਾ। ਇੱਥੇ ਹਨਾ ਬੰਧਨ ਪਿਆ ਹੋਇਆ ਹੈ, ਹੋ ਸਕਦਾ ਸਾਡੀ ਹਉਮੈ ਦਾ ਬੰਧਨ ਪਿਆ ਹੋਵੇ ਕਿ ਮੈਂ ਪਾਠ ਕਰਦਾ, ਮੈਂ ਬਾਣੀ ਪੜ੍ਹਦਾ, ਤੇ ਮੈਂ ਬਾਕੀ ਘਰ ਦੇ ਮੈਂਬਰਾਂ ਤੋਂ ਕੁਝ ਵਿਸ਼ੇਸ਼ ਸਤਿਕਾਰ ਦੀ ਆਸ ਲਾ ਕੇ ਬੈਠਾ ਹੋਵਾਂ, ਤੇ ਮੇਰੇ ਹਉਮੈ ਬੰਧਨ ਨਹੀਂ ਬਣ ਗਈ ਜੀ। ਹਾਂਜੀ, ਕੀ ਖਿਆਲ ਹੈ? ਇਦਾਂ ਹੀ ਹੁੰਦੀ ਹੈ। ਇਸ ਕਰਕੇ ਜਦੋਂ ਆਪਾਂ ਕਰਨਾ ਏਦਾਂ ਬੰਦਗੀ ਕਰਨੀ ਹੈ, ਤੇ ਮੈਨੂੰ ਪਤਾ ਲੱਗਣਾ, ਮੈਂ ਗੁਰੂ ਨੂੰ ਪੁੱਛੂੰਗਾ ਨਾ ਵੀ ਮੇਰੇ ਸੱਚੇ ਪਾਤਸ਼ਾਹ ਜੀ ਵੀ ਮੈਨੂੰ ਸੋਝੀ ਦਿਓ। ਹੁਣ ਬੜੇ ਸਵਾਲ ਹੁੰਦੇ ਆ ਵੀ ਅਸੀਂ ਜੀ ਅਵਸਥਾ ਜਿਹੜਾ ਅਧਿਆਤਮਕ ਅਵਸਥਾ ਨਾ ਜੀ, ਇਹ ਸਾਰਾ ਹੈਗਾ ਇਹ ਸਿਸਟਮ ਏਦਾਂ ਦਾ ਬੜਾ ਸੂਖਸ਼ਮ ਜਿਹਾ ਹੈ ਜੀ, ਤੇ ਇਹ ਪਤਾ ਨਹੀਂ ਚੱਲਦਾ ਪਹਿਲੋਂ ਤੁਸੀਂ ਕਿਸ ਅਵਸਥਾ ਦੇ ਵਿੱਚ ਹੈ, ਤੇ ਗਾਹਾਂ ਹੁਣ ਕਿੱਦਾਂ ਜਾਣਾ। ਹੁਣ ਅਵਸਥਾ ਜਿਹੜੀ ਚ ਪਹੁੰਚ ਗਏ, ਅੱਗੇ ਸਾਨੂੰ ਪਤਾ ਨਹੀਂ ਲੱਗਦਾ ਪਿਆ, ਤੇ ਹੁਣ ਗੁਰੂ ਸਾਹਿਬ ਨੂੰ ਬੇਨਤੀ ਕਰੋ, ਦੱਸ ਦੇਣਗੇ ਤੂੰ ਇੱਕ ਬੰਧਨ ਚ ਵੱਜ। ਇੱਕ ਨੂੰ ਕਈ ਬੰਧਨ ਖੜਾ ਦੇਣੇ ਗੁਰੂ ਨੇ, ਲਾ ਤੂੰ ਬੰਧਨ ਖੋਲਦਾ ਸਹੀ, ਦੇਖ ਛਾਲਾ ਮਾਰਦਾ ਅੱਗੇ ਨਿਕਲੂਗਾ। ਬੰਧਨ ਮੇਰੇ ਸਖਤ ਹੋ ਗਏ ਆ, ਉਹਨਾਂ ਨੂੰ ਮੈਂ ਖੋਲਦਾ ਨਹੀਂ ਪਿਆ, ਤੇ ਮੈਂ ਕਿ ਜਨਾ ਮੈਂ ਇੰਨੀ ਦੇਰ ਦਾ ਇੱਥੇ ਅਟਕਿਆ ਪਿਆ, ਅੱਗੇ ਨਹੀਂ ਜਾਂਦਾ। ਤੂੰ ਜਾਊ ਕਿਤੇ ਜਾ ਕੇ ਦਿਖਾ। ਬੰਧਨ ਕਿਹਦੇ ਬਣਾਏ ਹੋਏ ਨੇ? ਤੇਰੇ। ਤੇ ਫਿਰ ਸੁੱਧ ਆ ਗਈ, ਹੁਣ ਖਬਰ ਆ ਗਈ। ਹੁਣ ਜਿਨ੍ਹਾਂ ਦੇ ਮਨਾਂ ਵਿੱਚ ਉਤਸ਼ਾਹ ਹੈ ਉਡਾਰੀਆਂ ਮਾਰਨ ਦਾ, ਹਾਂਜੀ, ਬੰਦਗੀ ਦਾ ਸਵਾਦ ਲੈਣ ਦਾ, ਰਸ ਲੈਣ ਦਾ, ਉਹ ਰਹਿਣ ਦਊਗਾ ਬੰਧਨ? ਸਵਾਲ ਹੀ ਨਹੀਂ ਪੈਦਾ ਹੁੰਦਾ। ਉਹ ਤਾਂ ਧੂੜੀ ਵਿੱਚ ਰੋਲਣ ਵਾਸਤੇ ਤਿਆਰ ਹੈ, ਧੂੜੀ ਵਿੱਚ ਲੜੰਦਣੀ ਸੋਹਾਂ ਨਾਨਕ ਤੈਸੈ ਨਾਲੇ। ਉਹ ਕਹਿੰਦਾ ਮੈਨੂੰ ਰਸ ਮਿਲਣਾ ਚਾਹੀਦਾ, ਮੈਂ ਮਿੱਟੀ ਹੋ ਜਾਊਂ, ਮੈਂ ਘਾਹ ਬਣ ਜਾਊਂ, ਮੈਂ ਤੇਰੇ ਚਰਨਾਂ ਦੀ ਧੂੜ ਬਣ ਜਾਊਂ, ਤੇਰੇ ਗੁਰਮੁਖ ਪਿਆਰੇ ਆ, ਮੈਨੂੰ ਤੂੰ ਕਿਰਪਾ ਕਰ। ਹੁਣ ਤੇ ਫਿਰ ਮਹਾਰਾਜ ਕਿਰਪਾ ਕਰਦੇ ਆ, ਉਹਨੂੰ ਉਹਦੇ ਬੰਧਨਾਂ ਦੀ ਸੋਝੀ ਕਰਾਉਂਦੇ ਆ। ਇੱਥੇ ਗਿਆ ਤੇਰਾ ਅਟਕ, ਹਨਾ, ਇੱਥੇ ਕਿ ਵਿਘਨ ਪੈਂਦਾ। ਰਾਹੂ ਕੇਤੂ ਉੱਥੇ, ਰਾਹੂ ਕੇਤੂ ਕੁਛ ਵੀ ਨਹੀਂ, ਉਹ ਤਾਂ ਇੱਥੇ ਹੀ ਰਹਿ ਜਾਂਦੇ ਸਾਰੇ। ਉਹਦਾ ਸਭ ਉਰਲੀਆਂ ਗੱਲਾਂ ਆ, ਉਰਲੀਆਂ। ਜੇ ਅਵਸਥਾ ਬਣਾਉਣੀ ਤਾਂ ਇਹ ਸਭ ਹਾਈ ਲੈਵਲ ਦੀ ਪੜ੍ਹਾਈ ਹੈ। ਇਹ ਜਿਹੜੀਆਂ ਪੰਡਿਤ ਲੋਕ ਪੱਤਰੀਆਂ ਪੁੱਤਰੀਆਂ ਜੰਤਰੀਆਂ ਜਿੱਤਰੀਆਂ ਖੋਲ ਕੇ ਬਹਿੰਦੇ ਆ ਟੀਵੀ ਚੈਨਲਾਂ 'ਚ, ਰੌਲਾ ਪਾਇਆ ਇਹਨਾਂ ਨੇ ਸਾਰਾ, ਲੋਕਾਂ ਨੂੰ ਮੂਰਖ ਬਣਾਈ ਜਾਂਦੇ ਆ। ਸੋ ਇਹ ਸਭ ਕੁਝ ਸੁਣੀ ਅਣਸੁਣੀ ਕਰੋ, ਐਵੇਂ ਆਪਣਾ ਗਿਆਨ ਅੰਦਰਾ ਖਰਾਬ ਨਹੀਂ ਕਰਨਾ, ਕੰਨ ਖਰਾਬ ਨਹੀਂ ਕਰਨੇ ਆਪਣੇ। ਸਭ ਰੱਬ ਤੋਂ ਉਲਟ ਚੱਲਦੇ ਪਏ ਨੇ ਸਭ। ਇਹਨਾਂ ਗ੍ਰਹਿਾਂ ਦੇ ਵਸ ਵਿੱਚ ਕੀ ਹੈ ਜੀ? ਗ੍ਰਹਿ ਵਿਚਾਰੇ ਕੀ, ਉਹ ਤਾਂ ਰੱਬ ਦੇ ਬਣਾਏ ਹੋਏ ਨੇ। ਰੱਬ ਨੇ ਜਿੱਦਾਂ ਹੁਕਮ ਤਾਂ ਚੱਲੀ ਜਾਂਦੇ ਆ, ਤੇ ਉਹ ਜਿੱਦਾਂ ਸੂਰਜ ਵਿਚਾਰੇ ਨੂੰ ਹੁਕਮ ਆਉਣਾ ਉਹਨੇ ਤੁਰੀ ਜਾਣਾ। ਕਹਿਣਾ ਹੁਣ ਰਾਹੂ ਕੇਤੂ ਕੋਈ ਹੋਵੇਗਾ ਤਾਂ ਉਹਨੂੰ ਜਿੱਦਾਂ ਹੁਕਮ ਉਹਨੇ ਚੱਲੇ ਜਾਣਾ, ਹਨਾ। ਤੇ ਅਸੀਂ ਤੇਰੇ ਦੀ ਰੋਜੀ ਰੋਟੀ ਦਾ ਸਾਧਨ ਲਾ ਕੇ ਸਾਰੀ ਦੁਨੀਆ ਨੂੰ ਮੂਰਖ ਬਣਾ ਦਿੱਤਾ। ਇਹਨਾਂ ਦੇ ਵਿੱਚ ਗੁਰਮੁਖ ਨਹੀਂ ਪੈਂਦਾ ਜੀ। ਗੁਰਮੁਖ ਦਾ ਇੱਕ ਅੱਡ ਮਾਰਗ ਹੈ। ਗੁਰਮੁਖ ਦਾ ਮਾਰਗ ਕਿਹੜਾ ਆ? ਉਹ ਹੈ ਗੁਰਮਤ ਦਾ, ਜੋ ਗੁਰੂ ਨੇ ਦੱਸਿਆ ਹੋਇਆ। ਉਹਦੇ ਤੇ ਚੱਲ ਪੈ ਨਾ ਜਿਸ ਦਿਨ, ਤੇ ਦੇਖੋ ਤੁਸੀਂ ਕਿੱਦਾਂ ਕ੍ਰਾਂਤੀ ਆਉਂਦੀ ਹੈ ਜੀ। ਤੇ ਜੇ ਕ੍ਰਾਂਤੀ ਨਹੀਂ, ਮੈਂ ਉਹਦੇ ਤੇ ਚੱਲਿਆ ਨਹੀਂ, ਅਜੇ ਚੱਲਿਆ ਨਹੀਂ। ਸੇ ਮਹਾਰਾਜ ਸੱਚੇ ਪਾਤਸ਼ਾਹ ਬਚਨ ਨੇ ਕਹਿੰਦੇ, ਜਿਹੜਾ ਗੁਰਸਿੱਖ ਗੁਰੂ ਦੇ ਹੁਕਮ ਦੇ ਵਿੱਚ ਆ ਜਾਂਦਾ, ਉਹਦੇ ਵਰਗਾ ਕੋਈ ਦੂਜਾ ਨਹੀਂ ਹੋ ਸਕਦਾ। ਇੱਥੇ ਜਣਾ ਖਣਾ ਹੁਣ ਸਾਡੇ ਦੁਆਲੇ ਹੋਈ ਜਾਂਦਾ, ਕਾਰਨ ਕੀ? ਇਹਦਾ ਕਸੂਰ ਮੇਰੇ 'ਚ ਹੀ ਹੈ, ਦੂਸਰੇ 'ਚ ਕਸੂਰ ਨਹੀਂ ਹੈ। ਚਲੋ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ, ਗੁਰਮੁਖਾਂ ਦੀ ਸਭਾ ਆ, ਬੜਾ ਮਨ ਖੁਸ਼ ਹੁੰਦਾ ਹੈ। ਤੇ ਤੁਹਾਡੇ ਵਿੱਚ ਰਹਿ ਕੇ ਅਸੀਂ ਵੀ ਸਿੱਖਾਂਗੇ, ਇਸ ਸਭਾ ਦੇ ਵਿੱਚ ਸਾਡਾ ਵੀ ਜੀਵਨ ਬਣੇਗਾ ਜੀ। ਘੜੀਆ ਸ਼ਬਦ ਸੱਚੀ ਟਕਸਾਲ, ਇੱਥੇ ਹੁਣ ਸ਼ਬਦ ਚੱਲਦਾ ਪਿਆ, ਇੱਕ ਸੱਚੀ ਟਕਸਾਲ ਹੈ। ਇਹਦੇ ਵਿੱਚ ਆਪਾਂ ਸੁਰਤ ਮਤ ਮਨ ਬੁੱਧ ਜਿੱਦਣ ਆਪਣੀ ਘੜੀ ਗਈ, ਆਪਣੀ ਗੱਲ ਬਣ ਗਈ, ਰਹਿਮਤ ਹੋਈ। ਅੱਛਾ, ਕਹਿੰਦੇ ਬੰਦਕ ਹੋਏ, ਜਿਹੜਾ ਬੰਦਕ ਬਣ ਗਿਆ, ਉਹਦੇ ਭਾਣੇ ਵਿੱਚ ਜਿਸ ਨੇ ਆਪਣੇ ਆਪ ਨੂੰ ਬੰਨ ਲਿਆ, ਉਹਨੂੰ ਆਪਣੇ ਬੰਧਨਾਂ ਦੀ ਸੋਝੀ ਪੈ। ਮੇਰੇ ਕਿੱਥੇ ਕਿੱਥੇ ਬੰਧਨ ਨੇ। ਅੱਖਾਂ ਵੱਜੀਆਂ ਨਹੀਂ ਪਈਆਂ ਕਿੱਥੇ? ਨੀਂਦ ਵਿੱਚ ਕਿਸੇ ਦੀ ਵੱਜੀ ਹੋਈ ਹੈ, ਹਨਾ ਜੀ। ਕਿਸੇ ਦੀਆਂ ਅੱਖਾਂ ਪਰਾਇਆ ਰੂਪ ਪਰਾਇਆ ਧਨ ਦੇਖਣ ਵਿੱਚ ਵੱਜੀਆਂ ਹੋਈਆਂ, ਵੱਜੀਆਂ ਨਹੀਂ ਹੋਈਆਂ। ਜਾਲ ਨਹੀਂ ਪਿਆ ਹੋਇਆ ਅੱਖਾਂ ਦੇ ਉੱਤੇ, ਹਾਂਜੀ। ਰਸਨਾ ਦੇ ਉੱਤੇ ਜਾਲ ਪੈ ਗਿਆ, ਝੂਠ ਦਾ, ਨਿੰਦਿਆ ਦਾ, ਸਵਾਦਾਂ ਦਾ। ਕੰਨਾਂ ਦੇ ਉੱਤੇ ਜਾਲ ਪੈ ਗਿਆ, ਪਰਾਈ ਦੂਸਰਿਆਂ ਦੀ ਨਿੰਦਿਆ, ਆਪਣੀ ਉਸਤਰੀ ਸੁਣਨਾ। ਤੇ ਇਹ ਮਤਲਬ ਬੰਧਨਾਂ ਦੀ ਖਬਰ ਹੋ ਜਾਂਦੀ ਹੈ। ਕੋਈ ਐਸੀ ਗੱਲ ਨਹੀਂ, ਕੋਈ ਔਖਾ ਨਹੀਂ ਜੀ ਕੰਮ। ਪੱਬਾ ਭੇਦ ਹੈ ਭੇਦ ਮਿਲਾਵਾ,
ਅਬ ਭਉ ਭਾਨ ਭਰੋਸੋ ਆਵਾ। ਹੁਣ ਭੇਦੈ, ਭੇਦ ਜਿਹੜੇ ਭੇਦੈ ਹੁੰਦੀ ਵਿੱਥ, ਪੱਬੇ ਅੱਖਰ ਦੁਆਰਾ ਜਿਹੜੀ ਸਾਡੀ ਵਿੱਥ ਹੈ, ਜਿਸ ਨੇ ਮੈਨੂੰ ਮੇਰੇ ਮਾਲਕ ਤੋਂ, ਰੱਬ ਤੋਂ ਦੂਰ ਕਰ ਦਿੱਤਾ ਹੋਇਆ, ਉਹ ਵਿੱਥ ਕਿਸੇ ਵੀ ਰੂਪ ਦੇ ਵਿੱਚ ਹੋ ਸਕਦੀ ਹੈ। ਧਨ ਦੇ, ਦੌਲਤ ਦੇ ਰੂਪ ਵਿੱਚ ਹੋ ਸਕਦੀ ਹੈ, ਖਾਣ ਪੀਣ ਵਾਲੇ ਪਦਾਰਥਾਂ ਦੇ ਰੂਪ 'ਚ, ਪਰਿਵਾਰਕ ਜੀਆ ਜੰਤ ਇਹਦੇ ਰੂਪ ਦੇ ਵਿੱਚ, ਅਹੁਦੇ ਦੇ ਰੂਪ ਦੇ ਵਿੱਚ, ਕਿਸੇ ਵੀ ਰੂਪ ਦੇ ਵਿੱਚ ਵਿੱਥ ਹੋ ਸਕਦੀ ਹੈ, ਜਿਹੜੀ ਕਿ ਸਾਡੇ ਕੋਲ ਪਛਾਣੀ ਨਹੀਂ ਜਾਂਦੀ। ਸੋ ਤੂੰ ਜਾਣਨ ਵਾਲਾ ਹੋ ਕਰਕੇ, ਭੇਦ ਜਾਣਨੇ ਵਾਲਾ ਬਣ ਕਰਕੇ, ਕਿਉਂਕਿ ਜਿਸ ਨੇ ਕੋਈ ਚੀਜ਼ ਦੀ ਜਾਣਕਾਰੀ ਲੈਣੀ ਹੈ ਉਹਨੂੰ ਫਿਰ ਭੇਦ ਜਾਣਨੇ ਵਾਲਾ ਬਣਨਾ ਪਊ, ਉਹਨੂੰ ਫੋਕਸ ਉੱਥੇ ਕਰਨਾ ਪੈਂਦਾ ਵੀ ਮੈਂ ਇਸ ਭੇਦ ਨੂੰ ਜਾਣਨਾ, ਸਮਝਣਾ। ਹੁਣ ਮੈਂ, ਮੇਰੀ ਜੋ ਵਿੱਥ ਦੂਰੀ ਅਕਾਲ ਪੁਰਖ ਤੋਂ ਪੈ ਗਈ, ਉਹਦਾ ਜਿਹੜਾ ਇੱਕ ਭੇਦ ਹੈ, ਕਿਉਂ ਪਈ ਉਹ ਦੂਰੀ, ਕਿਉਂ ਪਈ? ਉਸ ਭੇਦ ਨੂੰ ਜਾਣਨਹਾਰ ਬਣ ਕਰਕੇ ਮੈਂ ਹੁਣ ਭੇਦੀ ਬਣਨਾ, ਮੈਂ ਆਪਣੇ ਆਪ ਦਾ ਸੂਈਆ ਬਣਨਾ, ਹੈਨਾ। ਭੱਬਾ ਭੇਦਾ ਹੈ, ਭੇਦ ਮਿਲਾਵਾ। ਅੱਛਾ, ਮੈਨੂੰ ਪਤਾ ਲੱਗ ਗਿਆ, ਮੈਨੂੰ ਪਤਾ ਲੱਗ ਗਿਆ ਵੀ ਉਹ ਕਿਹੜੀਆਂ ਕਿਹੜੀਆਂ ਗੱਲਾਂ ਨੇ ਜਿਨ੍ਹਾਂ ਨੇ ਵਿੱਥ ਪਾਈ ਹੋਈ ਆ। ਮੈਂ ਫਿਰ ਕੀ ਕੀਤਾ, ਉਹ ਟਾਸਰਾ ਲਿਆ ਸ਼ਬਦ ਦਾ ਤੇ ਤੀਰ ਖਿੱਚਿਆ ਸ਼ਬਦ ਦਾ, ਤੇ ਮੈਂ ਫਿਰ ਉਹਨਾਂ ਭੇਦਾਂ ਨੂੰ ਬਿੰਨ ਦਿੱਤਾ। ਭੇਦ ਹੁੰਦਾ ਬਿੰਨ ਦੇਣਾ। ਹੁਣ ਦੇਖੋ, ਭੇਦ ਭੇਦਾ, ਭੇਦ ਭੇਦਾ, ਭੇਦ ਕਿੱਥੇ ਕਿੱਥੇ ਜਾਂਦਾ ਅਰਥ ਨਾ, ਉਹਦਾ ਪ੍ਰਕਰਨਾ ਚੱਲੀ ਜਾਂਦਾ। ਪਰ ਸਾਡੀ ਬੁੱਧ ਛੋਟੀ ਆ, ਪਰ ਜਾਂਦਾ ਅਰਥ ਬਹੁਤ ਦੂਰ ਤੇ, ਸਾਨੂੰ ਇੰਨੀ ਕਿ ਸੋਝੀ ਹੈ। ਹੁਣ ਉਹਨੇ ਨਾ ਉਹਨਾਂ ਭੇਦਾਂ ਨੂੰ ਭੇਦ ਦਿੱਤਾ, ਜਿਨ੍ਹਾਂ ਜਿਨ੍ਹਾਂ ਨੇ ਮੇਰਾ ਪ੍ਰਮਾਤਮਾ ਦੇ ਨਾਲੋਂ ਅੰਤਰ ਪਾ ਕੇ ਰੱਖਿਆ ਹੋਇਆ ਸੀ, ਮੈਂ ਗੁਰੂ ਦੇ ਸ਼ਬਦ ਦੇ ਨਾਲ ਉਹਨਾਂ ਨੂੰ ਬਿੰਨ ਕੇ ਰੱਖ ਦਿੱਤਾ। ਤੇ ਫਿਰ ਰੱਬ ਨੇ ਕੀ ਕੀਤਾ, ਮਿਲਾਵਾ। ਬਸ ਆਹੀ ਹੈ। ਹੁਣ ਉਹ ਪੜ੍ਹਦੇ ਆ, ਮਾਇਆ ਦੇ ਪੜ੍ਹਦੇ ਆ, ਭਾਵੀਰੀ ਕੇ ਪਾਤ ਪਾੜ ਦੋ। ਅੰਦਰ ਜੋ ਸਾਡੇ ਪੜਦਾ ਆ, ਅੰਦਰ ਮਾਇਆ ਦਾ, ਇਹਨੂੰ ਪਾੜਨਾ ਅਸੀਂ, ਇਹਨੂੰ, ਰੱਬ ਤਾਂ ਅੰਦਰ ਹੀ ਹੈ, ਹੈਨਾ। ਤੇ ਦੋਏ ਵਸੇ ਇੱਕ ਥਾਏ, ਜਿਹੜਾ ਸਾਡਾ ਈਸ਼ ਹੈ, ਰੱਬ ਹੈ, ਉਹ ਵੀ ਅੰਦਰ ਵਸਦਾ, ਜੀਵ ਵੀ ਅੰਦਰ ਵਸਦਾ। ਤੇ ਮਿਲ ਬਾਤ ਨਾ ਕਰਤੇ ਕਬੂ, ਕਦੀ ਆਪਸ ਵਿੱਚ ਗੱਲਬਾਤ ਨਹੀਂ ਕਰਨੀ, ਕਿ ਉਹ ਮਾਇਆ ਦਾ ਐਸਾ ਪੜਦਾ ਹੈ ਜਿਹੜਾ ਸਾਡੇ ਕੋਲ ਪਾੜਦਾ ਨਹੀਂ। ਅਸੀਂ ਉਹ ਜਾਣਨਾ ਪੜਦਾ ਕੀ ਚੀਜ਼ ਹੈ। ਪ੍ਰਜਨਾ ਕਿਵ ਕੂੜੈ ਟੁੱਟੈ ਪਾਲ, ਗੁਰੂ ਨਾਨਕ ਨੇ ਉਸਨੂੰ ਕੂੜ ਦੀ ਦੀਵਾਰ ਕਹਿ ਦਿੱਤਾ, ਜਿਹੜੀ ਦੇਖਣ ਨੂੰ ਲੱਗਦੀ ਹੈ ਨਹੀਂ, ਪਰ ਦੀਵਾਰ ਬਹੁਤ ਵੱਡੀ ਹੈ, ਦੇਖਣ ਵਿੱਚ ਲੱਗਦੀ ਪ੍ਰਤੀਤ ਨਹੀਂ ਹੋ ਰਹੀ। ਕੂੜ ਦੀ ਕੰਧ, ਕੂੜ ਮਤਲਬ ਝੂਠ ਦੀ ਕੰਧ, ਇਹ ਕਹਿਤਾ ਕੰਧ ਹੈਗੀ, ਹੈਗੀ ਹੈ ਨਹੀਂ, ਪਰ ਹੈ ਬੜੀ ਮੋਟੀ, ਦੇਖਣ ਵਿੱਚ ਆਉਂਦੀ ਨਹੀਂ, ਕੂੜ ਦੀ ਕੰਧ। ਉਹੀ ਪੜਦਾ, ਭੰਬੀਰੀ ਕੇ ਪਾਤ ਪਾੜ ਦੋ, ਉਸ ਪਰਦੇ ਨੂੰ ਪਾੜਨਾ, ਉਹ ਕੂੜ ਦੀ ਦੀਵਾਰ ਨੂੰ ਢਾਉਣਾ ਹੈ, ਹਨਾ। ਉਹਨੂੰ ਉਹ ਕਿੱਦਾਂ ਹੋ, ਕਹਿੰਦੇ ਸੱਚੇ ਪਾਤਸ਼ਾਹ ਕਹਿੰਦੇ, ਕਿਵ ਕੂੜਾ ਟੁੱਟਿਆ ਪਾਲ, ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਪਹਿਲੀ ਗੱਲ ਕਹਿਤੀ, ਕਹਿੰਦੇ ਉਹਦਾ ਹੁਕਮ, ਉਹਦੀ ਰਜ਼ਾ ਦੇ ਵਿੱਚ ਚੱਲਣਾ ਸ਼ੁਰੂ ਕਰ, ਇਹ ਕੂੜ ਦੀ ਕੰਧ ਟਹਿ ਜਾਊਗੀ, ਇਹ ਪੜਦਾ ਪਾੜ ਜਾਊਗਾ। ਅੱਛਾ, ਤੇ ਮਹਾਰਾਜ ਹੁਕਮ ਕਿੱਥੇ ਹੈ? ਸੱਚੇ ਪਾਤਸ਼ਾਹ ਕਹਿੰਦੇ ਨਾਲ ਹੀ ਨਾਲ ਲਿਖਿਆ ਹੋਇਆ, ਤੇਰੇ ਕੋ ਪੜ੍ਹ ਨਹੀਂ ਹੁੰਦਾ, ਤੇ ਹੁਣ ਉਹ ਫਿਰ ਪੜ੍ਹਨਾ ਸਿੱਖ, ਪੜ੍ਹਨਾ ਸਮਝਣਾ ਬੁੱਝਣਾ। ਹੁਣ ਜੇ ਕਿਸੇ ਨੂੰ ਅੱਖਰ ਨਾ ਪੜ੍ਹਨੇ ਆਉਂਦੇ ਹੋਣ, ਉਹ ਪਾਰਖੂ ਪੜ੍ਹਨੇ ਵਾਲੇ ਜਿਹੜੇ ਪੜ੍ਹੇ ਲਿਖੇ ਹੁੰਦੇ ਨੇ, ਉਹਨਾਂ ਕੋਲੋਂ ਪੜ੍ਹਾ ਲੈਂਦਾ। ਆ ਮੇਰੇ ਅੱਖਰ, ਆਪਾਂ ਚਿੱਠੀ ਪੜ੍ਹਦੇ ਹੋ ਜੀ ਨਾ, ਤੇ ਆਪਾਂ ਹੁਣ ਅਨਪੜ੍ਹ, ਇਹਨਾਂ ਅੱਖਰਾਂ ਤੋਂ ਆਪਾਂ ਅਨਪੜ੍ਹ ਆ, ਰੱਬੀ ਹੁਕਮ ਤੋਂ ਆਪਾਂ ਸੰਗਤ ਵਿੱਚ ਆ ਗਏ। ਤੇ ਸੱਚੇ ਪਾਤਸ਼ਾਹ ਨੂੰ ਬੇਨਤੀਆਂ ਕਰਦੇ, ਮੈਂ ਮਹਾਰਾਜ ਮੈਨੂੰ ਮੇਰੇ ਹੁਕਮ ਦੀ ਸੋਝੀ ਦਿਓ। ਮਹਾਰਾਜ ਨੇ ਸੰਗਤ ਚ ਕਿਰਪਾ ਕਰੀ ਜਾਣੀ। ਉਹਨੂੰ ਕੀ ਫਰਕ ਪੈਂਦਾ, ਉਹਨੂੰ ਕੋਈ ਫਰਕ ਪੈ ਜਾਓ, ਉਹਨੂੰ ਕੋਈ ਫਰਕ ਨਹੀਂ ਪੈਣਾ। ਉਹਨੇ ਸਾਨੂੰ ਇਹ ਵੀ ਗੱਲ ਕਰਾ ਦੇਣਾ ਇਹ ਹਾਂ ਵੀ ਹੁਕਮ ਕੀ ਹੈ। ਪਰ ਜਦੋਂ ਹੀ ਹੁਕਮ ਦਾ ਪਤਾ ਲੱਗ, ਕੂੜ ਦੀ ਦੀਵਾਰ ਢਹਿ ਜਾਣੀ। ਜਦੋਂ ਮੈਨੂੰ ਮੇਰੇ ਪੜਦੇ ਦਾ ਪਤਾ ਲੱਗ ਗਿਆ, ਤੇ ਮੈਨੂੰ ਮੇਰੇ ਸਤਿਗੁਰਾਂ ਨੇ ਤੀਰ ਦੇਣਾ ਸ਼ਬਦ ਦਾ, ਲੈ ਕੇ ਆਹ ਤੀਰ ਚਲਾ, ਬਾਣ ਸਚਾਵਾ ਸੰਨ ਕੈ ਪਾਪੜਿਆ ਪਿਛਾੜ। ਉਹ ਜਿਹੜਾ ਪੜਦਾ ਸੀ ਨਾ ਪਾਪਾਂ ਦਾ ਬਰੀਕ ਜਿਹਾ, ਉਹਨੂੰ ਪਾੜ ਕੇ ਰੱਖ ਦਿੱਤਾ। ਜਦੋਂ ਹੀ ਪਾੜਿਆ, ਉਹਨੂੰ ਭੇਦਿਆ, ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਜੀਵ ਤੇ ਈਸ਼ ਦਾ ਮੇਲ ਹੋ ਗਿਆ, ਮਿਲਾਪ ਹੋ ਗਿਆ। ਕਹਿੰਦੇ ਕਿ ਔਖਾ ਕੰਮ ਹੈ। ਅੱਛਾ, ਅਬ ਭਉ ਭਾਨ ਭਰੋਸਾ ਆਵਾ, ਭਉ ਡਰ,
ਸੋ ਹੁਣ ਜਿਹੜਾ ਡਰ ਹੈ ਨਾ, ਇਹਨੂੰ ਆਪਾਂ ਏਦਾਂ ਕਹਿ ਸਕਦੇ ਆ, ਭਾਨ ਡਰ ਭੱਜ ਗਿਆ, ਭਾਉ ਭਾਨ, ਭਾਨ ਭੰਨਣ ਨੂੰ ਵੀ ਕਹਿੰਦੇ ਨੇ, ਭੱਜ ਗਿਆ, ਡਰ ਭੱਜ ਗਿਆ। ਕਿਹਦਾ ਡਰ ਸੀ? ਵਿਕਾਰਾਂ ਦਾ, ਕਰਮਾਂ ਦਾ, ਹਨਾ, ਵੀ ਪਤਾ ਨਹੀਂ ਮੇਰੇ ਕਰਮ ਕਿੱਦਾਂ, ਆਉਣ ਵਾਲੇ ਸਮੇਂ ਦਾ, ਹਾਲਾਤਾਂ ਦਾ, ਬਿਮਾਰੀਆਂ ਦਾ, ਹਨਾ, ਕਿੰਨੇ ਡਰ ਹੈ। ਮੈਨੂੰ ਦੱਸੋ ਤਾਂ ਜੀ, ਇਸ ਧਰਤੀ ਦੇ ਉੱਤੇ ਕੋਈ ਐਸਾ ਹੈ ਜਿਹੜਾ ਬਿਨਾਂ ਡਰ ਤੋਂ ਹੈ? ਕੋਈ ਐਸਾ ਨਹੀਂ। ਕਹਿੰਦੇ 84 ਲੱਖ ਜੂਨ ਉਸਨੇ ਪੈਦਾ ਕੀਤੀ, ਸਾਰੀ ਡਰ ਦੇ ਵਿੱਚ ਹੈ। ਇਥੋਂ ਤੀਕਰ ਕੀ ਧਰਤੀ ਕੀ ਆਕਾਸ਼, ਇਹ ਸਾਰਿਆਂ ਦੇ ਅੰਦਰ ਭੈ ਪਿਆ ਹੋਇਆ। ਭੈ ਵਿੱਚ ਸੂਰਜ, ਭੈ ਵਿੱਚ ਚੰਦ। ਆ ਸੂਰਜ ਨੂੰ ਕਾਹਦਾ ਡਰਿਆ ਜੀ? ਉਹਨੂੰ ਵੀ ਡਰ ਪਿਆ ਹੋਇਆ, ਤਦੇ ਚੱਲਦਾ ਪਿਆ। ਚੰਦ ਵੀ, ਉਹ ਵੀ ਡਰ ਦੇ ਵਿੱਚ। ਪਰ ਕੋਈ ਐਸੀ ਚੀਜ਼ ਨਹੀਂ ਹੈ ਜਿਹੜੀ ਡਰ ਦੇ ਵਿੱਚ ਨਹੀਂ। ਤੇ ਜਦੋਂ ਅਕਾਲ ਪੁਰਖ ਪ੍ਰਮਾਤਮਾ ਨੂੰ ਜਾਣਿਆ, ਕੂੜ ਦੀ ਕੰਧ ਢਹਿ ਗਈ, ਪਰਦਾ ਪਾਟ ਗਿਆ। ਜੋ ਮੈਂ ਡਰ ਦੇ ਵਿੱਚ ਜੀਂਦਾ ਪਿਆ ਸੀਗਾ, ਉਹ ਮੇਰਾ ਸਾਰਾ ਡਰ ਜਿਹੜਾ ਸੀ ਉਹ ਭੱਜ ਗਿਆ, ਭਾਨ ਭੱਜ ਗਿਆ। ਫੇਰ ਕੀ ਆ? ਭਰੋਸਾ ਆਵਾ, ਭਰੋਸਾ ਆ ਗਿਆ। ਕਾਹਦਾ ਭਰੋਸਾ? ਹੁਣ ਫੇਰ ਭਾਨ ਸ਼ਬਦ ਨੂੰ ਵਰਤ ਲਓ। ਭਾਨ ਸੂਰਜ ਨੂੰ ਕਹਿੰਦੇ ਆ ਜੀ, ਹਨਾ। ਭਰੋਸਾ ਆ ਗਿਆ। ਸੂਰਜ ਦਾ ਅਰਥ ਹੋ ਗਿਆ ਚਾਨਣ, ਪ੍ਰਕਾਸ਼। ਉਹ ਫਿਰ ਭਰੋਸਾ ਹੀ ਆਉਣਾ। ਚਾਨਣ ਹੋ ਗਿਆ, ਪ੍ਰਕਾਸ਼ ਹੋ ਗਿਆ, ਸੋਝੀ ਪੈ ਗਈ, ਪਤਾ ਲੱਗ ਗਿਆ ਆਪਣੇ ਆਪ ਦਾ। ਜਿਸ ਦਿਨ ਮੈਂ ਆਪਣੇ ਆਪ ਨੂੰ ਪਛਾਣ ਲਿਆ, ਜਾਣ ਲਿਆ, ਮਿਲ ਲਿਆ, ਰੱਬ ਇਹ ਹੋਣਾ ਪ੍ਰਕਾਸ਼ ਦੇ ਨਾਲ ਹੈ। ਤੇ ਉਹ ਸੂਰਜ ਜਿਹੜਾ ਉਹ ਕਰੋੜਾਂ ਸੂਰਜਾਂ ਦਾ ਸੂਰਜ ਹੈ ਜੀ। ਤੇ ਇਹ ਸਿਸਟਮ ਹੁੰਦਾ ਜੀ ਸਾਰਾ। ਅਬ ਭਾਉ ਭਾਨ ਭਰੋਸਾ ਆਵਾ, ਭਰੋਸਾ ਆ ਗਿਆ। ਭਰੋਸਾ ਆਉਣਾ ਬੜੀ ਵੱਡੀ ਚੀਜ਼ ਹੈ। ਉਹਦੀ ਕਿਰਪਾ ਦੇ ਬਿਨਾਂ ਭਰੋਸਾ ਨਹੀਂ ਵੱਜਦਾ ਜੀ। ਭਰੋਸਾ ਤਦੇ ਹੋ ਕਿ ਚੀਜ਼ ਮੈਂ ਦੇਖ ਲਊਂਗਾ, ਹਨਾ। ਬਿਨ ਦੇਖੇ ਵਿਸ਼ਵਾਸ ਨਹੀਂ ਪੈਦਾ ਹੁੰਦਾ। ਤੇ ਜਦੋਂ ਪ੍ਰਕਾਸ਼ ਹੋ ਗਿਆ, ਮੈਨੂੰ ਦਿਸ ਪਿਆ, ਭਰੋਸਾ ਵੱਜ ਗਿਆ ਵੀ ਠੀਕ ਹੈ ਜੋ ਬਾਣੀ 'ਚ ਲਿਖਿਆ ਸੀਗਾ, ਹਨਾ। ਵੀ ਅਨੰਤ ਵਸਤੂ ਜਿਹੜੀ ਆ, ਅਨੂਪ ਵਸਤੂ ਇੱਥੇ ਹੀ ਆ। ਲੱਗ ਗਿਆ ਪਤਾ। ਹੁਣ ਮੈਨੂੰ ਪਤਾ ਲੱਗ ਗਿਆ ਸਭ ਕੁਝ ਘਰ ਵਿੱਚ ਆ। ਅੱਗੇ ਤਾਂ ਮੈਂ ਪੜ੍ਹਦਾ ਸੀਗਾ, ਮੇਰੇ ਵਰਗਾ ਬਾਣੀ ਪੜ੍ਹੀ ਜਾਂਦਾ, ਸਭ ਕੁਝ ਕਰ ਮੈਂ ਬਾਹਰ, ਨਾ ਹੀ ਸਭ ਕਰ ਪਤਾ ਮੈਨੂੰ ਵੀ ਨਹੀਂ, ਸਭ ਕੁਝ ਕਰ ਮੈਂ, ਹਨਾ। ਤੇ ਜਦੋਂ ਅੰਦਰ ਪ੍ਰਕਾਸ਼ ਹੋਇਆ, ਤੇ ਹੁਣ ਕਹਿਣੀ 'ਚ ਫਰਕ ਹੋ ਗਿਆ। ਹੁਣ ਵੀ ਉਹੀ ਗੱਲ ਕਹਿੰਦਾ, ਸਭ ਕੁਝ ਕਰ ਮੈਂ ਬਾਹਰ, ਨਾ, ਪਰ ਹੁਣ ਕਹਿਣੀ 'ਚ ਫਰਕ ਪੈ ਗਿਆ। ਜਦੋਂ ਕਹਿੰਦਾ ਨਾਲ ਹੀ ਆਨੰਦ ਲੈਂਦਾ, ਜਦੋਂ ਕਹਿੰਦਾ ਨਾਲ ਹੀ ਰਸ ਆਉਂਦਾ ਕਿ ਸਭ ਕੁਝ ਕਰ। ਦੇਖੋ ਜਦੋਂ ਭਰੋਸਾ ਅੰਦਰ ਪ੍ਰਕਾਸ਼ ਹੋਇਆ, ਜੋ ਬਾਹਰ ਸੋ ਭੀਤਰ ਚਾਨਣ। ਫੇਰ ਕੀ ਹੋਇਆ ਜੀ? ਵੀ ਮਹਾਰਾਜ ਸੱਚੇ ਪਾਤਸ਼ਾਹ ਤਾਂ ਸੱਚ ਹੀ ਕਹਿੰਦੇ ਸੀਗੇ, ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸਿਰ ਪਾਵੇ। ਸੱਚੇ ਪਾਤਸ਼ਾਹ ਕਹਿੰਦੇ 2 ਦੀਵੇ 14 ਹਟ ਨਾਲੇ। ਅਬ ਸੱਚੀ ਮੇਰੇ ਤਾਂ ਅੰਦਰ 2 ਦੀਵੇ ਜਗਦੇ ਪਏ ਆ, ਚੰਦ ਸੂਰਜ, 2 ਅੱਖਾਂ, 2 ਦੀਵੇ ਹੀ ਹੋ ਗਏ, ਹਾਂਜੀ। ਤੇ 14 ਹਟ ਨਾਲੇ, 14 ਹੱਟੀਆਂ ਵੀ ਇਹਦੇ ਵਿੱਚ ਹੀ ਆ। ਸਾਰਾ ਬ੍ਰਹਿਮੰਡ ਲੈ ਕੇ ਤੁਰਿਆ ਫਿਰਦਾ। ਜੋ ਬਾਹਰ, ਹੁਣ ਕੀ ਰੱਬ ਨੂੰ ਬਾਹਰ ਲੱਭਦਾ ਸੀ, ਜੋ ਬਾਹਰ ਤੇਰਾ ਬਾਹਰ ਆ ਸੋ ਭੀਤਰ ਜਾਂਦਾ। ਇੱਥੋਂ ਤਿੱਕਰ ਰੱਬ ਦੀ ਸੋਝੀ ਮਤਲਬ। ਦੂਜਾ ਵੀ ਜੋ ਕੁਝ ਵੀ ਬਾਹਰ, ਜੋ ਕੁਝ ਵੀ ਹੈ ਉਹ ਅੰਦਰ ਜਾਣ ਲੈਂਦੇ ਨੇ। ਜਿਹੜੇ ਜਦੋਂ ਬ੍ਰਹਮ ਦਾ ਗਿਆਨ ਆਉਂਦਾ ਨਾ ਜੀ, ਤੇ ਫਿਰ ਸਮੁੱਚੀ ਦੁਨੀਆ, ਖੰਡ, ਬ੍ਰਹਿਮੰਡ, ਸੋ ਉਹ ਅੰਦਰ। ਹੁਣ ਮੈਂ ਮੇਰੇ ਵਰਗਾ ਕਹੂਗਾ ਜੀ ਸਰੀਰ ਤਾਂ ਛੋਟਾ ਜਿਹਾ ਹੈ ਜੀ, ਸਰੀਰ ਤਾਂ ਛੋਟਾ ਜਿਹਾ ਆ, ਇਹ ਕਿੱਦਾਂ ਹੁੰਦਾ ਹੋਵੇਗਾ? ਤੇ ਭਾਈ ਮੈਪ ਨਹੀਂ ਦੇਖਿਆ, ਨਕਸ਼ਾ ਜਿਹੜਾ ਹੁੰਦਾ ਹੈ ਪੂਰੇ ਵਰਲਡ ਦਾ ਮੈਪ ਜਿਹੜਾ ਹੁੰਦਾ, ਤੇ ਉਹ ਇੱਕ ਪੇਪਰ ਦੇ ਉੱਤੇ ਬੜੇ ਆਰਾਮ ਦੇ ਨਾਲ ਬਣ ਜਾਂਦਾ। ਤੇ ਇਦਾਂ ਹੀ ਜਿਹੜਾ ਸਰੀਰ ਹੈ ਨਾ, ਪੂਰੇ ਬ੍ਰਹਿਮੰਡ ਦਾ ਇੱਕ ਸਕੈਚ ਹੀ ਹੈ, ਨਕਸ਼ਾ ਹੀ ਹੈ। ਤੇ ਫਿਰ ਜਦੋਂ ਬਿਰਤੀ ਵਾਲਾ ਸਿਸਟਮ ਹੁੰਦਾ, ਬਿਰਤੀ ਵਿਰਾਟ ਹੁੰਦਾ, ਬਿਰਤੀ 'ਚ ਕੋਈ ਆਕਾਰ ਨਹੀਂ ਹੁੰਦਾ। ਤੇ ਬਿਰਤੀ ਦੇ ਵਿੱਚ ਨਾ ਟੋਟਲੀ ਇੱਕ ਬ੍ਰਹਿਮੰਡ ਦਾ ਹੀ ਰੂਪ ਹੋ ਗਿਆ ਹੁੰਦਾ, ਵਿਰਾਟ ਰੂਪ ਦਾ ਹੋਇਆ ਹੁੰਦਾ। ਤੇ ਇੱਥੇ ਜਿੱਥੇ ਮਤਲਬ ਦੇਖਣਾ ਨਾ, ਇਹਨੂੰ ਕਿਤੇ ਬਸ ਜਾਣਾ ਵੀ ਨਹੀਂ ਪੈਂਦਾ। ਬਿਰਤੀ ਵਿੱਚ ਕੁਝ ਫੈਲ ਗਿਆ। ਹੁਣ ਜਿੱਦਾਂ ਬੂੰਦ ਹੈ, ਜਦੋਂ ਸਾਗਰ ਵਿੱਚ ਪਈ ਹੈ, ਤੇ ਇਹਨੂੰ ਫਿਰ ਸਾਗਰ ਦੇ ਦੂਸਰੇ ਸਿਰੇ ਤੇ ਜਾਣ ਵਾਸਤੇ ਸਫ਼ਰ ਕਰਨਾ ਪਊਗਾ। ਸਾਗਰੇ ਹੁਣ ਬੂੰਦ ਨੇ ਸਾਗਰ ਦੇ ਦੂਸਰੇ ਹਿੱਸੇ ਨੂੰ ਜਾਣਨਾ ਹੈ, ਉਹਨੂੰ ਟਰੈਵਲ ਕਰਨਾ ਪਊਗਾ ਨਾ। ਉਹ ਤਾਂ ਉੱਥੇ ਬੈਠੀ ਨਹੀਂ ਜਾਣ ਲੈਣਾ। ਜਿਹਦੀ ਬਿਰਤੀ ਲੱਗਣ ਲੱਗ ਪਈ, ਉਹ ਫਿਰ ਇਸ ਸਿਸਟਮ ਨੂੰ ਜਾਣਨ ਵਾਸਤੇ ਕਿ ਕੀ ਕਿੱਥੇ ਕਿੱਥੇ ਹੈ, ਉਹਨੂੰ ਕੋਈ ਟਰੈਵਲ ਕਰਨਾ ਪਵੇਗਾ। ਜਿੱਦਾਂ ਜੋਗੀ ਉੱਡਦੇ ਸਨ ਨਾ, ਬ੍ਰਹਮ ਗਿਆਨੀ ਨੂੰ ਉੱਡਦਾ ਹੀ ਨਹੀਂ ਪੈਂਦਾ। ਉਹ ਸਭ ਕੁਝ ਅੰਦਰ ਹੀ, ਬਿਰਤੀ ਤਾਂ ਅੰਦਰ ਸਿਸਟਮ 'ਚ ਬਿਰਤੀ ਲੱਗਣੀ ਸਾਡੀ। ਉਹ ਫਿਰ ਬਿਰਤੀ ਦੁਆਰਾ ਸਭ ਕੁਝ ਜਾਣਾ।
ਬਿਰਤੀ ਫਿਰ ਵਿਰਾਟ, ਉਹਦਾ ਬੂੰਦ ਸਾਗਰ ਚ ਮਿਲ ਗਈ, ਸਾਗਰ ਬਣ ਗਈ। ਹੁਣ ਜਦੋਂ ਬਿਰਤੀ ਲੱਗੀ ਇਹ ਵਿਰਾਟ ਹੋ ਗਿਆ, ਇਹ ਫਿਰ ਇਕੱਲਾ ਸਰੀਰ ਨਹੀਂ ਰਹਿ ਜਾਂਦਾ। ਫਿਰ ਜੋ ਬਾਹਰ ਸੋ ਭੀਤਰ ਜਾਣਿਆ, ਏਦਾਂ ਹੁੰਦੀ ਹੈ। ਭਇਆ ਭੇਦ ਭੂਪਤ ਪਹਿਚਾਨਿਆ। ਕਹਿੰਦੇ ਵੀ ਜਦੋਂ ਭੇਦ ਲੱਗ ਗਿਆ, ਕਿਹਦਾ ਭੇਦ ਲੱਗਾ? ਅੰਦਰਲਾ ਭੇਦ, ਅੰਦਰਲੇ ਸਿਸਟਮ ਦਾ ਭੇਦ। ਕਰਤੇ ਪੁਰਖ ਨੇ ਜੋ ਆ ਸਰੀਰ ਬਣਾਇਆ ਸਾਰਾ, ਹਨਾ, ਇਹਦਾ ਭੇਦ। ਜਦੋਂ ਭੇਦ ਗਿਆ ਫਿਰ ਭੂਪਤ ਹੁੰਦਾ ਭੂਮੀ ਦਾ ਮਾਲਕ, ਭੂਪਤ ਰਾਜਿਆਂ ਨੂੰ ਵੀ ਕਹਿੰਦੇ ਆ, ਤੇ ਜਿਹੜਾ ਭੂਮੀ ਦਾ ਮਾਲਕ ਹੁੰਦਾ ਉਹਨੂੰ ਵੀ ਕਹਿੰਦੇ ਆ। ਤੇ ਹੁਣ ਇਹ ਸਰੀਰ ਨੂੰ ਭੂਮੀ ਮੰਨ ਲਓ, ਹਿਰਦੇ ਨੂੰ ਭੂਮੀ ਮੰਨ ਲਓ, ਇਹਦਾ ਜਿਹੜਾ ਪਤੀ ਹੈ, ਇਹਦਾ ਜਿਹੜਾ ਮਾਲਕ ਹੈ, ਉਹਨੂੰ ਪਹਿਚਾਣ ਲਿਆ। ਸਰੀਰ ਦਾ ਮਾਲਕ ਕੌਣ ਹੈ? ਰੱਬ। ਹਿਰਦੇ ਦਾ ਮਾਲਕ ਕੌਣ ਹੈ? ਰੱਬ। ਉੱਤੋਂ ਦੇ ਪਛਾਣਾਂਗੇ ਜੇ ਬਿਰਤੀ ਅੰਤਰਮੁਖ ਹੋਵੇਗੀ, ਕਹਿੰਦੇ ਫੇਰ ਪਤਾ ਲੱਗ ਜਾਵੇਗਾ ਵੀ ਮੈਂ ਖੁਦ ਇਸ ਭੂਮੀ ਦਾ ਮਾਲਕ ਹਾਂ। ਫੇਰ ਪਤਾ ਲੱਗਣਾ। ਉਹਦੇ ਨਾਲ ਮੇਰੇ ਵਰਗਾ ਕਹੀ ਜਾਊਗਾ ਵੀ ਅਕਾਲ ਪੁਰਖ ਪ੍ਰਮਾਤਮਾ ਨੇ ਆਪਾਂ ਨੂੰ ਇਹ ਸਰੀਰ ਦਿੱਤਾ ਤੇ ਆਪਾਂ ਸਾਰੇ ਜਾਣੇ ਆਪੋ ਆਪਣੇ ਸਰੀਰਾਂ ਦੇ ਮਾਲਕ ਹਾਂ, ਤੇ ਆਪਾਂ ਆਪਣੇ ਸਰੀਰ ਦੇ ਅੰਦਰ ਖੇਤੀ ਕਰਨੀ ਕਹੀ ਜਾਂਦੇ ਆਪਾਂ, ਹਨਾ, ਕਹੀ ਜਾਂਦੇ। ਉਹ ਸਿਰਫ ਵਿਗਿਆਨ ਪੜ੍ਹ ਕੇ ਕਹੀ ਜਾਂਦੇ, ਪਰ ਪਹਿਚਾਣ ਨਹੀਂ ਆਈ ਨਹੀਂ ਪਹਿਚਾਣ ਵੀ ਸੱਚਮੁੱਚ ਮਨ ਹਾਲੀ ਹੈ, ਸੱਚਮੁੱਚ ਮਨ ਅੰਦਰ ਖੇਤੀ ਕਰਦਾ। ਹੁਣ ਜਿਹੜਾ ਸ਼ਬਦ ਹੈ ਇਹ ਭੂਪਤ ਪਹਿਚਾਨ ਦੇ ਨਾਲ ਸੰਬੰਧਿਤ ਹੈ। ਮਨ ਹਾਲੀ, ਹਾਂਜੀ, ਕਿਰਸਾਣੀ ਕਰਨੀ, ਸ਼ਰਮ ਪਾਣੀ, ਤਨ ਖੇਤ, ਨਾਮ ਬੀਜ, ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ਼, ਭਾਉ ਕਰਮ ਕਰ ਜਮਸੀ, ਤੇ ਕਰ ਭਾਗਟ, ਦੇਖ ਬਾਬਾ ਮਾਇਆ ਸਾਥ ਨਾ ਹੋਏ, ਇਨ ਮਾਇਆ ਜਗ ਮੋਹਿਆ ਬਿਰਲਾ ਬੁਝੇ। ਸੋ ਇਹ ਭੂਪਤ ਪਹਿਚਾਨ ਨਾਲ ਸੰਬੰਧਿਤ ਹੈ ਸ਼ਬਦ। ਇਹ ਆਪਾਂ ਕਿੰਨੀ ਵਾਰੀ ਇਹਨੂੰ ਪੜ੍ਹ ਲਿਆ, ਹੁਕਮਨਾਮੇ ਦੇ ਰੂਪ ਵਿੱਚ ਵੀ ਸੁਣਿਆ, ਤੇ ਟੀਕਿਆਂ ਚੋਂ ਅਰਥ ਵੀ ਪੜ੍ਹ ਲਏ। ਤੇ ਉਹ ਅਰਥ ਵੀ ਏਦਾਂ ਲਿਖੇ ਵੀ ਹਾਂ ਰੱਬ ਆ, ਤੇ ਰੱਬ ਨੇ ਸਾਨੂੰ ਇਹ ਸਰੀਰ ਦਿੱਤਾ ਤਾਂ ਖੇਤ ਹੈ, ਮਨ ਹਾਲੀ ਹੈ। ਬਣਿਆ ਕਦੀ ਮਨ ਹਾਲੀ? ਮੇਰਾ ਸਰੀਰ ਕਦੀ ਖੇਤ ਬਣਿਆ? ਮੇਰਾ ਮਨ ਹਾਲੀ ਬਣਿਆ? ਹਨਾ। ਤੇ ਫਿਰ ਨਹੀਂ ਬਣਿਆ, ਇਹਦਾ ਉਹਨੂੰ ਪਹਿਚਾਣ ਨਹੀਂ ਹੈ। ਮੈਨੂੰ ਇਹ ਨਹੀਂ ਪਹਿਚਾਣ ਆਈ ਵੀ ਮੈਂ ਹੀ ਭੂਪਤ ਆ, ਵੀ ਮੈਂ ਮਨ ਹਾਲੀ ਆ। ਹਾਲੀ ਨੂੰ ਹੁਣ ਭੂਪਤ ਕਹਿ ਦਿੱਤਾ। ਜਿਹੜਾ ਵਾਹੀਦਾਰ ਜ਼ਿਮੀਦਾਰ ਹੁੰਦਾ ਉਹੀ ਭੂਪਤ ਹੈ। ਉਹ ਫਿਰ ਜ਼ਮੀਨ ਨੂੰ ਵਾਹੁੰਦਾ ਆ, ਉਹ ਚ ਬੀਜ ਬੀਜਦਾ ਆ, ਉਹਦੀ ਫਸਲ ਉਗਾਉਂਦਾ ਆ, ਤੇ ਮੈਂ ਇਹਦੇ ਵਿੱਚੋਂ ਖੇਤੀ ਕਰਨੀ ਆ। ਖੇਤੀ ਕਿਹੜੀ ਹੋਣੀ ਹੈ? ਤੇ ਉਹ ਕੀ ਸ਼ਾਂਤ ਸਹਿਜ ਰਹਿਸ, ਅੰਦਰੋਂ ਇੱਕ ਖੇਤੀ ਸ਼ਾਂਤੀ ਦੀ, ਸਹਿਜਤਾ ਦੀ, ਖੁਸ਼ੀ ਦੀ, ਖੇੜੇ ਦੀ, ਖਿਮਾ ਦੀ, ਗਰੀਬੀ ਦੀ, ਅੰਦਰੋਂ ਖੇਤੀ ਹੋਣੀ ਸਾਰੀ। ਤੇ ਨਾਮ ਦੀ ਵੀ ਖੇਤੀ ਅੰਦਰੋਂ ਹੋਣੀ ਹੈ। ਮਨ ਗੱਲਾਂ ਜੋ ਲਿਖੀਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਪੜ੍ਹਦੇ ਆ, ਅਸਰ ਕੋਈ ਨਹੀਂ। ਮਤਲਬ ਉਹ ਅਸੀਂ ਧਾਰਨ ਨਹੀਂ ਕੀਤੀਆਂ ਹੋਈਆਂ। ਤੇ ਹੁਣ ਉਹਨੂੰ ਧਾਰਨ ਵਾਸਤੇ ਹੁਣ ਫੇਰ ਗੱਲ ਉੱਥੇ ਆ ਜਾਂਦੀ ਹੈ, ਸਤ ਸੰਗਤ। ਆ ਬੈਠੇ, ਤੁਸੀਂ ਬੈਠੇ ਸਾਰੇ, ਜਿਹੜੇ ਤੁਹਾਡੀ ਸਾਰਿਆਂ ਦੀ ਕਿਰਪਾ ਦੇ ਨਾਲ ਸੋ ਸੋਝੀ ਆਉਣੀ ਹੈ। ਉਦਾਂ ਸੋਝੀ ਨਹੀਂ ਆ ਸਕਦੀ। ਮੈਂ ਭੂਪਤ ਆ, ਫਿਰ ਆਪਣੇ ਆਪ ਨੂੰ ਭੂਪਤ ਪਹਿਚਾਣ ਲਿਆ, ਭੇਦ ਆ ਗਿਆ, ਫੇਰ ਖੇਤੀ ਕਰਦਾ। ਮੇਰਾ ਜ਼ਮੀਨ, ਮੇਰੀ ਜ਼ਮੀਨ ਆ, ਮੈਂ ਕਰ ਸਕਦਾ। ਜਦੋਂ ਜ਼ਿਮੀਂਦਾਰ ਨੂੰ ਨੌਲੇਜ ਆਂਦੀ ਮੇਰੀ ਧਰਤੀ ਬੜੀ ਉਪਜਾਊ ਆ, ਤੂੰ ਜੋ ਠੂਠਾ ਲੈ ਕੇ ਦੌੜਾ ਫਿਰਦਾ ਆਲੇ ਦੁਆਲੇ, ਤੂੰ ਜਿਹੜੀ ਜਿੰਨੀ ਕਿ ਤੇਰੇ ਕੋਲ ਜ਼ਮੀਨ ਹੈ ਬੜੀ ਉਪਜਾਊ ਹੈ, ਸੋਨਾ ਉਗਲਦੀ ਸੋਨਾ ਹੈ, ਤੂੰ ਬੀਜ ਤਾਂ ਸਹੀ। ਜਦੋਂ ਉਹਨੂੰ ਸਮਝ ਆ ਗਈ ਨਾ, ਫਿਰ ਆਲੇ ਦੁਆਲਾ ਛੱਡ ਕੇ ਫਿਰ ਡਟ ਕੇ ਖੇਤੀ ਕਰਦਾ ਤੇ ਅਮੀਰ ਬਣ ਜਾਂਦਾ। ਇਦਾਂ ਹੀ ਫਿਰ ਜਦੋਂ ਪਹਿਚਾਣ ਲੈਣਾ ਵੀ ਮੈਂ ਹੀ ਭੂਪਤ ਹੈ, ਹਨਾ, ਮੇਰਾ ਤਨ ਮੇਰਾ ਸਰੀਰ ਹੈ, ਮੈਂ ਖੇਤੀ ਕਰਨੀ, ਮਨ ਮੇਰਾ ਹਾਲੀ ਹੈ, ਤੇ ਗੁਰੂ ਤੋਂ ਨਾਮ ਲੈ ਕੇ ਬੀਜਣਾ ਹੀ ਹੈ, ਸੰਤੋਖ ਦਾ ਸੁਹਾਗਾ ਦੇ ਦੇਣਾ, ਤੇ ਸ਼ਰਮ ਦੀ ਪਾਣੀ, ਸ਼ਰਮ ਦਾ ਪਾਣੀ, ਸ਼ਰਮ ਪਾਣੀ, ਹਨਾ, ਮਾੜੇ ਕੰਮਾਂ ਤੋਂ ਸੰਗੀ ਜਾਣਾ, ਨਹੀਂ ਕਰਨੇ ਮਾੜੇ ਕਰਮ, ਤਦੇ ਖੇਤੀ ਬਚਣੀ। ਉਹਦਾ ਕਿਦਾਂ ਬਚਣੀ? ਤਨ ਖੇਤ ਏਦਾਂ। ਇਹ ਚੀਜ਼ ਦੀ ਗੱਲ ਪਹਿਚਾਣ ਆ ਗਈ ਜੀ ਬਾਬਾ। ਹੁਣ ਮੰਮਾ ਮੂਲ ਗਹਿਆ ਮਨ ਹੈ। ਹੁਣ ਜਦੋਂ ਜਿਨ੍ਹਾਂ ਨੇ ਆਪਣੇ ਮੂਲ ਦੀ ਪਕੜ ਕਰ ਲਈ, ਫਿਰ ਮਨ ਮੰਨਦਾ ਹੈ। ਹੁਣ ਮੈਂ ਮੂਲ ਕਹਾ, ਮੂਲ ਕੀ ਆ? ਆਪਾਂ ਤਾਂ ਰੱਬ ਕਹਾਂਗੇ ਸਾਰੇ ਜਾਣੇ, ਵੀ ਮੂਲ ਰੱਬ ਆ ਜੀ। ਉਸ ਤੋਂ ਬਾਅਦ ਅਸੀਂ ਤੁਸੀਂ ਸਾਰੇ ਰੱਬ ਚੋਂ ਆਏ ਹੋਏ ਆ, ਇਸ ਕਰਕੇ ਰੱਬ ਸਾਡਾ ਮੂਲ। ਅਸੀਂ ਐਕਸਪਲੇਨ ਕਰ ਦੇਵਾਂਗੇ ਬੜੇ ਆਰਾਮ ਦੇ ਨਾਲ, ਕਿਉਂਕਿ ਇਹ ਸਾਰੀ ਸ੍ਰਿਸ਼ਟੀ ਸਾਡੀ ਬਾਣੀ ਕਹਿੰਦੀ ਹੈ ਰੱਬ ਦੇ ਵਿੱਚੋਂ ਪੈਦਾ ਹੋਈ ਹੈ, ਰੱਬ ਨੇ ਇੱਕ ਬਚਨ ਦੇ ਨਾਲ ਪੈਦਾ ਕੀਤੀ ਹੈ। ਤੇ ਜੇ ਮੈਨੂੰ ਮੇਰਾ ਮੂਲ ਨਹੀਂ ਦਿਸਦਾ ਪਿਆ,
ਜਾਂ ਅਨੁਭਵ ਨਹੀਂ ਹੁੰਦਾ ਪਿਆ ਤੇ ਫਿਰ ਮੈਂ ਮੂਲ ਤੋਂ ਅੱਡ ਹੋ ਜਾਵਾਂਗਾ। ਫਿਰ ਮੂਲ ਨੂੰ ਬਦਲ ਲਓ, ਮੂਲ ਬਦਲੋ, ਹਨਾ। ਹੁਣ ਮੂਲ ਬਦਲਿਆ ਨਹੀਂ, ਬਾਣੀ ਨੇ ਉਹਨੂੰ ਵੀ ਮੂਲ ਕਿਹਾ ਹੋਇਆ। ਹੁਣ ਆ ਜਾਓ ਮੂਲ ਧਨ। ਸਾਡੇ ਕੋਲ ਮੂਲ ਧਨ ਹੈ ਜਿਹੜਾ ਦਰਗਾਹ 'ਚ ਮਿਲਿਆ ਹੋਇਆ। ਉਹ ਕੀ ਹੈ? ਜਿਹੜੇ ਸਵਾਸ ਮਿਲੇ ਹੋਏ ਨੇ। ਆਪਣਾ ਮੂਲ, ਇਸ ਸਰੀਰ ਦਾ ਮੂਲ ਸਵਾਸ ਹੈ। ਰੱਬ ਤਾਂ ਮੈਂ ਦੇਖਿਆ ਨਹੀਂ ਅਜੇ, ਹਨਾ। ਤੇ ਸੌਖੇ ਤਰੀਕੇ ਹੈ ਜੀ। ਹੁਣ ਮੰਮੇ ਅੱਖਰ ਦੁਆਰਾ ਮੈਂ ਆਪਣੇ ਸਵਾਸਾਂ ਦੀ ਪਕੜ ਕਰ ਲਈ। ਕੀ ਕਿਹੜੀ ਪਕੜ ਕੀਤੀ ਹੋਈ ਤੈਂ? ਸਵਾਸਾਂ ਦੀ। ਰੋਕ ਲੈ। ਜੋਗੀ ਆ ਤੂੰ? ਨਹੀਂ, ਜੋਗੀ ਨਹੀਂ। ਆਏ ਆ ਜਿਹੜੇ ਉਦਾਂ ਸੱਚੇ ਜੋਗੀ ਬਣਨਾ ਆਪਾਂ, ਸੱਚੇ, ਹਨਾ, ਜੁੜਨਾ ਹੈ। ਹੁਣ ਮੈਂ ਸਵਾਸਾਂ ਦੀ ਪਕੜ ਕੀਤੀ, ਮੈਂ ਸਵਾਸਾਂ ਤੇ ਪਹਿਰਾ ਲਾਇਆ ਤੇ ਮੈਂ ਸਵਾਸਾਂ ਨੂੰ ਹੁਣ ਬੇਅਰਥ ਨਹੀਂ ਜਾਣ ਦਿੰਦਾ। ਮੈਂ ਸਵਾਸਾਂ ਨੂੰ ਅਜਾਈ ਨਹੀਂ ਜਾਣ ਦਿੰਦਾ। ਪਹਿਰਾ ਲਾ ਲਿਆ, ਜਿੱਥੇ ਨਿੰਦਿਆ, ਚੁਗਲੀਆ, ਹੋਰ ਕੰਮ ਕਾਰ, ਬੜੇ ਸਿਸਟਮ, ਖਿਆਲ, ਚਲੋ ਕਿਤੇ ਨਹੀਂ ਆਪਾਂ ਜਾਂਦੇ। ਹੁਣ ਖਿਆਲਾਂ ਵਿੱਚ, ਸੋਚ ਵਿੱਚ ਸਫਰ ਨਹੀਂ ਕਰਦੇ ਆਪਾਂ। ਜੇ ਸੋਚ ਮਾੜੀ ਕਰ ਲਈ ਤੇ ਫਿਰ ਉੱਥੇ ਜਿਹੜਾ ਆਪਣਾ ਮੂਲ ਧਨ ਖਰਾਬ ਹੋਇਆ ਕਿ ਨਹੀਂ ਹੋਇਆ ਜੀ? ਵਿਕਾਰਾਂ 'ਚ ਚੱਲ ਗਏ, ਹਨਾ ਜੀ। ਤੇ ਫਿਰ ਮੂਲ ਧਨ ਖਰਾਬ ਹੋਇਆ ਕਿ ਨਹੀਂ ਹੋਇਆ? ਤੇ ਹੁਣ ਸਵਾਸਾਂ ਦੇ ਪਹਿਰਾ ਲਾ ਲਿਆ ਵੀ ਇੱਕ ਇੱਕ ਸਵਾਸ ਦੇ ਨਾਲ ਵਾਹਿਗੁਰੂ ਤਾਂ ਨਿਕਲੇ, ਉਹਦੀ ਯਾਦ ਤਾਂ ਆਵੇ, ਪਰ ਨਹੀਂ, ਮੈਂ ਇਸ ਧਨ ਨੂੰ ਜਾਈ ਨਹੀਂ ਜਾਣ ਦੇਣਾ। ਮੂਲ ਦੀ ਪਕੜ ਕਰ ਲਈ। ਮੂਲ ਧਨ ਦੀ ਪਕੜ ਹੁੰਦੀ, ਰੱਬ ਦੀ ਪਕੜ ਨਹੀਂ ਹੁੰਦੀ ਕਦੀ। ਹੋਈ ਰੱਬ ਦੀ ਪਕੜ। ਆ ਪਤਾ ਨਹੀਂ ਕਹਿੰਦੇ ਭਗਤਾਂ ਨੇ ਰੱਬ ਨੂੰ ਵਸ ਵਿੱਚ ਕੀਤਾ। ਚਲੋ ਕਹਿ ਲੈਂਦੇ ਆ ਗੱਲਾਂ, ਪਰ ਗੱਲਾਂ ਕਰਨ ਦੀਆਂ ਹੀ ਆ ਜੀ। ਸੋ ਏਦਾਂ ਨਹੀਂ ਹੁੰਦੀ ਵੀ ਭਗਤਾਂ ਨੇ ਰੱਬ ਨੂੰ ਵਸ ਵਿੱਚ ਕੀਤਾ। ਉਹ ਕਿੱਦਾਂ ਵਸ ਵਿੱਚ ਕਰ? ਪ੍ਰੇਮ ਦੀਆਂ ਪਾ ਕੇ ਡੋਰੀਆਂ, ਹਨਾ, ਕਿੱਦਾਂ ਵਸ ਕਰ ਲੈਣਾ? ਉਹ ਜਿਹੜਾ ਕਿਸੇ ਤਰੀਕੇ ਨਾਲ ਵਸ ਵਿੱਚ ਹੀ ਨਹੀਂ ਆਉਂਦਾ ਹੈ, ਨਾ ਤੂੰ ਆਵੇ ਵਸ। ਬਹੁਤ ਕਢਾਵਣੇ, ਵੇਦ ਪੜਾਵਣੇ, ਤੀਰਥ ਭਰਵਾਵਣੇ, ਤੀਰਥਾਂ ਨੇ ਭਰਮਣਾ, ਵਸ ਵਿੱਚ ਨਾ ਆਇਆ। ਤੇ ਉਹ ਭਗਤਾਂ ਦੇ ਵਸ, ਭਗਤਾਂ ਤਾਣ ਤੇਰਾ। ਇੱਥੇ ਵਸ ਦਾ ਅਰਥ ਹੈ ਵਸਿਆ, ਵਸ ਵਿੱਚ ਨਹੀਂ ਆਇਆ। ਕਿੱਥੇ ਵਸਿਆ? ਉਹਦੇ ਹਿਰਦੇ 'ਚ ਵਸਿਆ। ਭਗਤਾਂ ਨੂੰ ਉਹ ਜਿਹੜਾ ਅੰਦਰ 'ਚ ਵਸਿਆ ਨਾ, ਉਹਦਾ ਤਾਣ ਹੈ। ਨਹੀਂ ਤਾਂ ਫਿਰ ਸਿਸਟਮ ਦੂਜਾ ਬਣਦਾ। ਏਦਾਂ ਨਹੀਂ, ਫਿਰ ਤਾਂ ਵਸ ਵਿੱਚ ਆ ਗਿਆ। ਵਸਦਾ ਆ, ਵਸਦਾ ਵਸ 'ਚ ਆ ਗਿਆ। ਜੇ ਵਸਿਆ ਤੇ ਵਸ ਨਹੀਂ, ਉਹਨੇ ਤੇਰੇ ਸਿਸਟਮ ਨੂੰ ਵਸ ਵਿੱਚ ਕਰ ਲਿਆ। ਉਹ ਵਸਿਆ ਤੇਰੇ ਹਿਰਦੇ ਵਿੱਚ, ਟੋਟਲੀ ਤੇਰੇ ਸਿਸਟਮ ਨੂੰ ਵਸ ਵਿੱਚ ਕਰ ਲਿਆ। ਸੋ ਇਸ ਕਰਕੇ ਰੱਬ ਤਾਂ ਫੜੇ ਨਹੀਂ ਹੁੰਦਾ। ਜਿਵੇਂ ਰੱਬ ਨੂੰ ਮੈਂ ਮੂਲ ਮੰਨ ਲਿਆ ਇਸ ਤੋਂ ਪੰਕਤੀ ਦੇ ਵਿੱਚ, ਤੇ ਫਿਰ ਰੱਬ ਤਾਂ ਫੜਿਆ ਨਹੀਂ ਜਾਂਦਾ। ਇਸ ਕਰਕੇ ਜਿਹੜਾ ਸਵਾਸ ਪਕੜੇ ਜਾਂਦੇ, ਪਕੜ ਹੁੰਦੀ ਹੈ। ਮੰਨਿਆ ਕਿ ਸਵਾਸਾਂ ਦੀ ਗਿਣਤੀ ਨਹੀਂ ਹੈ। ਮੈਂ ਮੰਨਦਾ ਕਿ ਮੈਨੂੰ ਨਹੀਂ ਪਤਾ ਮੇਰੇ ਸਵਾਸ ਕਿੰਨੇ ਰਹਿ ਗਏ, ਤੇ ਭਾਈ ਪਰ ਪਕੜ ਤਾਂ ਹੈ। ਜਦੋਂ ਸਵਾਸ ਲੈਣਾ ਪਤਾ ਤਾਂ ਲੱਗਦਾ, ਨਹੀਂ ਦੇਖੇ ਜਾਂਦੇ ਸਵਾਸ, ਪਰ ਅਨੁਭਵ ਤਾਂ ਹੈ। ਸਵਾਸ ਮੇਰੇ ਪ੍ਰਾਣਾਂ ਦਾ ਮੂਲ ਹੈ, ਮੇਰੇ ਸਰੀਰ ਦਾ ਮੂਲ ਹੈ। ਜਦੋਂ ਮੇਰੇ ਸਵਾਸ ਮੁੱਕਣੇ ਹੈ, ਕਿਸੇ ਨੇ ਨਹੀਂ ਪੁੱਛਣਾ ਇਹ ਸਰੀਰ ਦਾ ਕੋਈ ਨਾਂ ਰਹੇਗਾ, ਕੋਈ ਰਿਸ਼ਤਾ ਰਹੇਗਾ? ਲਾਸ਼ ਹੈ, ਮੁਰਦਾ ਘਰ ਵਿੱਚ ਰੱਖ ਦੇਣਗੇ ਸੀਲ ਕਰਕੇ, ਬਰਫ਼ ਚ ਲਾ ਦੇਣਗੇ। ਏਦਾਂ ਕੁਝ ਹੋ ਸਕਦਾ? ਕੁਝ ਨਹੀਂ ਹੋਣਾ। ਮੂਲ ਸਾਡੇ ਆ ਸਵਾਸ। ਇਹਨਾਂ ਦੀ ਕਰੋ ਭਾਈ ਪਕੜ। ਜਿਹਨੂੰ ਆਪਣੇ ਸਵਾਸ ਪਕੜਨੇ ਆ ਗਏ, ਜਿਨ੍ਹਾਂ ਨੂੰ ਫੇਰ ਮਨ ਮੰਨ ਜਾਂਦਾ। ਮਨ ਨੂੰ ਮਨਾਉਣ ਦੀਆਂ ਗੱਲਾਂ ਕਰਦੇ ਆ ਨਾ, ਏਦਾਂ ਮਨ ਮੰਨਦੇ ਹੁੰਦੇ ਆ, ਮਿਹਨਤ ਏਦਾਂ। ਹਾਂਜੀ, ਸਵਾਸਾਂ ਦੀ ਪਕੜ ਨਹੀਂ ਹੁੰਦੀ ਤਾਂ ਮਾਰਨ ਨੂੰ ਬੇਨਤੀ ਕਰਨੀ ਆ, ਸੱਚੇ ਪਾਤਸ਼ਾਹ ਕਿਰਪਾ ਕਰੋ। ਅਸਾਧ ਸੰਗਤ ਹੀ ਹੈ ਜੀ। ਗੁਰਮੁਖ ਪਿਆਰਿਓ, ਇਸ ਤੋਂ ਬਿਨਾਂ ਕੱਖ ਵੀ ਹੈ ਨਹੀਂ ਆਪਾਂ, ਕੁਛ ਵੀ ਨਹੀਂ ਹੈਗੀ ਆਪਾਂ। ਜੇ ਮੰਨਿਆ ਕਿ ਸਵਾਸ ਦੀ ਪਕੜ ਨਹੀਂ ਹੋਈ, ਹੁਣ ਨਹੀਂ ਹੁੰਦੀ, ਤੇ ਭਾਈ ਆਹ ਸਵਾਸ ਲੇਖੇ ਵਿੱਚ ਲੱਗਦੇ ਪਏ ਨੇ। ਆ 2 ਘੰਟੇ ਆਪਾਂ ਆਪਸ ਵਿੱਚ ਬੈਠ ਕੇ ਵਿਚਾਰਾਂ ਕਰਦੇ ਆਂ। ਰੱਬ ਮੇਰੀ ਗੱਲ ਤੁਸੀਂ ਕਰੋ, ਮੈਂ ਕੋਈ ਗਿਆਨੀ, ਉਹ ਮੈਨੂੰ ਦਿੰਦਾ, ਹਨਾ, ਮੈਂ ਡਿਲੀਵਰੀ ਕਰ ਦਾਂਗਾ। ਹਾਂ, ਉਹ ਸੁਣਾ ਦੇ। ਸੁਣਾਉਣੇ ਵਾਲਿਆਂ 'ਚ ਉਹ ਜਿਹੜਾ ਹੁੰਦਾ ਨਾ ਢੋਲ ਵਜਾਉਣੇ ਵਾਲਾ, ਤੇ ਉਹ ਮਨਿਆਰੀ ਕਰਨੇ ਵਾਲੇ ਨਹੀਂ ਹੁੰਦੇ, ਜਿੱਦਾਂ ਉਹ ਆਪਣੇ ਰਾਜੇ ਦੇ ਹੁਕਮ ਨੂੰ ਦੱਸਦੇ। ਹੁਕਮ ਦੇਣੇ ਵਾਲਾ ਮਨਿਆਰੀ, ਜਿਹੜਾ ਬੁਨਿਆਦੀ ਕਰਦਾ ਨਾ, ਬੁਨਿਆਦੀ, ਉਹ ਹੁਕਮਰਾਨ ਨਹੀਂ ਹੁੰਦਾ, ਉਹ ਰਾਜਾ ਨਹੀਂ ਹੁੰਦਾ, ਉਹ ਤਾਂ ਇੱਕ ਨੌਕਰ ਹੁੰਦਾ ਰਾਜੇ ਦਾ। ਹੁਕਮ
ਰਾਜਾ ਜਾਣੇ ਕਰਦੇ ਆ ਗਿਆਨੀ ਹੋ ਗਏ ਨਾ। ਉਹਨੇ ਕਿਹਾ ਤੇ ਆਪਾਂ ਸੁਣਾਇਆ ਤੇ ਨਾਲੇ ਮੈਂ ਸੁਣਿਆ, ਨਾਲੇ ਮੈਂ ਵੀ ਕਿ ਮੈਂ ਕਰਦਾ ਹੁੰਦਾ ਹਨਾ। ਤੇ ਮੈਂ ਕੀ ਗੱਲ ਮੈਂ ਜਨਮ ਸਫਲਾ ਕਰਨਾ ਵੀ ਇਸ ਨਿਕਲ ਆਪ ਨੂੰ ਕੱਢਣਾ ਜਿਹੜਾ ਸਿਸਟਮ ਹੈਗਾ ਸਾਰਾ, ਇਹ ਵੱਖਰਾ ਮਹਿਕਮਾ ਆ ਗਿਆ। ਸਰੀਰ ਦੇ ਭੇਤੀ ਹੋ ਜਾਣਾ ਵੱਖਰਾ ਮਹਿਕਮਾ ਆ ਗਿਆ ਨਾ ਜੀ। ਹੁਣ ਮਨ ਦੇ ਭੇਤੀ ਹੋ ਜਾਣਾ ਵੱਖਰਾ ਮਹਿਕਮਾ, ਭਾਵੇਂ ਸਾਰਾ ਕੁਝ ਕਰਨਾ ਪੈਂਦਾ। ਪਰ ਉਸ ਵੇਲੇ ਉੱਥੇ ਉਹਦਾ ਅਹੁਦਾ ਬਦਲ ਗਿਆ ਨਾ ਜੀ। ਪਹਿਲਾਂ ਸਰੀਰ ਦਾ ਭੇਤੀ ਸੀ, ਹੁਣ ਮਨ ਦਾ। ਮਰਮੀ ਹੋਏ ਮਨ ਦਾ ਭੇਤੀ ਹੁੰਦਾ ਜਿਹੜਾ, ਹੁਣ ਪਾਣੀ ਵਿੱਚ ਚੁੱਭੀਆਂ ਕੌਣ ਲਾਉਂਦਾ ਜੀ? ਸਮੁੰਦਰ ਦੀ ਸਤਹ ਤੇ ਕੌਣ ਜਾਂਦਾ? ਜਿਹਨੂੰ ਉਹਨੂੰ ਆਪਾਂ ਕਹਿੰਦੇ ਆ ਟੋਬੂ ਹਨਾ, ਟੋਬੂ ਕਹਿੰਦੇ ਆਪਾਂ ਉਹਨੂੰ, ਜਿਹੜਾ ਥੱਲੇ ਤੇ ਜਾਂਦਾ। ਸਮੁੰਦਰ ਦੇ ਪਾਣੀ ਦੀਆਂ ਲਹਿਰਾਂ ਵਿੱਚ ਤਾਰੀਆਂ ਲਾਉਣੇ ਵਾਲੇ ਬੜੇ ਨੇ, ਤੇ ਤਾਰੀਆਂ ਲਾਉਣੇ ਵਾਲੇ ਗੋਤਾਖੋਰ ਨਹੀਂ ਬਣ ਸਕਦੇ। ਗੋਤਾਖੋਰ ਵੱਖਰੇ ਹੁੰਦੇ ਤਾਰੀਆਂ ਲਾਉਣੇ ਵਾਲੇ ਤੋਂ। ਤੇ ਇਸੇ ਤਰ੍ਹਾਂ ਸਰੀਰ ਦਾ ਭੇਦ ਜਾਣ ਲੈਣਾ, ਇਹ ਲਹਿਰਾਂ ਦੀਆਂ ਤਾਰੀਆਂ। ਹੁਣ ਮਨ ਦਾ ਭੇਦ ਜਾਣਨਾ, ਹੁਣ ਲਾਉਣੇ ਪੈਣੇ ਜੀ ਚੁੱਭੀ। ਹੁਣ ਆਪਾਂ ਨੂੰ ਟੋਭੇ ਬਣਨਾ ਪੈਣਾ ਮਨ ਦੇ ਭੇਤੀ। ਹਾਂ, ਮਰਮੀ ਹੋਏ ਜਿਹੜਾ ਫਿਰ ਚੁੱਭੀ ਲਾਉਣੀ ਜਾਣਦਾ ਹੋਗਾ ਮਨ ਤੇ, ਮਨ ਦੀ ਸਤਹ ਤਿੱਕਰ ਹਨਾ, ਉਹ ਮਨ ਕੋ ਜਾਣਨਾ। ਉਹ ਕਿਹੜਾ ਜਾਣੂਗਾ ਜੀ? ਜਿਹੜਾ ਸਵਾਸਾਂ ਨੂੰ ਪਕੜੂਗਾ। ਜਿਹੜਾ ਸਵਾਸਾਂ ਨੂੰ ਪਕੜੂਗਾ। ਹੁਣ ਦੋ, ਇੱਕ ਮਨ ਨੂੰ ਜਾਣਨੇ ਵਾਲਾ, ਇੱਕ ਮਨ ਨੂੰ ਮਨਾਉਂਦਾ ਪਿਆ। ਦੋ ਚੀਜ਼ਾਂ ਆ ਗਈਆਂ। ਮੈਂ ਪਹਿਲਾਂ ਵੀ ਕਿਹਾ ਸੀਗਾ ਚੀਜ਼ਾਂ ਦੋ ਆ ਗਈ, ਇਹਦੀ ਪਕੜ ਕਰਨੀ ਪੈਣੀ ਆ ਆਪਾਂ ਨੂੰ। ਇੱਕ ਤਾਂ ਆਪਾਂ ਕਹਿੰਦੇ ਮੇਰਾ ਮਨ ਨਹੀਂ ਮੰਨਦਾ, ਜਿਹੜਾ ਕਹਿੰਦਾ ਨਾ ਮੇਰਾ ਮਨ ਨਹੀਂ ਮੰਨਦਾ, ਇੱਕ ਉਹ ਹੈ, ਇੱਕ ਜਿਹੜਾ ਨਹੀਂ ਮੰਨਦਾ ਇੱਕ ਉਹ ਹੈ। ਦੋ ਚੀਜ਼ਾਂ ਨਹੀਂ ਹੋ ਗਈਆਂ। ਸੂਖਸ਼ਮ, ਬੜਾ ਸੂਖਸ਼ਮ ਭੇਦ ਹੈ। ਬਹੁਤ ਧਿਆਨ ਕੇਂਦਰਿਤ ਕਰਨਾ ਪੈਂਦਾ ਹੈ, ਫਿਰ ਕਿਤੇ ਜਾ ਕੇ ਥੋੜੀ ਬਹੁਤ ਖੇਡ ਬਣਦੀ ਹੈ। ਹੁਣ ਮਨ ਦੇ ਭੇਤੀ, ਹੁਣ ਮਨ ਦਾ ਭੇਤੀ ਵੀ ਉਹਦਾ ਇੱਕ ਪਾਰਟ ਆ ਮਨ ਦਾ। ਜਿਹਨੇ ਹੁਣ ਮਨ ਦਾ ਭੇਤੀ ਬਣਨਾ, ਉਹ ਮਨ ਦਾ ਇੱਕ ਪਾਰਟ, ਮਨ ਦਾ ਭੇਤੀ ਬਣ ਕੇ ਉਹ ਫਿਰ ਡੁੱਬੀ ਲੱਗਦਾ। ਉਹ ਮਰਮੀ ਹੋਏ ਸੋ ਮਨ ਕੋ ਜਾਂਦਾ। ਹੁਣ ਮਨ ਦਾ ਭੇਤੀ ਕੌਣ ਬਣਿਆ? ਜਿਹਨੇ ਸਵਾਸਾਂ ਨੂੰ ਪਕੜ ਲਿਆ। ਜਿਹਨੇ ਸਵਾਸਾਂ ਨੂੰ ਪਕੜ ਲਿਆ ਉਹਨੇ ਮਨ ਨੂੰ ਜਾਣਿਆ। ਹੁਣ ਇੱਕ ਜਾਣੇ ਵਾਲਾ ਮਨ ਹੈ ਨਾ, ਜਿਹੜਾ ਜਾਣਦਾ ਪਿਆ, ਹੁਣ ਉਸਨੇ ਮਨ ਨਾਲ ਟੋਭਾ ਲਾਉਣਾ, ਚੁੱਭੀ ਲਾਉਣੀ, ਜਾਣ ਜਾਂਦਾ। ਮਤ ਕੋਈ ਮਨ ਮਿਲ ਕਾਬਿਲ ਮਾਵੈ। ਹੁਣ ਗੱਲ ਬਣੀ ਹੈ। ਹੁਣ ਕਬੀਰ ਜੀ ਕਹਿੰਦੇ ਇੰਨੀ ਖੇਡ ਖੇਡਣ ਤੋਂ ਬਾਅਦ ਪਹਿਲੋਂ ਆਪਣੇ ਆਪ ਨੂੰ ਸਰੀਰ ਦਾ ਭੇਤੀ ਜਾਣਿਆ, ਆਪਣੇ ਆਪ ਨੂੰ ਸਮਝ ਲਿਆ ਮੈਂ ਇਸ ਭੂਮੀ ਦਾ ਮਾਲਕ ਹੈ, ਫਸਟ ਗੱਲ। ਦੂਜੀ ਗੱਲ ਆ ਗਈ ਮਨ ਦੀ। ਮਨ ਨੂੰ ਜਾਣਨਹਾਰਾ ਬਣ ਕੇ ਮਨ ਵਿੱਚ ਚੁੱਭੀਆਂ ਮਾਰੀਆਂ। ਕਿੱਦਾਂ? ਆਪਣੇ ਸਵਾਸਾਂ ਦੀ ਪਕੜ ਕੀਤੀ, ਸਵਾਸਾਂ ਦੇ ਨਾਲ ਕੁਝ ਮਾੜਾ ਨਹੀਂ ਕੀਤਾ, ਚੰਗਾ ਹੀ ਕੀਤਾ ਨਾ। ਚੁੱਭੀਆਂ ਮਾਰੀਆਂ, ਚੁੱਭੀਆਂ ਮਾਰੀਆਂ ਮਨ ਦੇ ਅੰਦਰ, ਤੇ ਮਨ ਨੂੰ ਜਾਣਿਆ। ਹੁਣ ਕੀ ਜਾਣਿਆ? ਇਹ ਕਿ ਮਨ ਕੀ ਇੱਕ ਜੋਤ ਹੈ, ਇਹਨੇ ਮਿਲਣਾ ਨਿਰੰਕਾਰ ਦੇ ਵਿੱਚ। ਨਿਰੰਕਾਰ ਕਿੱਥੇ? ਅੰਦਰ ਹੈ। ਔਰ ਅੰਦਰ ਆਪਾਂ ਮੰਨਿਆ ਸੀ ਵੀ ਆਤਮਾ ਦੇ ਨਾਲ ਹੀ ਭੇਦ ਹੋਣਾ। ਮਤਲਬ ਉਹ ਠੀਕ ਹੈ ਕਿ ਆਤਮਾ ਪਰਮਾਤਮਾ ਇੱਕੋ ਕਰੇ, ਵੀ ਆਤਮਾ ਨੇ ਰੱਬ ਚ ਮਿਲਣਾ। ਪਰ ਇਸ ਵੇਲੇ ਜੋ ਮੇਰੇ ਅੰਦਰ ਨਿਰਾਕਾਰ ਹੈ ਉਹ ਕੀ ਚੀਜ਼ ਹੈ? ਹੁਣ ਉਹ ਤਾਂ ਆਤਮਾ ਹੈ। ਹੁਣ ਮਨ ਜਿਹੜਾ ਇਹਨੂੰ ਜਾਣੇਗਾ, ਬਸ ਉੱਥੇ ਗੱਲ ਬਣ ਜਾਂਦੀ ਹੈ। ਉਹ ਤਾਂ ਬਾਕੀ ਗੱਲਾਂ ਸਾਰੀਆਂ ਵੱਖਰੀਆਂ ਹੋ ਗਈਆਂ ਵੀ ਉਹ ਆਤਮਾ ਰੱਬ ਚ ਜਾਂਦੀ ਹੈ। ਮੈਂ ਆਪਣਾ ਜਿਹੜਾ ਮੇਰੇ ਕੋਲ ਸਿਸਟਮ ਹੈ, ਮੈਂ ਤਾਂ ਮੰਨਦਾ ਇਹਦੇ ਨਾਲ ਮਤਲਬ, ਜਿਹੜਾ ਮੇਰਾ ਆਪਣਾ ਰੱਬ ਹੈ ਮੈਨੂੰ ਉਹਦਾ ਮਤਲਬ ਹੈ। ਇਹ ਏਦਾਂ ਕਹਿੰਦੇ ਵੀ ਮਤ ਕੋਈ, ਜਦੋਂ ਗੱਲ ਬਣ ਗਈ ਪਤਾ ਲੱਗ ਗਿਆ ਕਿ ਮਨ ਜਿਹੜਾ ਆ ਇਸ ਤਰੀਕੇ ਦੇ ਨਾਲ ਅੰਤਰ ਆਤਮੇ ਮਿਲ ਸਕਦਾ ਹੈ। ਆ ਕਮੀਆਂ ਨੇ ਤੇ ਕਮੀਆਂ ਦੂਰ ਹੋ ਚੁੱਕੀਆਂ ਨੇ, ਮਨ ਤਿਆਰ ਆ ਮਿਲਣ ਦੇ ਵਾਸਤੇ। ਤੇ ਉਸ ਵਕਤ ਕਹਿੰਦੇ ਮਤ ਬਿਲ ਮਾਵੈ, ਸ਼ਬਦ ਹੈ ਪੂਰਾ, ਮਤ ਕੋਈ ਮਨ ਮਿਲਤਾ ਬਿਲ ਮਾਵੇ। ਸ਼ਬਦ ਪੂਰੀ ਪੰਕਤੀ ਹੈ। ਮੈਂ ਕਿਹਾ ਮਤ ਬਿਲ ਮਾਵੈ, ਮਨ ਦੇਖੀ ਕਿਤੇ ਦੇਰੀ ਨਾ ਕਰਦੇ। ਬਿਲਮ ਹੁੰਦਾ ਜੀ ਦੇਰੀ, ਹਨਾ। ਫਿਰ ਜਦੋਂ ਏਦਾਂ ਦਾ ਸਿਸਟਮ ਬਣ ਜਾਂਦਾ ਨਾ, ਦੇਰੀ ਨਹੀਂ ਕਰੀਦੀ। ਫਿਰ ਦੇਰੀ ਨਹੀਂ, ਜਦੋਂ ਕੰਮ ਬਣਨ ਲੱਗਦਾ ਨਾ ਕੋਈ ਸਿਆਣੇ ਬੰਦੇ, ਫਿਰ ਬਾਕੀ ਕੰਮ ਰੋਕ ਕੇ ਵੀ ਬਣਦੇ ਹੋਏ ਕੰਮ ਨੂੰ ਬਣਾਉਂਦੇ ਹੈ। ਕਹਿੰਦੇ ਵੀ ਇਹ ਬੜੀ ਮੁਸ਼ਕਲ ਦੇ ਨਾਲ ਕੰਮ ਸਿੱਧੇ ਸਾਧਿਆ ਸੀ, ਪਹਿਲੋਂ ਇਹਨੂੰ ਬਣਾ ਲਓ, ਦੂਜੀ ਤਾਂ ਗੱਲ ਹੀ ਕੋਈ ਨਹੀਂ। ਉਹਦਾ ਘਰ ਦੀ ਗੱਲ, ਉਹ ਤਾਂ ਜਦੋਂ ਮਰਜ਼ੀ ਕਰ ਲਵਾਂਗੇ।
ਵੀ ਜਿਹੜਾ ਕੰਮ ਜਿਹਨੂੰ ਕਈ ਸਾਲ ਹੋ ਗਿਆ ਬਣਾਉਂਦਿਆਂ ਨੂੰ ਬਣਦੀ ਨਹੀਂ ਗੱਲ, ਕੋਈ ਬੰਦਾ ਰੁੱਸਿਆ ਸੀਗਾ ਇਹਨੂੰ ਮਨਾਉਣ ਦੇ ਬੜੇ ਯਤਨ ਕੀਤੇ ਤੇ ਨਹੀਂ ਸੀ ਗੱਲ ਬਣਦੀ, ਹੁਣ ਕੰਢੇ ਤੇ ਹੁਣ ਉਹਨੇ ਮੰਨ ਜਾਣਾ, ਕੋਈ ਗੱਲ ਨਹੀਂ ਘਰ ਫੇਰ ਚੱਲ ਜੂ, ਬਾਕੀ ਘਰ ਦੇ ਕੰਮ ਫੇਰ ਕਰ ਲੂ, ਪਹਿਲਾਂ ਆਹ ਕੰਮ ਕਰਦੀ ਇਹਨੂੰ ਰੁੱਸੇ, ਹੁਣ ਮੌਕਾ ਹੁਣੇ ਮੰਨ ਜਾਣਾ, ਦੇਖ ਲਿਆ। ਕਿਉਂਕਿ ਜ਼ਰੂਰੀ ਜਿਹੜਾ ਕੰਮ ਹੁਣ ਕਰਨਾ ਜ਼ਰੂਰੀ ਆ, ਉਹਦੇ ਹਾਲਾਤ ਬਣੇ ਪਏ ਨੇ। ਇਕੱਲਾ ਇਹ ਤਾਂ ਮੈਂ ਤਾਂ ਇੱਕ ਮਿਸਾਲ ਰੁੱਸੇ ਹੋਈ, ਕੁਝ ਵੀ ਲਾ ਲਓ ਤੁਸੀਂ, ਕੋਈ ਹਾਲਾਤ ਬਣੇ ਹੋਏ ਨੇ, ਕੰਮ ਜ਼ਰੂਰੀ ਸੀਗਾ ਤੇ ਇਹਨੂੰ ਪਹਿਲ ਦਿਓ। ਜਿਹਨੂੰ ਅਸੀਂ ਉਡੀਕਦੇ ਪਏ ਸੀ ਕਰ ਦਈਏ ਤੇ ਹੁਣ ਹਾਲਾਤ ਬਣ ਗਏ ਪਹਿਲ। ਜਦੋਂ ਹੀ ਅਸੀਂ ਆਪਣੇ ਮਨ ਨੂੰ ਜਾਣਿਆ, ਦੇਖਿਆ ਮਨ ਸਾਫ਼ ਹੈ, ਮਨ ਵਿੱਚ ਕੋਈ ਮੈਲ ਨਹੀਂ, ਇਹਨੂੰ ਮੈਲਾ ਹੁੰਦਾ ਦੇਰੀ ਲੱਗਣੀ ਹੈ। ਮੈਂ ਕਹਿ ਦਵਾਂ ਕੋਈ ਨਹੀਂ ਸਾਫ਼ ਕਰ ਲਿਆ, ਕੋਈ ਨਹੀਂ ਬਾਅਦ ਚ ਮੇਲ ਲਵਾਂਗੇ, ਤੇ ਅੰਦਰੋਂ ਫਿਰ ਆਵਾਜ਼ ਆਉਣੀ ਵੀ ਇਹਨੂੰ ਮੈਲਾ ਹੁੰਦਿਆਂ ਦੇਰੀ ਨਹੀਂ ਲੱਗਣੀ। ਬਹੁਤ ਛੇਤੀ ਮੈਲਾ ਹੁੰਦਾ ਤੇ ਸਾਫ਼ ਵੀ ਛੇਤੀ ਹੋ ਜਾਂਦਾ, ਤੇ ਦੌੜਦਾ ਵੀ ਅੰਦਰੋਂ ਬਹੁਤ ਛੇਤੀ ਆ ਤੇ ਵਾਪਸ ਵੀ ਛੇਤੀ ਹੀ ਆ ਜਾਂਦਾ। ਜਿਹੜਾ ਬੰਦਾ ਹੈ ਨਾ, ਜਿੰਨੀ ਸਪੀਡ ਦੇ ਨਾਲ ਮਾੜਾ ਕੰਮ ਕਰਦਾ, ਉਨੀ ਸਪੀਡ ਦੇ ਨਾਲ ਹੀ ਚੰਗਾ ਕੰਮ ਕਰ ਜਾਂਦਾ। ਜਿਹੜਾ ਬੰਦਾ ਸੋ ਜਿੰਨੀ ਸਪੀਡ ਦੇ ਨਾਲ ਕਿਤੇ ਬਾਹਰ ਜਾਂਦਾ, ਸਫ਼ਰ ਕਰਦਾ, ਉਨੀ ਘਰ ਵੀ ਤਾਂ ਉਨੀ ਸਪੀਡ ਨਾਲ ਆਊ। ਹੁਣ ਜਿਹੜਾ ਮਨ ਬਹੁਤ ਸਪੀਡ ਹੈ, ਕਹਿੰਦੇ ਬੜੀ ਸਪੀਡ ਹੈ, ਬੜੀ ਛੇਤੀ ਬਾਹਰ ਭੱਜਦਾ, ਭਾਈ ਇਹ ਸਪੀਡ ਦਾ ਫਾਇਦਾ ਵੀ ਹੈ, ਇਹ ਉਨੀ ਸਪੀਡ ਨਾਲ ਅੰਦਰ ਵੀ ਆ ਜਾਂਦਾ। ਤੇ ਫਿਰ ਸਪੀਡ ਮਾੜੀ, ਇਹਦੀ ਸਪੀਡ ਤਾਂ ਚੰਗੀ ਹੈ ਨਾ, ਮਾੜੀ ਥੋੜੀ ਹੈ, ਚੰਗੀ ਹੈ ਸਪੀਡ। ਸੋ ਜਿੱਦਾਂ ਇੰਟਰਨੈਟ ਹੈ ਤੇ ਇਹਦਾ ਫਾਇਦਾ ਸਹੀ ਤਰੀਕੇ ਨਾਲ ਲਵੋ, ਤੇ ਕਿੰਨਾ ਫਾਇਦਾ। ਹੁਣ ਆਪਾਂ ਸਤਸੰਗ ਕਰਦੇ ਪਏ ਤੇ ਉਹ ਗੰਦਮੰਦ ਵੀ ਬੜਾ। ਅੱਜ ਜਦੋਂ ਆਪਾਂ ਕੰਪਿਊਟਰ ਮੂਹਰੇ ਬੈਠਦੇ ਆ ਤੇ ਸਿਰ ਝੁਕਦੇ ਆ, ਸਿੱਕੇ ਨੂੰ ਚੁੱਕ ਵੀ ਸ਼ਬਦ ਚੱਲਦਾ, ਉਹਦਾ ਸਹੀ ਇਸਤੇਮਾਲ ਕਰੋ ਜੋ ਟੈਕਨੋਲੋਜੀ ਹੈ। ਤੇ ਇਸੇ ਤਰ੍ਹਾਂ ਹੀ ਮਨ ਦਾ ਸਹੀ ਇਸਤੇਮਾਲ ਕਰੋ। ਇਹਦੀ ਜਿਹੜੀ ਸਪੀਡ ਹੈ ਨਾ, ਉਹ ਤੋਂ ਘਬਰਾਓ ਨਾ, ਉਹਦਾ ਸਹੀ ਇਸਤੇਮਾਲ ਕਰੋ। ਵੀ ਜੇ ਬਾਹਰ ਸਪੀਡ ਨਾਲ ਜਾਂਦਾ, ਆਉਂਦਾ ਵੀ ਛੇਤੀ ਕਹਿਣਾ, ਕੋਈ ਐਸੀ ਗੱਲ ਨਹੀਂ, ਡਰਨ ਵਾਲੀ ਕੋਈ ਗੱਲ ਨਹੀਂ ਕਹਿਣਾ। ਕਹਿੰਦੇ ਜਦੋਂ ਅੰਦਰ ਆਪਾਂ ਭੇਦੀ ਬਣ ਕੇ, ਮਨ ਦੇ ਮਰਮੀ ਬਣ ਕੇ ਜਾਣ ਲਈ ਬਾਤ ਕਿ ਮਨ ਹੁਣ ਮਿਲਣ ਵਾਸਤੇ ਤਿਆਰ ਹੈ, ਦੇਰੀ ਕਾਹਦੀ। ਕਿ ਮੈਨੂੰ ਇਹ ਵੀ ਪਤਾ ਲੱਗਾ ਮਿਲਣਾ ਕਿੱਦਾਂ, ਭੇਦ ਕਿੱਦਾਂ ਹੋਣਾ। ਉਹ ਕਿੱਦਾਂ? ਕਹਿੰਦੇ ਮਗਨ ਭਿਆ ਤੇ ਸੋ ਸੱਚ ਪਾ। ਇਹਨੇ ਮਸਤੀ ਵਿੱਚ ਆਉਣਾ, ਇਹਨੇ ਮਗਨ ਹੋਣਾ, ਫਿਰ ਸੱਚ ਨੂੰ ਪਾਉਣਾ। ਹੁਣ ਮਗਨ ਕਿੱਦਾਂ ਹੁੰਦਾ? ਇਹਨੂੰ ਬਾਣੀ ਦਾ ਨਸ਼ਾ ਆਉਣਾ ਹੈ। ਮਗਨ ਮਸਤੀ ਨੂੰ ਕਹਿੰਦੇ ਨਾ ਜੀ। ਇਹਨੂੰ ਨਾਮ ਦਾ ਨਸ਼ਾ ਆਉਣਾ ਹੈ, ਇਹਨੂੰ ਸਤਸੰਗ ਦਾ ਨਸ਼ਾ ਆਉਣਾ। ਦੇਰੀ ਨਾ ਲਾਓ, ਫੇਰ ਦੇਰੀ ਨਾ ਕਰੋ। ਇਹਨੂੰ ਉਹ ਚੀਜ਼ ਦਿਓ ਜਿਹਦੇ ਨਾਲ ਇਹ ਹੁਣ ਮਸਤ ਹੁੰਦਾ ਹੈ। ਇਹਨੂੰ ਦਿਓ ਨਾਮ, ਉਹਨਾਂ ਮਸਤ ਹੋ ਰਿਹਾ। ਇਹਨੂੰ ਦਿਓ ਬਾਣੀ ਦੀ ਖੁਰਾਕ, ਬਾਣੀ ਦਾ ਰਸ ਦਿਓ, ਉਹਦੇ ਨਾਲ ਮਸਤ ਹੁੰਦਾ ਹੈ। ਕਹਿੰਦੇ ਜਦੋਂ ਹੀ ਇਹ ਮਸਤ ਹੁੰਦਾ ਦੇਖ ਲਿਆ ਤੇ ਫੇਰ ਇਹਨੂੰ ਮਿਲਦੇ ਆ ਦੇਰੀ ਨਹੀਂ ਲੱਗਣੀ, ਉਹਦਾ ਮਿਲਾ ਕੇ ਹੀ ਹਟੋ। ਕਹਿੰਦੇ ਇਹਨੂੰ ਬਕਾਇਦਾ ਮਸਤੀ ਚ ਕਰਕੇ ਹਟੋ। ਤੇ ਜਦੋਂ ਇੱਕ ਵਾਰੀ ਮਸਤੀ ਵਿੱਚ ਆ ਗਏ ਨਾ, ਇੱਕ ਵਾਰ, ਤੇ ਸੱਚੇ ਪਾਤਸ਼ਾਹ ਕਹਿੰਦੇ ਮੁੜ ਕੇ ਫਿਰ ਨਸ਼ਾ ਨਹੀਂ ਜੇ ਉਤਰਦਾ। ਇਹ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ, ਇਹ ਨਾਮ ਦਾ ਐਸਾ ਨਸ਼ਾ ਉਤਰ ਜਾਊ, ਫੇਰ ਨਹੀਂ ਉਤਰਦਾ, ਜੋ ਮਰਜ਼ੀ ਕਰ ਲਓ ਏਦਾਂ। ਤੇ ਇਹ ਇੱਥੇ ਤਾਂ ਹੀ ਰਹਿਣ ਦੀਏ ਜੇ